हाँ जी, वाहिगुरू जी का खालसा, वाहिगुरू जी की फतेह जी। ਅੱਜ ਆਪਣੀ ਜਿਹੜੀ ਇਹ ਕਲਾਸ ਹੈ 15 ਮਈ 2021। 3 ਟੌਪਿਕ ਨੇ। ਜੇ ਰੱਬ ਦੇ ਨਿਯਮਾਂ ਬਾਰੇ, ਰੱਬ ਦੇ ਉਪਦੇਸ਼ਾਂ ਬਾਰੇ ਇੰਨਾ ਵਿਆਖਿਆ ਹੋ ਰਹੀ ਹੈ, ਵੱਖ-ਵੱਖ ਤਰ੍ਹਾਂ ਦੀ ਵਿਆਖਿਆ ਹੋ ਰਹੀ ਹੈ, ਫਿਰ ਸਾਰਥਕ ਰਿਜ਼ਲਟ ਕਿਉਂ ਨਹੀਂ ਆ ਰਹੇ? ਪਹਿਲਾ ਟੌਪਿਕ। ਦੂਸਰਾ ਟੌਪਿਕ, ਗੁਰਬਾਣੀ ਅੰਦਰ ਜਿਹੜਾ ਸ਼ਬਦ ਬਾਰ-ਬਾਰ ਆਉਂਦਾ ਸੁਣਨਾ, ਉਹ ਸੁਣਨਾ ਕੀ ਹੁੰਦਾ ਹੈ? ਗੁਰਮਤਿ ਅਨੁਸਾਰ ਸੁਣਨਾ ਕੀ ਹੈ? ਤੇ ਤੀਸਰਾ ਟੌਪਿਕ, ਗੁਰਬਾਣੀ ਗ੍ਰਾਮਰ ਦਾ ਜਿਹੜਾ ਮੁੱਢਲਾ ਕੋਰਸ ਹੈ, ਉਹਦੇ ਵਿੱਚੋਂ ਜਿਹੜਾ ਸਿੰਗੂਲਰ ਨਾਊਨ ਹੁੰਦਾ ਹੈ, ਇੱਕ ਵਚਨ ਨਾਮ, ਉਹਦੇ ਅਖੀਰ ਤੇ ਔਂਕੜ ਹੁੰਦਾ ਹੈ, ਉਹਦੇ ਪ੍ਰਨਾਊਨ ਦੇ ਵੀ ਅਖੀਰ ਤੇ ਔਂਕੜ ਹੁੰਦਾ ਹੈ, ਤੇ ਵਿਸ਼ੇਸ਼ਣ ਦੇ ਵੀ ਅਖੀਰ ਤੇ ਔਂਕੜ ਹੁੰਦਾ ਹੈ। ਪਰ 4 ਕਾਰਨ ਨੇ ਜਦੋਂ ਸਿੰਗੂਲਰ ਨਾਊਨ ਹੋਣ ਦੇ ਬਾਵਜੂਦ ਵੀ ਉਹਦਾ ਔਂਕੜ ਲੱਥ ਜਾਂਦਾ ਹੈ। ਇਹ 3 ਆਪਣੇ ਟੌਪਿਕ ਹੋਣਗੇ। ਪਹਿਲਾ ਟੌਪਿਕ, ਰੱਬ ਦਾ ਨਿਯਮ। ਰੱਬ ਦਾ ਨਿਯਮ ਜਪਜੀ ਸਾਹਿਬ ਵਿੱਚ 2 ਗੱਲਾਂ ਕਹੀਆਂ। ਇੱਕ ਤੇ ਹੁਕਮ ਨਾ ਕਹਿਆ ਜਾਈ, ਉਹ ਫੁੱਲੀ ਡਿਸਕ੍ਰਾਈਬ ਨਹੀਂ ਹੋ ਸਕਦਾ, ਫੁੱਲੀ ਐਕਸਪਲੇਨ ਨਹੀਂ ਹੋ ਸਕਦਾ। ਦੂਸਰੀ ਗੱਲ ਜਪਜੀ ਸਾਹਿਬ 'ਚ ਬੜੀ ਕਮਾਲ ਦੀ ਕਹਿ ਦਿੱਤੀ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਈ। ਇਹਦਾ ਮਤਲਬ ਜੇ ਉਹ ਸਮਝਿਆ ਨਹੀਂ ਜਾ ਸਕਦਾ, ਜੇ ਉਹ ਪੂਰਾ ਵਿਆਖਿਆ ਨਹੀਂ ਹੋ ਸਕਦੀ, ਇਹਦਾ ਮਤਲਬ ਇਹ ਨਹੀਂ ਹੈ ਕਿ ਉਹਦੇ ਬਾਰੇ ਸੋਚਣਾ ਬੰਦ ਕਰ ਦਿਓ, ਉਹਨੂੰ ਸਮਝਣਾ ਬੰਦ ਕਰ ਦਿਓ। ਉਹਨੂੰ ਸਮਝਣ ਦਾ ਯਤਨ ਕਰਨਾ ਹੈ, ਤੇ ਜਿੰਨੀ ਕੁ ਸਮਝ ਆ ਗਈ ਹੈ ਉਸ ਦੇ ਨਾਲ ਪਤਾ ਲੱਗੇਗਾ ਕਿ ਮੈਂ ਰੱਬ ਦੇ ਨਿਯਮ ਵਿੱਚ ਕੁਛ ਵੀ ਨਹੀਂ, ਹਉਮੈ ਕਹਿ ਨਾ ਕੋਇ। ਇਹਦਾ ਹਉਮੈ ਕਹਿ ਨਾ ਕੋਇ ਦੀ ਇੱਕ ਹੋਰ ਵਿਆਖਿਆ ਹੈ ਜੀ। ਸਾਡਾ ਮਨ ਆਪਣੇ ਸੁਭਾਅ ਨੂੰ ਪਰਫੈਕਟ ਮੰਨੀ ਬੈਠਾ ਹੈ, ਆਪਣੀ ਸੋਚ ਨੂੰ ਪਰਫੈਕਟ ਮੰਨੀ ਬੈਠਾ ਹੈ। ਮਨ ਨੂੰ ਇਦਾਂ ਲੱਗਦਾ ਕਿ ਜੋ ਮੈਂ ਸੋਚਦਾ ਬਸ ਇਹੀ ਸਹੀ ਹੈ, ਮੇਰੀ ਸੋਚ ਦੇ ਉਲਟ ਮੈਨੂੰ ਕੋਈ ਨਾ ਦੱਸੇ, ਮੇਰੇ ਸੁਭਾਅ ਦੇ ਉਲਟ ਮੈਨੂੰ ਕੋਈ ਨਾ ਦੱਸੇ। ਇਹ ਹਉਮੈ ਟੁੱਟ ਜਾਏਗੀ। ਜਿੰਨਾ ਅਸੀਂ ਨਿਯਮ ਨੂੰ ਸਮਝਾਂਗੇ ਉਹਨਾਂ ਪਤਾ ਲੱਗੇਗਾ, ਨਹੀਂ, ਸੁਭਾਅ ਕਦੀ ਪਰਫੈਕਟ ਨਹੀਂ ਹੁੰਦਾ, ਸੋਚ ਕਦੀ ਪਰਫੈਕਟ ਨਹੀਂ ਹੁੰਦੀ, ਤੇ ਯਤਨ ਕਰਦੇ ਰਹਿਣਾ ਚਾਹੀਦਾ ਹੈ ਕਿ ਸੋਚ ਤੇ ਸੁਭਾਅ ਜਿਹੜਾ ਹੈ ਇਹਦੇ ਵਿੱਚ ਇੰਪਰੂਵਮੈਂਟ ਹੋਵੇ। ਆਓ ਹੁਣ ਅਗਲੀ ਗੱਲ ਕਰੀਏ। ਜਪਜੀ ਸਾਹਿਬ ਦੇ ਵਿੱਚ ਇੱਕ ਜਿਹੜੀ ਪੌੜੀ ਆਉਂਦੀ ਹੈ, ਜਿਹਦੇ ਵਿੱਚ ਵਾਰ-ਵਾਰ ਸ਼ਬਦ ਆਉਂਦਾ ਹੈ ਗਾਵੈ ਕੋ। ਉੱਥੇ ਗਾਵੈ ਕੋ ਦੇ ਅੱਖਰੀ ਅਰਥ ਬਣਦੇ ਨੇ ਕੋਈ ਕਿਸੇ ਨੇ ਇਸ ਤਰ੍ਹਾਂ ਗਾਇਆ, ਕੋਈ ਇਸ ਤਰ੍ਹਾਂ ਗਾਉਂਦਾ ਹੈ। ਪਰ ਇਹ ਗਾਉਣਾ ਸਿੰਗਿੰਗ ਨਹੀਂ ਹੈ, ਇਹਦੇ ਅਰਥ ਹੈ ਐਕਸਪਲੇਨ। ਕਿਸੇ ਨੇ ਇਦਾਂ ਵਿਆਖਿਆ ਕੀਤੀ ਤੇ ਕਿਸੇ ਨੇ ਇਦਾਂ ਵਿਆਖਿਆ ਕੀਤੀ। ਉਹ ਵਿਆਖਿਆਵਾਂ ਕਦੀ ਵੀ ਇੱਕ ਦੂਸਰੇ ਨਾਲ ਰਲਦੀਆਂ ਨਹੀਂ ਹੁੰਦੀਆਂ। ਹੁਣ ਤੁਸੀਂ ਦੇਖੋਗੇ ਵਿਆਖਿਆਵਾਂ ਦੇ ਵਿੱਚ ਉਦਾਹਰਨਾਂ ਹੁੰਦੀਆਂ ਨੇ, ਤੇ ਜਿਉਂ-ਜਿਉਂ ਸਮਾਂ ਬਦਲਦਾ ਹੈ ਉਦਾਹਰਨਾਂ ਬਦਲ ਜਾਂਦੀਆਂ ਨੇ। ਆਪਾਂ ਜਿੰਨੇ ਵੀ 50 ਸਾਲ ਦੀ ਉਮਰ ਤੋਂ ਵੱਡੇ ਹਾਂ, ਆਪਣੀ ਉਮਰ ਦੇ ਵਿੱਚ ਕੋਈ ਗੱਡੇ ਦੀ ਉਦਾਹਰਨ ਦਿੰਦਾ, ਪਰਾਲੀ ਦੀ ਉਦਾਹਰਨ ਦਿੰਦਾ, ਪੰਜਾਲੀ ਦੀ ਉਦਾਹਰਨ ਦਿੰਦਾ, ਹਲ ਦੀ ਉਦਾਹਰਨ ਦਿੰਦਾ, ਸੌਖੀ ਸਮਝ ਆ ਜਾਂਦੀ ਸੀ। ਅੱਜ ਦੇ ਬੱਚੇ ਨੂੰ ਕੰਪਿਊਟਰ ਦੀ ਉਦਾਹਰਨ, ਡਰਾਈਵ ਦੀ ਉਦਾਹਰਨ। ਇਹਦਾ ਮਤਲਬ ਜਦੋਂ ਬਾਹਰ ਹਾਲਾਤ ਬਦਲ ਜਾਂਦੇ ਨੇ, ਉਦਾਹਰਨਾਂ ਬਦਲ ਜਾਂਦੀਆਂ ਨੇ। ਇਸ ਲਈ ਵਿਆਖਿਆ ਕਦੀ ਇੱਕ ਨਹੀਂ ਰਹਿੰਦੀ ਹੁੰਦੀ। ਦੂਸਰਾ, ਜਿਹੜੀ ਵਿਆਖਿਆ ਹੈ ਉਹ ਜਿੰਨੀ ਕੁ ਸਮਝ ਹੋਏਗੀ ਉਹਦੇ ਵਿੱਚੋਂ ਵਿਆਖਿਆ ਨਿਕਲੇਗੀ, ਤੇ ਜਿੰਨਾ ਕੁ ਮਨੁੱਖ ਦਾ ਐਕਸਪੀਰੀਅੰਸ ਹੋਏਗਾ ਉਹਦੇ ਚੋਂ ਵਿਆਖਿਆ ਨਿਕਲੇਗੀ। ਇਸ ਲਈ ਕਦੀ ਵੀ ਕਨਫਿਊਜ਼ ਨਹੀਂ ਹੋਣਾ ਚਾਹੀਦਾ ਕਿ ਫਲਾਨਾ ਬੰਦਾ ਆਹ ਕਹਿ ਰਿਹਾ, ਫਲਾਨਾ ਆਹ ਕਹਿ ਰਿਹਾ। ਅਸੀਂ ਤਾਂ ਸਿੱਖਣ ਦੀ ਭਾਵਨਾ ਰੱਖਣੀ ਹੈ, ਤੇ ਜੇ ਸਿੱਖਣ ਦੀ ਭਾਵਨਾ ਹੈ ਤੇ ਹੋ ਸਕਦਾ ਹੈ ਕਿਸੇ ਨੂੰ 1 ਘੰਟਾ ਸੁਣ ਕੇ ਕੋਈ ਇੱਕ ਚੰਗੀ ਗੱਲ ਮਿਲ ਗਈ, ਬਸ ਉਹਨੂੰ ਪੱਲੇ ਬੰਨ੍ਹ ਲੈਣਾ, ਤੇ ਫਿਰ ਸਾਡੇ ਕੋਲੇ ਕੰਪੈਰੀਟਿਵ ਸਟੱਡੀ ਆਏਗੀ। ਅੱਜ ਹਰ ਕੋਈ ਕਹਿੰਦਾ ਹੈ ਕਿ ਤਾਂ ਤਜਰਬਾ ਆਏਗਾ ਜੇ ਸਾਡੇ ਕੋਲੇ ਤੁਲਨਾਤਮਕ ਅਧਿਐਨ ਹੈ, ਕੰਪੈਰੀਟਿਵ ਸਟੱਡੀ ਹੈ। ਜੇ ਧਰਮ ਨੂੰ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਹਿੰਦੂਇਜ਼ਮ ਵੀ ਗਹਿਰਾਈ ਤੱਕ ਪੜ੍ਹਨਾ ਪਵੇਗਾ, ਤੁਹਾਨੂੰ ਜੋਗ ਮਤ ਵੀ ਗਹਿਰਾਈ ਤੱਕ ਪੜ੍ਹਨਾ ਪਵੇਗਾ, ਤੁਹਾਨੂੰ ਇਸਲਾਮ ਮਤ ਦੀ ਵਿਚਾਰਧਾਰਾ ਪੜ੍ਹਨੀ ਪਵੇਗੀ, ਤੁਹਾਨੂੰ ਜੋਗ ਮਤ, ਜੈਨ ਮਤ ਵੀ ਪੜ੍ਹਨਾ ਪਵੇਗਾ, ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਉਹਨਾਂ ਦੀ ਕੀ ਆਈਡੀਓਲੋਜੀ ਹੈ, ਕੀ ਉਹਨਾਂ ਦੀ ਸੋਚ ਹੈ, ਕਿਸ ਤਰ੍ਹਾਂ ਦੀ ਉਹਨਾਂ ਦੇ ਗੱਲ ਕਹਿਣ ਦਾ ਤਰੀਕਾ ਹੈ। ਫਿਰ ਜਿੰਨਾ ਸਾਡੇ ਕੋਲੇ ਤੁਲਨਾਤਮਕ ਅਧਿਐਨ ਹੋਏਗਾ, ਜਿੰਨੀ ਸਾਡੇ ਕੋਲੇ ਵੱਖ-ਵੱਖ ਕੰਪੈਰੀਟਿਵ ਸਟੱਡੀ ਹੋਏਗੀ, ਉਹਨਾਂ ਸਾਡਾ ਗੱਲ ਨੂੰ ਸਮਝਣ ਦੀ ਸਾਡੀ ਆਬਜ਼ਰਵੇਸ਼ਨ ਵੱਧ ਜਾਏਗੀ। ਹੁਣ ਉੱਥੇ ਕਿਹਾ ਗਿਆ ਗਾਵੈ ਕੋ ਤਾਣ, ਪਹਿਲੀ ਪੰਕਤੀ ਤੇ ਵਿਸ਼ਰਾਮ ਇੱਥੇ ਆਉਂਦਾ ਤਾਣ ਤੇ। ਤਾਣ ਦੇ ਅਰਥ ਹੈ ਕੈਪੇਬਿਲਿਟੀ, ਸਮਰੱਥਾ। ਜਿਸ ਮਨੁੱਖ ਦੇ ਵਿੱਚ ਐਕਸਪਲੇਨ ਕਰਨ ਦੀ ਸਮਰੱਥਾ ਹੈ। ਤੁਸੀਂ ਦੇਖੋਗੇ ਇਹ ਵੀ
ਮਨੁੱਖ ਦੇ ਅੰਦਰ ਦੋ ਤਰ੍ਹਾਂ ਦੀ ਹੈ। ਇੱਕ ਬੰਦਾ ਕਹਿੰਦਾ ਮੈਂ 2-4 ਬੰਦਿਆਂ 'ਚ ਤਾਂ ਗੱਲ ਕਰ ਲਾਂਗਾ ਬੈਠੇ, ਬਈ ਜਿੱਥੇ 15-20 ਬੰਦੇ ਬੈਠੇ ਨੇ ਜਾਂ 100 ਬੰਦਾ ਬੈਠਾ ਹੈ, ਸਟੇਜ ਤੇ ਨਹੀਂ ਮੈਂ ਬੋਲ ਸਕਦਾ। ਤੁਸੀਂ ਦੇਖੋਗੇ ਪੰਜਾਬ ਦੇ ਪਿੰਡਾਂ ਵਿੱਚ ਅਨਾਉਂਸਮੈਂਟ ਕਰਨੀ ਹੋਵੇ ਨਾ, ਗੁਰਦੁਆਰੇ ਦੇ ਮਾਈਕ 'ਚ, ਹਰ ਇੱਕ ਤੋਂ ਅਨਾਉਂਸਮੈਂਟ ਨਹੀਂ ਹੋ ਸਕਦੀ। ਇਹਦਾ ਮਤਲਬ ਜਿਹੜੇ ਅਨਾਉਂਸਮੈਂਟ ਕਰਦੇ ਨੇ ਉਹਨਾਂ ਕੋਲੇ ਕੈਪੇਬਿਲਿਟੀ ਹੈ। ਇਹ ਰੱਬ ਦੀ ਦਿੱਤੀ ਹੋਈ ਸਮਰੱਥਾ ਹੁੰਦੀ ਹੈ। ਫਿਰ ਕੋਈ ਬੰਦਾ, ਆਪਾਂ ਸਕੂਲ ਵਿੱਚ ਪੜ੍ਹਦੇ ਸੀ, ਟੀਚਰ ਸੀ, ਪ੍ਰੋਫੈਸਰ ਸਨ, ਇੱਕ ਨੂੰ ਗੱਲ ਇੰਨੀ ਸਮਝਾਉਣੀ ਆਉਂਦੀ ਹੈ, ਉਹ ਬੱਚਿਆਂ ਦਾ ਮਨ ਲੁੱਟ ਲੈਂਦਾ ਹੈ ਤੇ ਪਤਾ ਹੀ ਨਹੀਂ ਲੱਗਦਾ ਕਦੋਂ ਪੀਰੀਅਡ ਖਤਮ ਹੋ ਜਾਂਦਾ ਹੈ। ਤੇ ਇੱਕ ਜਿਹੜਾ ਗੱਲ ਤਾਂ ਸਮਝਾ ਦਿੰਦਾ ਹੈ, ਪਰ ਪੀਰੀਅਡ ਬੋਰਿੰਗ ਜਿਹਾ ਰਹਿੰਦਾ ਹੈ ਤੇ ਬੱਚਿਆਂ ਨੂੰ ਹੁੰਦਾ ਕਦੋਂ ਛੇਤੀ ਹੋਵੇ, ਬਾਰ-ਬਾਰ ਪੁੱਛਣਾ ਪੈਂਦਾ ਹੈ। ਇਹ ਬੰਦੇ ਦੀ ਕੈਪੇਬਿਲਿਟੀ ਤੇ ਨਿਰਭਰ ਕਰਦਾ ਹੈ। ਇੱਥੇ ਸ਼ਬਦ ਵਰਤਿਆ ਗਾਵੈ ਕੋ ਤਾਣ, ਜਿਸ ਬੰਦੇ ਦੇ ਅੰਦਰ ਵਿਆਖਿਆ ਕਰਨ ਦੀ, ਐਕਸਪਲੇਨ ਕਰਨ ਦੀ ਕੈਪੇਬਿਲਿਟੀ ਹੈ, ਸਮਰੱਥਾ ਹੈ, ਤਾਣ, ਤਾਣ ਦੇ ਅਰਥ ਤਾਕਤ, ਸਮਰੱਥਾ, ਹੋਵੇ ਕਿਸੇ ਤਾਣ, ਉਹ ਰੱਬ ਦੀ ਸ਼ਕਤੀ ਨੂੰ ਕੌਣ ਐਕਸਪਲੇਨ ਕਰਦਾ ਹੈ? ਜਿਹਦੇ ਕੋਲੇ ਹੋਵੇ ਕਿਸੇ ਤਾਣ, ਕਿਸੇ ਕੋਲੇ ਸਮਰੱਥਾ ਹੈ। ਪਿਛਲੇ ਤਾਣ ਦੇ ਅਰਥ ਸਮਰੱਥਾ ਹੈ, ਪਹਿਲੇ ਤਾਣ ਦੇ ਅਰਥ ਹੈ ਰੱਬ ਦੀਆਂ ਸ਼ਕਤੀਆਂ ਨੂੰ ਤੇ ਰੱਬ ਦੇ ਨਿਯਮਾਂ ਨੂੰ। ਦੋ ਸ਼ਕਤੀਆਂ ਉਹਦੀਆਂ ਵੱਡੀਆਂ ਨੇ, ਇੱਕ ਰੱਬ ਦਾ ਨਿਯਮ ਤੇ ਇੱਕ ਰੱਬ ਦੇ ਉਪਦੇਸ਼। ਇਹਦੀ ਵਿਆਖਿਆ ਹੁਣ ਕਿਵੇਂ ਕੀਤੀ ਗਈ? ਕਿਸੇ ਨੇ ਕਿਹਾ ਭਾਈ ਗਾਵੈ ਕੋ ਤਾਣ, ਹੋਵੇ ਕਿਸੇ ਤਾਣ, ਗਾਵੈ ਕੋ ਦਾਤ ਜਾਣੈ ਨਿਸ਼ਾਨ। ਅੱਗੇ ਜਿਹੜੀਆਂ ਪੰਕਤੀਆਂ ਨੇ ਉਹਦੇ ਗਾਵੈ ਕੋ ਤੇ ਵਿਸ਼ਰਾਮ ਲਾਉਣਾ। ਕਿਸੇ ਨੇ ਇਦਾਂ ਐਕਸਪਲੇਨ ਕੀਤਾ, ਇਦਾਂ ਵਿਆਖਿਆ ਕੀਤੀ ਕਿ ਤੂੰ ਇਦਾਂ ਕਰ ਭਾਈ, ਜੇ ਤੂੰ ਆਪਣੇ ਅੰਦਰ ਰੱਬ ਦੀ ਯਾਦ ਬਣਾਉਣੀ ਚਾਹੁੰਦਾ, ਜੇ ਤੂੰ ਚਾਹੁੰਦਾ ਕਿ ਮੈਨੂੰ ਹਰ ਵੇਲੇ ਨਿਰੰਕਾਰ ਪਿਤਾ ਜੀ ਦੀ ਮਿੱਠੀ ਮਿੱਠੀ ਯਾਦ ਮੇਰੇ ਅੰਦਰ ਚੱਲੇ, ਮੇਰੇ ਅੰਦਰੋਂ ਰੱਬ ਦੀ ਯਾਦ ਨਾ ਭੁੱਲੇ, ਤਾਂ ਤੂੰ ਇਦਾਂ ਕਰ, ਜਿੰਨੀਆਂ ਦਾਤਾਂ ਨੇ ਤੇਰੇ ਕੋਲੇ ਉਹਨੂੰ ਰੱਬ ਦੀ ਨਿਸ਼ਾਨੀ ਸਮਝ ਲੈ, ਸੌਖਾ ਯਾਦ ਆ ਜਾਏਗਾ। ਯਾਨੀ ਇਹ ਇੱਕ ਵਿਆਖਿਆ ਦਾ ਐਂਗਲ ਸੀ, ਇੱਕ ਤਰੀਕੇ ਨਾਲ ਸਮਝਾਇਆ। ਗਾਵੈ ਕੋ ਦਾਤ ਜਾਣੈ ਨਿਸ਼ਾਨ, ਗਾਵੈ ਕੋ ਗੁਣ ਵਡਿਆਈਆਂ ਚਾਰ। ਇਹ ਕਿਸੇ ਨੇ ਇਸ ਤਰੀਕੇ ਨਾਲ ਵਿਆਖਿਆ ਕੀਤੀ, ਉਹਦਾ ਆਪਣਾ ਐਂਗਲ ਸੀ। ਉਹ ਕਹਿੰਦਾ ਭਾਈ ਦੇਖ, ਤੂੰ ਆਪਣੇ ਮਨ ਵਿੱਚ ਇੱਕ ਚੀਜ਼ ਵਸਾ, ਰੱਬ ਦੇ ਜਿੰਨੇ ਗੁਣ ਨੇ ਨਾ, ਚਾਰ ਦੇ ਅਰਥ ਹੈ ਉੱਤਮ, ਬੜੀ ਵੈਲਿਊ ਹੈ ਉਹਨਾਂ ਦੀ, ਬੜੇ ਕੀਮਤੀ ਨੇ, ਪ੍ਰੈਸੀਅਸ ਨੇ, ਅਨਮੋਲ ਨੇ। ਜਿੰਨੇ ਗੁਣ ਨੇ, ਜਿੰਨੀਆਂ ਰੱਬ ਦੀਆਂ ਵਡਿਆਈਆਂ ਨੇ, ਉਹਦੇ ਨਿਯਮ ਦੀਆਂ ਵਡਿਆਈਆਂ, ਉਹਦੀ ਬਖਸ਼ਿਸ਼ਾਂ ਦੀਆਂ ਵਡਿਆਈਆਂ, ਰੱਬੀ ਉਪਦੇਸ਼ ਦੀਆਂ ਵਡਿਆਈਆਂ ਬੜੀਆਂ ਕੀਮਤੀ ਨੇ, ਤੇ ਉਹਦੀ ਵਿਚਾਰ ਬੜੀ ਕੀਮਤੀ ਹੈ। ਤੂੰ ਆਪਣੇ ਮਨ 'ਚ ਇਹ ਵਸਾ ਲੈ ਕਿ ਬਹੁਤ ਹੀ ਜ਼ਿਆਦਾ ਕੀਮਤੀ ਦਾਤ ਹੈ, ਇਹ ਕੀਮਤੀ ਚੀਜ਼ਾਂ ਨੇ, ਤੇਰੇ ਅੰਦਰ ਪਿਆਰ ਬਣ ਜਾਏਗਾ। ਗਾਵੈ ਕੋ ਗੁਣ ਵਡਿਆਈਆਂ ਚਾਰ, ਚਾਰ ਦੇ ਅਰਥ ਸੁੰਦਰ, ਕੀਮਤੀ। ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਜੀ ਲੈ ਫਿਰ ਦੇ। ਕਿਸੇ ਨੇ ਕਿਹਾ ਭਾਈ ਤੇਰੇ ਅੰਦਰ ਰੱਬ ਦੀ ਯਾਦ ਆ ਸਕਦੀ ਹੈ, ਤੈਨੂੰ ਰੱਬ ਦੇ ਨਿਯਮ ਵੱਲ ਧਿਆਨ ਜਾਏਗਾ। ਤੂੰ ਆਪਣੇ ਮਨ 'ਚ ਇੱਕ ਗੱਲ ਵਸਾ ਕਿ ਰੱਬ ਪਹਿਲਾਂ ਸਰੀਰ ਦਿੰਦਾ ਹੈ, ਫਿਰ ਉਹ ਸਰੀਰ ਵਾਪਸ ਲੈ ਲੈਂਦਾ ਹੈ। ਪਹਿਲਾਂ ਦਿੰਦਾ ਹੈ, ਕਿੰਨੀ ਕੀਮਤੀ ਦਾਤ ਹੈ, ਫਿਰ ਇਹਨੂੰ ਮਿੱਟੀ ਦੀ ਢੇਰੀ ਬਣਾ ਦਿੰਦਾ ਹੈ। ਕਿਸੇ ਨੇ ਇਦਾਂ ਵਿਆਖਿਆ ਕੀਤੀ। ਕਿਸੇ ਨੇ ਕਿਹਾ ਕਿ ਭਾਈ ਗਾਵੈ ਕੋ ਜੀ ਲੈ ਫਿਰ ਦੇ, ਗਾਵੈ ਕੋ ਜਾਪੈ ਦਿਸੈ ਦੂਰ। ਕਹਿੰਦੇ ਭਾਈ ਦੇਖ, ਤੇਰੀਆਂ ਆਦਤਾਂ ਪੱਕ ਚੁੱਕੀਆਂ ਨੇ, ਤੇਰਾ ਮਨ ਆਦਤਾਂ ਦੇ ਪਿੱਛੇ ਲੱਗ ਚੁੱਕਿਆ, ਇਹ ਦੂਰੀ ਹੈ, ਇਹ ਤੈਨੂੰ ਦੂਰੀ ਮੇਟਣੀ ਪਵੇਗੀ। ਇਸ ਤਰੀਕੇ ਨਾਲ ਤਾਂ ਬਹੁਤ ਦੂਰ ਦਿਸ ਰਿਹਾ। ਜਿਸ ਤਰ੍ਹਾਂ ਦੀ ਤੇਰੀ ਸੋਚ ਦਾ ਪੱਧਰ ਹੈ, ਜਿਸ ਤਰ੍ਹਾਂ ਦਾ ਤੇਰੇ ਵਿਚਾਰਾਂ ਦਾ ਲੈਵਲ ਹੈ, ਉਹ ਵਿਚਾਰਾਂ ਦਾ ਲੈਵਲ, ਸੋਚ ਦਾ ਲੈਵਲ ਬਹੁਤ ਨੀਵਾਂ ਹੈ। ਤੈਨੂੰ ਆਪਣਾ ਇਹ ਲੈਵਲ ਉੱਚਾ ਚੁੱਕਣ ਵਾਸਤੇ ਤੇਰੇ ਅੰਦਰ ਇਹ ਦੂਰੀ ਮੇਟਣੀ ਪਵੇਗੀ। ਕਿਸੇ ਨੇ ਇਸ ਤਰੀਕੇ ਨਾਲ ਐਕਸਪਲੇਨ ਕੀਤਾ। ਹੁਣ ਜਿਹੜਾ ਇਹ ਐਕਸਪਲੇਨ ਕਰ ਰਿਹਾ ਸੀ ਕਿ ਉਹਦੀਆਂ ਦਾਤਾਂ ਨੂੰ ਨਿਸ਼ਾਨੀ ਸਮਝ, ਉਹਦਾ ਐਂਗਲ ਕੀ ਸੀ? ਜੋ ਸਾਡੇ ਚਾਰ ਚਫੇਰੇ ਹੈ ਉਹਦੇ ਵਿੱਚੋਂ ਰੱਬ ਯਾਦ ਆ ਜਾਵੇ। ਜਿਹਨੇ ਕਿਹਾ ਕਿ ਇਹ ਸਰੀਰ ਮਿੱਟੀ ਦੀ ਢੇਰੀ ਬਣ ਜਾਂਦਾ ਹੈ, ਉਹਦਾ ਐਂਗਲ ਕੀ ਸੀ? ਕਿ ਤੈਨੂੰ ਜਨਮ ਦੀ ਤੇ ਮੌਤ ਦੀ ਵੈਲਿਊ ਸਮਝ ਲੱਗ ਜਾਵੇ, ਜੀਵਨ ਦੀ ਵੈਲਿਊ ਸਮਝ ਲੱਗ ਜਾਵੇ। ਜਿਹਨੇ ਕਿਹਾ ਉਹਦੇ ਗੁਣ ਤੇ ਵਡਿਆਈਆਂ ਬੜੀਆਂ ਕੀਮਤੀ ਨੇ, ਇਹਦਾ ਮਤਲਬ ਮਨ ਦੇ ਅੰਦਰ ਕੀਮਤੀ ਦਾਤ ਵਾਸਤੇ ਤੇਰੇ ਅੰਦਰ ਤੜਫ ਪੈਦਾ ਹੋ ਜਾਵੇ, ਆਹ ਐਂਗਲ ਸੀ। ਤੇ ਕਿਸੇ ਨੇ ਕਿਹਾ ਕਿ ਭਾਈ ਆਪਣੀ ਦੂਰੀ ਮੇਟ ਅੰਦਰੋਂ, ਸੁਭਾਅ ਵਿੱਚੋਂ, ਸੋਚ ਵਿੱਚੋਂ, ਇਹਨੂੰ ਬਦਲ। ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਜ਼ਰਾ ਹਦੂਰ। ਤੇ ਕਿਸੇ ਨੇ ਇਦਾਂ ਐਕਸਪਲੇਨ ਕੀਤਾ ਭਾਈ ਉਹ ਤਾਂ ਹਾਜ਼ਰ ਨਾਜ਼ਰ ਹੈ,
ਹੁਣ ਜਿਹਨੇ ਇਹ ਗੱਲ ਕਹੀ ਕਿ ਹਾਜ਼ਰ ਨਾਜ਼ਰ ਹੈ, ਉਹਦਾ ਫੋਕਸ ਕੀ ਸੀ ਕਿ ਤੂੰ ਆਪਣੇ ਮਹਿਸੂਸ ਕਰਨ ਦਾ ਤਲ ਜਿਹੜਾ ਨਾ ਇਹਨੂੰ ਬਦਲ। ਤੂੰ ਮਹਿਸੂਸ ਨਹੀਂ ਕਰ ਰਿਹਾ, ਜਾਣੀ ਉਹਨੂੰ ਮਹਿਸੂਸ ਕਰਾਉਣ ਵਾਸਤੇ ਇਹ ਵਿਆਖਿਆ ਦੇ ਦਿੱਤੀ, ਉਹਦੇ ਮਨ ਦੀਆਂ ਆਦਤਾਂ ਦੀ ਦੂਰੀ ਦੂਰ ਕਰਨ ਵਾਸਤੇ ਉਹ ਵਿਆਖਿਆ ਦੇ ਦਿੱਤੀ। ਇਸ ਤਰ੍ਹਾਂ ਵੱਖ-ਵੱਖ ਤਰ੍ਹਾਂ ਦੀ ਵਿਆਖਿਆ ਕੀਤੀ ਗਈ। ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਹੁਣ ਇੱਥੇ ਇੱਕ ਗੱਲ ਸਮਝ ਲਿਓ, ਅਸੀਂ ਕਦੀ ਵੀ ਕਿਸੇ ਦੀ ਵਿਆਖਿਆ ਨੂੰ, ਕਿਸੇ ਦੇ ਲੈਕਚਰ ਨੂੰ, ਕਿਸੇ ਦੀ ਬੁੱਕ ਨੂੰ, ਕਿਸੇ ਦੇ ਆਰਟੀਕਲ ਨੂੰ ਆਪਣੇ ਸੁਭਾਅ ਅਨੁਸਾਰ ਕਦੀ ਨਹੀਂ ਪੜ੍ਹੀਦਾ, ਕਦੀ ਨਹੀਂ ਸੁਣੀਦਾ, ਫਿਰ ਨਹੀਂ ਅਸੀਂ ਸਿੱਖ ਸਕਦੇ। ਜਿਹੜਾ ਬੰਦਾ, ਜਿਵੇਂ ਆਪਾਂ ਸਟਾਰਟਿੰਗ ਤੇ ਇੱਕ ਗੱਲ ਕੀਤੀ ਸੀ, ਤੁਹਾਡਾ ਯਾਦ ਹੋਏਗਾ ਕਿ ਜਦੋਂ ਕੋਈ ਗੱਲ ਕਹੀ ਜਾਂਦੀ ਹੈ ਨਾ, ਉਪਦੇਸ਼ ਕਿਹਾ ਜਾਂਦਾ ਹੈ, ਉਹਦਾ ਸਾਹਮਣੇ ਇੱਕ ਤਾਂ ਉਹਦੇ ਕੋਲੇ ਹੋ ਗਿਆ ਡਿਲੀਵਰ ਕਰਨ ਦਾ ਮੈਥਡ, ਤੇ ਦੂਸਰਾ ਤੁਹਾਨੂੰ ਯਾਦ ਹੋਏਗਾ ਆਪਾਂ ਡਿਸਕਸ ਕੀਤਾ ਸੀ ਕਿ ਉਹਦਾ ਇੱਕ ਟਾਰਗੇਟ ਹੁੰਦਾ, ਉਹ ਕਿਸ ਚੀਜ਼ ਨੂੰ ਟਾਰਗੇਟ ਕਰਕੇ ਕਿਹਾ ਜਾਂਦਾ ਹੈ। ਤਾਂ ਹਰ ਵਿਆਖਿਆ ਕਿਸੇ ਨਾ ਕਿਸੇ ਟਾਰਗੇਟ ਨੂੰ ਸੰਬੰਧਿਤ ਹੁੰਦੀ ਸੀ, ਤੇ ਇਸ ਕਰਕੇ ਟਾਰਗੇਟ ਬਹੁਤ ਨੇ ਜ਼ਿੰਦਗੀ ਦੇ, ਤੇ ਕਰੋੜਾਂ ਤਰ੍ਹਾਂ ਦੀਆਂ ਵਿਆਖਿਆਵਾਂ ਹੁੰਦੀਆਂ ਨੇ, ਹੋ ਰਹੀਆਂ ਨੇ, ਤੇ ਹੁੰਦੀਆਂ ਰਹਿਣਗੀਆਂ। ਹੁਣ ਸਾਡਾ ਸਵਾਲ ਸੀ, ਸਾਡਾ ਨੁਕਤਾ ਸੀ, ਜੇ ਇੰਨੇ ਤਰ੍ਹਾਂ ਦਾ ਅੱਜ ਪ੍ਰਚਾਰ ਦੀ ਕੋਈ ਘਾਟ ਨਹੀਂ, ਇਹ ਵੀ ਅੰਡਰ ਐਸਟੀਮੇਟ ਨਾ ਕਰਿਓ ਪ੍ਰਚਾਰ ਨੂੰ ਕਿ ਪ੍ਰਚਾਰ ਦਾ ਟਾਰਗੇਟ ਸਹੀ ਨਹੀਂ, ਦਿਸ਼ਾ ਸਹੀ ਨਹੀਂ। ਦਿਸ਼ਾ ਵੀ ਸਹੀ ਹੈ, ਐਸਾ ਨਹੀਂ ਹੈ। ਬਹੁਤ ਪ੍ਰਚਾਰ ਐਸਾ ਹੈ ਜਿਹੜਾ ਲੋਕਾਂ ਦੇ ਅੰਦਰੋਂ ਕਰਮ ਕਾਂਡ ਕੱਢਣਾ ਚਾਹੁੰਦਾ ਹੈ। ਬਹੁਤ ਪਿਆਰਿਆਂ ਦੇ ਪ੍ਰਚਾਰ ਦੀ ਸ਼ੈਲੀ ਇਸ ਤਰ੍ਹਾਂ ਦੀ ਹੈ, ਉਹ ਲੋਕਾਂ ਦੇ ਅੰਦਰੋਂ ਵਹਿਮ ਭਰਮ ਕੱਢਣਾ ਚਾਹੁੰਦੇ ਨੇ। ਬਹੁਤ ਪ੍ਰਚਾਰ ਦੀ ਦਿਸ਼ਾ ਐਸੀ ਹੈ ਕਿ ਉਹ ਲੋਕਾਂ ਦੇ ਅੰਦਰ ਰੱਬ ਦਾ ਭੈ, ਰੱਬ ਦਾ ਪਿਆਰ ਜਗਾਉਣਾ ਚਾਹੁੰਦੇ ਨੇ। ਟਾਰਗੇਟ ਵਿੱਚ ਕੋਈ ਘਾਟ ਨਹੀਂ, ਡਿਲੀਵਰ ਕਰਨ ਦੇ ਮੈਥਡ ਵਿੱਚ ਕੋਈ ਘਾਟ ਨਹੀਂ। ਘਾਟ ਪਤਾ ਕਿੱਥੇ ਹੈ? ਜਿਹੜਾ ਆਪਣਾ ਸਵਾਲ ਹੈ ਵੀ ਸਾਰਥਕ ਨਤੀਜੇ ਕਿਉਂ ਨਹੀਂ ਆ ਰਹੇ, ਘਾਟ ਇਹ ਹੈ, ਇੱਕ ਤਾਂ ਮਨੁੱਖ ਦੇ ਅੰਦਰ ਘਾਟ ਹੈ, ਤੇ ਇੱਕ ਕਈ ਵਾਰੀ ਅਸੀਂ ਉਹ ਜਿਹੜੀ ਘਾਟ ਹੈ ਨਾ, ਉਸ ਘਾਟ ਨੂੰ ਹੋਰ ਵਧਾ ਰਹੇ ਹਾਂ। ਉਹ ਘਾਟ ਹੈ ਮਨ ਮੰਗਣਾ ਚਾਹੁੰਦਾ ਏ, ਸਿੱਖਣਾ ਨਹੀਂ ਚਾਹੁੰਦਾ। ਪ੍ਰੋਬਲਮ ਉੱਥੇ ਇਹ ਦੱਸੀ ਗਈ, ਆਖਾਂ ਹੈ ਮੰਗਾਂ ਹੈ ਦੇ ਦੇ ਦਾਤ ਕਰੇ ਦਾਤਾਰ। ਰੱਬ ਦੇ ਨਿਜ਼ਮ ਦੀ ਸਮਝ ਨਹੀਂ, ਉਹ ਤਾਂ ਸਭ ਕੁਝ ਦੇਈ ਜਾ ਰਿਹਾ। ਵਾਹਿਗੁਰੂ ਪਿਤਾ ਜੀ ਤਾਂ, ਗੁਰਬਾਣੀ ਦੀ ਇੱਕ ਪੰਕਤੀ ਹੈ, ਮੰਮਾ ਮੰਗਣ ਹਾਰ ਇਆਨਾ, ਦੇਵਨ ਹਾਰ ਦੇ ਰਹੇ ਹੋ ਸੁਜਾਨਾ। ਉਹ ਤੇ ਬੜੇ ਸੁਗੜ ਸੁਜਾਨ ਨੇ। ਔਰ ਵਾਹਿਗੁਰੂ ਪਿਤਾ ਜੀ ਨੂੰ ਤਾਂ ਇਹ ਵੀ ਪਤਾ ਹੈ ਕਿ ਅਸੀਂ ਜਿਹੜੀਆਂ ਚੀਜ਼ਾਂ ਚਾਹੁੰਦੇ ਆ ਨਾ ਸਾਨੂੰ ਮਿਲ ਜਾਣ, ਤੇ ਵਾਹਿਗੁਰੂ ਜੀ ਨੂੰ ਪਤਾ ਹੈ ਇਹਨਾਂ ਦੀ ਝੋਲੀ ਹਾਲੇ ਉੱਡੀ ਨਹੀਂ ਹੈ, ਉਹਨੇ ਨਹੀਂ ਦੇਣੀਆਂ। ਉਹਨੇ ਪਹਿਲਾਂ ਧਰਤੀ ਸਾਧਕ ਹੈ, ਉਹਨਾਂ ਪਹਿਲਾਂ ਸਾਡੀ ਹਿਰਦੇ ਦੀ ਝੋਲੀ ਬਣੇਗੀ ਤਾਂ ਦਾਤਾਂ ਪੈਣਗੀਆਂ। ਪਰ ਮਨ ਅਣਜਾਣ ਹੈ। ਜੇ ਕੋਈ ਅਣਜਾਣ ਵਿਅਕਤੀ ਪੈਟਰੋਲ ਪੰਪ ਤੇ ਜਾ ਕੇ ਕਹਿੰਦਾ ਮੈਨੂੰ ਤੇਲ ਦੇ ਦਿਓ, ਉਹ ਕਹਿੰਦਾ ਤੇਲ ਕਾਹਦੇ ਚ ਪਵਾਉਣਾ, ਤੇ ਉਹ ਆਪਣੀ ਕਮੀਜ਼ ਦੀ ਝੋਲੀ ਕਰਕੇ ਕਹਿੰਦਾ ਮੇਰੀ ਝੋਲੀ ਚ ਪਾ ਦਿਓ, ਉਹ ਨਹੀਂ ਪਾਏਗਾ ਤੇਲ ਵਾਲਾ। ਉਹ ਕਹੇਗਾ ਤੂੰ ਇਸ ਤੇਲ ਦੀ ਬੇਕਦਰੀ ਕਰੇਗਾ, ਇਹ ਤੇਲ ਤਾਂ ਤੇਰੀ ਝੋਲੀ ਚੋਂ ਡੁੱਲ ਜਾਏਗਾ, ਇਹ ਤਾਂ ਐਵੇਂ ਅਜਾਈ ਚਲਿਆ ਜਾਏਗਾ। ਤਾਂ ਸਿਆਣਾ ਬੰਦਾ ਉਸ ਵਿੱਚ ਨਹੀਂ ਪਾਏਗਾ। ਪਰ ਜਿਹੜਾ ਬੰਦਾ ਪੈਸੇ ਦਾ ਲੋਭੀ ਹੈ, ਉਹ ਕਹਿੰਦਾ ਮੈਨੂੰ ਕੀ ਡੁੱਲ ਜਾਵੇ, ਮੈਨੂੰ ਤਾਂ ਪੈਸੇ ਤਾਂ ਹੀ ਹੈ, ਉਹ ਪਾ ਦੇਗਾ। ਇਸ ਲਈ ਮਨੁੱਖ ਦਾ ਮਨ ਅਣਜਾਣ ਹੈ, ਮੰਗਾਂ ਮੰਗਣ ਤੇ ਖੜਾ ਹੈ। ਇਹਨੇ ਰੱਬ ਦੇ ਸੁਭਾਅ ਨੂੰ ਨਹੀਂ ਜਾਣਿਆ। ਜਦੋਂ ਅਸੀਂ ਗੁਰਬਾਣੀ ਚੋਂ ਨਿਰੰਕਾਰ ਪਿਤਾ ਜੀ ਦੇ ਸੁਭਾਅ ਨੂੰ ਸਮਝਦੇ ਹਾਂ, ਤੇ ਸਾਨੂੰ ਇਹ ਵੀ ਦੱਸਿਆ ਗਿਆ, ਅਣ ਮੰਗਿਆ ਦਾਨ ਦੇਵਦਾ, ਉਹ ਤਾਂ ਬਿਨਾਂ ਮੰਗਿਆਂ ਦੇਈ ਜਾ ਰਿਹਾ। ਹੁਣ ਇੱਥੇ ਇੱਕ ਗੱਲ ਵਿਚਾਰ ਕੇ ਦੇਖਿਓ ਤਾਂ ਤੁਹਾਨੂੰ ਗੁਰਮਤ ਦਾ ਤੇ ਦੂਸਰੇ ਧਰਮਾਂ ਦਾ ਫਰਕ ਪਤਾ ਲੱਗ ਜਾਏਗਾ। ਉਸ ਵੇਲੇ ਗੁਰੂ ਸਾਹਿਬਾਨਾਂ ਦੇ ਭਗਤਾਂ ਦੇ ਚਾਰ ਚਫੇਰੇ ਜਿਹੜੇ ਧਰਮ ਸਨ, ਇੱਕ ਤਾਂ ਉਸ ਵੇਲੇ ਧਰਮ ਸੀ ਜੈਨੀ ਮਤ, ਜੈਨ ਮਤ ਸੀ। ਫਿਰ ਉਸ ਵੇਲੇ ਹਿੰਦੂਇਜ਼ਮ ਸੀ, ਜਿਹਦੇ ਵਿੱਚ ਸੰਨਿਆਸੀ ਸਨ, ਜਿਹਦੇ 'ਚ ਜੋਗੀ ਸਨ, ਤੇ ਜਿਹਦੇ 'ਚ ਬ੍ਰਾਹਮਣ ਸੀ। ਇੱਕ ਉਸ ਵੇਲੇ ਦਾ ਕਾਜੀ ਸੀ। ਹੁਣ ਉਹ ਜਿਹੜੇ ਧਰਮ ਸਿਖਾਉਂਦੇ ਸਨ, ਉਹ ਧਰਮ ਮਨੁੱਖ ਦੀਆਂ ਮੰਗਾਂ ਨੂੰ, ਜੋ ਮਨੁੱਖ ਮੰਗਣਾ ਚਾਹੁੰਦਾ ਹੈ, ਉਹਦੀਆਂ ਮੰਗਾਂ ਦੀ ਰਸ ਦੀ ਖੁਰਾਕ ਦੇਣ ਵਾਸਤੇ ਵਿਚਕਾਰ ਵਿਚੋਲੇ ਬਣ ਜਾਂਦੇ ਸੀ। ਤੁਸੀਂ ਜੋ ਮੰਗਣਾ ਚਾਹੁੰਦੇ ਹੋ ਮੈਂ ਤੁਹਾਨੂੰ ਮੰਗ ਕੇ ਦਿੰਨਾ। ਤੇ ਗੁਰੂ ਨਾਨਕ ਪਾਤਸ਼ਾਹ ਨੇ ਆਸਾ ਰਾਗ ਦੀ ਵਾਰ ਨੂੰ ਪੜ੍ਹਿਓ, ਉੱਥੇ ਬੜੇ ਖੰਡਨ ਕੀਤੇ ਗਏ ਨੇ। ਹੁਣ
ਉਹ ਵਿਚੋਲੇ ਦਾ ਆਪਣਾ ਇੱਕ ਧੰਦਾ ਚੱਲ ਰਿਹਾ ਸੀ। ਕਿਸੇ ਦੀ ਮੰਗ ਪੂਰੀ ਹੋਵੇ ਨਾ ਹੋਵੇ ਉਹਦੀ ਤਾਂ ਪਹਿਲਾਂ ਹੋ ਜਾਂਦੀ ਸੀ, ਕਿਉਂਕਿ ਸਿਸਟਮ ਹੀ ਇਸ ਤਰ੍ਹਾਂ ਦਾ ਬਣਾ ਦਿੱਤਾ ਗਿਆ ਸੀ। ਮੰਗਣ ਤੋਂ ਪਹਿਲਾਂ ਉਹਨੂੰ ਭੇਟਾ ਮਿਲ ਜਾਂਦੀ ਸੀ। ਹੁਣ ਮੰਗਾਂ ਮੰਗਣ ਵਾਲੇ ਦੇ ਅੰਦਰ ਮੰਗਾਂ ਕਰਕੇ ਤਾਂ ਉਹ ਗੁਰੂ ਦੀ ਗੱਲ ਨਹੀਂ ਮੰਨ ਰਿਹਾ, ਮੰਗਾਂ ਕਰਕੇ ਤਾਂ ਰੱਬ ਦੀ ਗੱਲ ਨਹੀਂ ਮੰਨ ਰਿਹਾ, ਤੇ ਉਹਨੂੰ ਖੁਰਾਕ ਵੀ ਉਹੀ ਦਿੱਤੀ ਗਈ। ਜਿਸ ਕਰਕੇ ਅੱਜ ਹਿੰਦੂਇਜ਼ਮ ਦੇ ਵਿੱਚ ਹਿੰਦੂ ਵੀਰਾਂ ਦਾ ਇੱਕ ਬਹੁਤ ਵੱਡਾ ਦੁਖਾਂਤ ਹੈ। ਉਹਨਾਂ ਕੋਲੇ ਸ਼ਾਇਦ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਤਕਰੀਬਨ ਪੰਜਾਬ ਦੇ ਵਿੱਚ ਜਿਹੜੇ ਵੇਦਾਂ ਦਾ ਪਾਠ ਕਰ ਸਕਦੇ ਨੇ, ਵੇਦਾਂ ਦੀ ਵਿਆਖਿਆ ਕਰ ਸਕਦੇ ਨੇ, ਮੈਨੂੰ ਲੱਗਦੀ ਹੈ ਪੰਜਾਬ ਦੇ ਵਿੱਚ ਗਿਣਤੀ ਦੇ ਲੋਕ ਹੀ ਹੋਣਗੇ। ਉਹ ਵਿਚਾਰੇ ਇਸ ਗੱਲ ਤੋਂ ਪਛੜ ਗਏ, ਬਹੁਤ ਪਛੜ ਗਏ। ਜੇ ਉਹਨਾਂ ਦੀ ਆਪਾਂ ਹਿੰਦੂ ਵੀਰਾਂ ਦੇ ਘਰਾਂ ਵਿੱਚ ਦੇਖੀਏ, ਕਿੰਨੇ ਕੁ ਬੱਚੇ ਹੋਣਗੇ ਉਹਨਾਂ ਦੇ ਜਿਹੜੇ ਵੇਦਾਂ ਦਾ ਪਾਠ ਕਰ ਸਕਦੇ ਹੋਣਗੇ। ਮੇਰਾ ਖਿਆਲ ਹੈ ਕੋਈ ਦੀਵਾ ਲੈ ਕੇ ਲੱਭਣ ਵਾਲੀ ਖੇਡ ਹੈ, ਕੋਈ ਵਿਰਲਾ ਭਾਵੇਂ ਹੋਵੇ। ਜੇ ਅਸੀਂ ਜਿਸ ਤਰੀਕੇ ਨਾਲ ਅੱਜ ਅਵੇਸਲੇ ਹੋ ਰਹੇ ਹਾਂ, ਕਿਸੇ ਹੱਦ ਤੱਕ ਅਸੀਂ ਵੀ ਇੰਨੇ ਕਾਮਯਾਬ ਨਹੀਂ ਹੋਏ। ਅੱਜ ਕਿੰਨੇ ਬੱਚੇ ਹੋਣਗੇ ਜਿਨ੍ਹਾਂ ਨੂੰ ਪਾਠ ਕਰਨਾ ਨਹੀਂ ਆ ਰਿਹਾ। ਅੱਜ ਕਿੰਨੇ ਵਿਅਕਤੀ ਹੋਣਗੇ ਗੁਰੂ ਕੇ ਗੁਰਸਿੱਖ ਜਿਨ੍ਹਾਂ ਨੇ ਕਦੀ ਵੀ ਆਪ ਹੁਕਮਨਾਮਾ ਨਹੀਂ ਲਿਆ, ਤੇ ਕਈ ਵਾਰੀ ਅਣਹੋਇਆ ਡਰ ਵੀ ਪਾ ਕੇ ਰੱਖ ਦਿੱਤਾ ਗਿਆ, ਤੂੰ ਇਦਾਂ ਨਾ ਕਰਦੀ, ਇਦਾਂ ਨਾ ਕਰਦੀ। ਉਹ ਵਿਚਾਰਾ ਡਰਦਾ ਡਰਦਾ ਅੱਗੇ ਨਹੀਂ ਆ ਰਿਹਾ। ਪਰ ਗੁਰਮਤ ਜਿਹੜੀ ਸੀ, ਗੁਰਮਤ ਮੰਗਾਂ ਤੋਂ ਬਹੁਤ ਉੱਪਰ ਸੀ। ਇੱਕ ਬੜਾ ਕਮਾਲ ਦਾ ਸੀਨ ਹੈ, ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਉਦਾਸੀਆਂ ਤੋਂ ਵਾਪਸ ਆਉਂਦੇ ਨੇ। ਕੁਦਰਤੀ ਹੈ ਭੈਣ ਭਰਾ, ਦੇਖੋ ਜਿਹੜੀਆਂ ਉਦਾਸੀਆਂ ਸੀ ਨਾ, ਜਿਹਨੂੰ ਆਪਾਂ ਮਿਸ਼ਨਰੀ ਟ੍ਰਿਪ ਕਹਿ ਸਕਦੇ ਹਾਂ, ਪ੍ਰਚਾਰ ਕਰਨ ਜਾਂਦੇ ਸੀ ਸਤਿਗੁਰੂ ਜੀ, ਤਾਂ 6-6 7-7 ਸਾਲਾਂ ਬਾਅਦ ਵਾਪਸ ਆਉਂਦੇ ਸਨ। ਉਸ ਵੇਲੇ ਕੋਈ ਕਮਿਊਨੀਕੇਸ਼ਨ ਦਾ ਸਾਧਨ ਨਹੀਂ ਸੀ, ਨਾ ਕੋਈ ਫੋਨ, ਨਾ ਕੋਈ ਹੋਰ ਸਾਧਨ। ਤੇ ਉਸ ਵੇਲੇ ਬੇਬੇ ਨਾਨਕੀ ਤਾਂ ਨਿੱਤ ਉਡੀਕਦੀ ਹੁੰਦੀ ਸੀ ਕਦੋਂ ਮੇਰਾ ਵੀਰ ਆਵੇ। ਹੁਣ ਸੋਚ ਕੇ ਦੇਖੋ, 7-8 ਸਾਲਾਂ ਬਾਅਦ ਬੇਬੇ ਨਾਨਕੀ ਨੂੰ ਵੀਰ ਦੇ ਦੀਦਾਰ ਹੁੰਦੇ ਨੇ, ਤੇ ਬੜੇ ਚਾਵਾਂ ਦੇ ਨਾਲ ਵੀਰ ਵਾਸਤੇ ਪ੍ਰਸ਼ਾਦਾ ਤਿਆਰ ਕਰਦੀ ਹੈ। ਤੇ ਨੇਚਰਲੀ ਹੈ, ਪਹਿਲਾ ਸਵਾਲ ਪਤਾ ਕੀ ਹੁੰਦੀ ਹੈ, ਵੀਰਾ ਬੜੀ ਦੂਰ ਦੂਰ ਤੱਕ ਦੁਨੀਆ ਘੁੰਮ ਕੇ ਆਇਆ, ਕੁਝ ਲੋਕਾਂ ਦੀ ਗੱਲ ਸੁਣਾ। ਕਿਉਂਕਿ ਕੁੜੀਆਂ ਵਿਚਾਰੀਆਂ, ਉਹਨਾਂ ਦਾ ਜ਼ਿੰਦਗੀ ਦਾ ਦਾਇਰਾ ਛੋਟਾ ਰਹਿ ਜਾਂਦਾ ਹੈ, ਭਰਾਵਾਂ ਦਾ ਦਾਇਰਾ ਕਿਸੇ ਹੱਦ ਤੱਕ ਵੱਡਾ ਹੁੰਦਾ ਹੈ। ਤੇ ਉਹ ਹਮੇਸ਼ਾ ਆਪਣੇ ਵੀਰਾਂ ਨੂੰ ਪੁੱਛਦੀਆਂ ਨੇ, ਵੀਰਾ ਤੂੰ ਤਾਂ ਬੜੀ ਦੂਰ ਦੂਰ ਤੱਕ ਘੁੰਮਿਆ, ਲੋਕਾਂ ਦੀ ਗੱਲ ਸੁਣਾ। ਸਤਿਗੁਰੂ ਇੱਕ ਦਿਨ ਮੁਸਕਰਾ ਕੇ ਕਹਿਣ ਲੱਗੇ, ਨਾਨਕੀ ਕੀ ਦੱਸਾਂ, ਮੈਂ ਤੇ ਲੋਕਾਂ ਦੇ ਸੁਭਾਅ ਬਦਲਣੇ ਚਾਹੁੰਦਾ, ਲੋਕਾਂ ਦੀ ਸੋਚ ਬਦਲਣੀ ਚਾਹੁੰਦਾ, ਪਰ ਲੋਕ ਇੰਨੇ ਦੁਖੀ ਨੇ, ਉਹ ਦੁਖੀ ਹੋ ਕੇ ਕੋਈ ਕੁਛ ਮੰਗਦਾ, ਕੋਈ ਕੁਛ ਮੰਗਦਾ। ਤੇ ਸਤਿਗੁਰੂ ਮੁਸਕਰਾ ਕੇ ਕਹਿਣ ਲੱਗੇ, ਨਾਨਕੀ ਤੂੰ ਨਹੀਂ ਕਦੀ ਮੰਗਿਆ। ਤਾਂ ਬੇਬੇ ਨਾਨਕੀ ਦਾ ਜਵਾਬ ਸੀ, ਵੀਰ ਜਿਹਨੂੰ ਨਾਨਕ ਜੀ ਮਿਲ ਜਾਣ ਉਹਨੂੰ ਮੰਗਣ ਦੀ ਕੀ ਲੋੜ ਹੈ। ਬਸ ਜੇ ਸਿੱਖੀ ਨੂੰ ਜਿਉਣਾ ਤਾਂ ਇੱਥੋਂ ਸ਼ੁਰੂਆਤ ਹੋਏਗੀ। ਮੈਂ ਆਪਣੇ ਗੁਰੂ ਪਿਤਾ ਤੋਂ, ਵਾਹਿਗੁਰੂ ਪਿਤਾ ਜੀ ਤੋਂ ਕਿਉਂ ਮੰਗਾਂ? ਕਿਉਂਕਿ ਮੈਨੂੰ ਪਤਾ ਹੈ, ਮੇਰੇ ਪਿਤਾ ਜੀ ਨੂੰ ਪਤਾ ਹੈ ਮੈਨੂੰ ਕੀ ਦੇਣਾ ਹੈ। ਦੂਸਰਾ, ਜਿਸ ਦਿਨ ਇਹ ਵਿਸ਼ਵਾਸ ਵੱਜ ਗਿਆ ਨਾ, ਗੁਰੂ ਕੇ ਗੁਰਸਿੱਖ ਦੇ ਅੰਦਰ ਸ਼ੁਕਰਾਨਾ ਤਾਂ ਤਦ ਵੱਜੇਗਾ ਜਦੋਂ ਇਹ ਖਿਆਲ ਆ ਜਾਵੇ ਨਾ, ਸੱਚਮੁੱਚ ਹੀ ਮੇਰੇ ਵਾਹਿਗੁਰੂ ਪਿਤਾ ਜੀ ਨੇ ਜਿੰਨਾ ਮੈਨੂੰ ਦਿੱਤਾ ਹੈ ਨਾ, ਮੈਂ ਉਤਨੇ ਜੋਗਾ ਨਹੀਂ ਸੀ। ਵਾਹਿਗੁਰੂ ਜੀ ਤੁਹਾਡਾ ਬੇਅੰਤ ਬੇਅੰਤ ਸ਼ੁਕਰ ਹੈ। ਜਿਸ ਦੇ ਹਿਰਦੇ ਵਿੱਚ ਆਹ ਗੱਲ ਵਸ ਗਈ ਨਾ, ਜੇ ਆਪਾਂ ਦੇਖੀਏ ਨਾ, ਸਾਡੇ ਦਾਦੇ ਪੜਦਾਦਿਆਂ ਦਾ ਜੀਵਨ, ਸਾਡੇ ਮਾਤਾ ਪਿਤਾ ਦਾ ਜੀਵਨ, ਤੁਹਾਡੇ ਅੰਦਰੋਂ ਭੁੱਬਾਂ ਨਿਕਲਣਗੀਆਂ, ਸਾਡੇ ਸਾਰਿਆਂ ਦੇ ਅੰਦਰੋਂ। ਮਾਂ ਵਿਚਾਰੀ ਕੋਠੇ ਲਿਪ ਲਿਪ ਕੇ ਥੱਕ ਗਈ, ਟੁੱਟ ਗਈ, ਕੰਧਾਂ ਲਿਪ ਲਿਪ ਕੇ ਟੁੱਟ ਗਈ। ਸਾਡੇ ਚੋਂ ਬਹੁਤ ਐਸੇ ਹੋਣਗੇ, ਮੇਰੇ ਸਮੇਤ, ਜਿਹੜੇ ਸੋਚਦੇ ਨੇ, ਕਾਸ਼ ਕਦੀ ਅੱਜ ਮਾਂ ਹੁੰਦੀ, ਮੈਂ ਆਪਣੀ ਮਾਂ ਨੂੰ ਕੈਨੇਡਾ ਦਿਖਾ ਦਿੰਦਾ। ਜਿਸ ਬੰਦੇ ਨੂੰ, ਪਲੀਜ਼ ਆਪਣੇ ਕੈਮਰੇ, ਆਪਣੇ ਮਾਈਕ ਨਹੀਂ ਕਿਸੇ ਨੇ ਆਨ ਕਰਨਾ ਜੀ। ਤੁਹਾਡੀਆਂ ਆਵਾਜ਼ਾਂ ਆਸੇ ਪਾਸੋਂ ਆ ਰਹੀਆਂ ਨੇ, ਸੁਖੀ ਕਰਕੇ ਇੱਕ, ਹਾਂਜੀ ਓਕੇ ਜੀ, ਮਾਈਕ ਨਹੀਂ ਆਨ ਕਰਨਾ ਕਿਸੇ ਨੇ ਵੀ। ਹਾਂਜੀ, ਜਿੰਨਾ ਚਿਰ ਗੱਲ ਚੱਲਦੀ ਹੋਵੇ ਉਹਨਾਂ ਚਿਰ ਮਾਈਕ ਸਾਰਿਆਂ ਨੇ ਬੰਦ ਰੱਖਣਾ ਜੀ। ਹਾਂਜੀ, ਸੌਰੀ ਜੀ। ਓਕੇ, ਜਿਹਦੇ ਅੰਦਰ ਆਪਣਾ ਪਿਛੋਕੜ ਯਾਦ ਰਹਿ ਗਿਆ,
ਜਿਹਨੂੰ ਇੱਕ ਸ਼ਬਦ ਵਰਤਿਆ ਜਾਂਦਾ ਹੈ ਕਿ ਬੰਦਾ ਜਿੰਨੀ ਮਰਜ਼ੀ ਤਰੱਕੀ ਕਰ ਲਵੇ, ਜਿੱਥੋਂ ਤੱਕ ਮਰਜ਼ੀ ਤਰੱਕੀਆਂ ਨੂੰ ਛੂਹ ਲਵੇ, ਆਪਣੀ ਔਕਾਤ ਕਦੀ ਨਹੀਂ ਭੁੱਲਣੀ ਚਾਹੀਦੀ। ਜਿਹਨੇ ਜ਼ਿੰਦਗੀ ਵਿੱਚ ਕਦੀ ਗਰੀਬੀ ਹੰਢਾਈ ਹੈ, ਉਹਨੂੰ ਗਰੀਬੀ ਨਹੀਂ ਭੁੱਲਣੀ ਚਾਹੀਦੀ। ਜਿਹਨੇ ਕਦੀ ਦੁੱਖਾਂ ਦੇ ਹਾਲਾਤ ਹੰਢਾਏ ਨੇ, ਉਹਨੂੰ ਕਦੀ ਉਹ ਔਖੇ ਹਾਲਾਤ ਨਹੀਂ ਭੁੱਲਣੇ ਚਾਹੀਦੇ। ਤੇ ਜਿਹੜਾ ਆਪਣੇ ਔਖੇ ਹਾਲਾਤਾਂ ਨੂੰ, ਆਪਣੀ ਗਰੀਬੀ ਨੂੰ ਯਾਦ ਕਰਦਾ ਹੈ ਨਾ, ਸੱਚ ਜਾਣਿਓ ਉਹਦੇ ਅੰਦਰ ਇੱਕ ਭਾਵਨਾ ਬਣਦੀ ਹੈ, ਸੱਚੀ ਮੈਂ ਉਹਨੇ ਜੋਗਾ ਨਹੀਂ ਸੀ ਜਿੰਨਾ ਮੇਰੇ ਵਾਹਿਗੁਰੂ ਜੀ ਨੇ ਦਿੱਤਾ ਹੈ। ਤੇ ਜੇ ਅਸੀਂ ਵਾਹਿਗੁਰੂ ਜੀ ਦੇ ਪੁੱਤਰ ਹਾਂ, ਵਾਹਿਗੁਰੂ ਜੀ ਦੀਆਂ ਧੀਆਂ ਹਾਂ, ਤੇ ਜੇ ਸਾਨੂੰ ਇਹ ਵਿਸ਼ਵਾਸ ਹੈ ਕਿ ਵਾਹਿਗੁਰੂ ਜੀ ਨੇ ਸਾਨੂੰ ਇੰਨਾ ਦਿੱਤਾ, ਅਸੀਂ ਉਹਨੇ ਜੋਗੇ ਨਹੀਂ ਸੀ, ਫਿਰ ਮੰਗਣ ਦੀਆਂ ਕਿਹੜੀਆਂ ਗੱਲਾਂ ਨੇ? ਇਹ ਤਾਂ ਫਿਰ ਸਿੱਖਣ ਦੀਆਂ ਗੱਲਾਂ ਨੇ। ਇਸ ਲਈ ਸਭ ਤੋਂ ਵੱਡਾ ਜੋ ਡਰਾਬੈਕ ਹੈ, ਜੇ ਅਸੀਂ ਮੰਗਾਂ ਤੇ ਹੀ ਖੜਾ ਕੇ ਰੱਖਾਂਗੇ। ਸਾਡੇ ਸਾਹਮਣੇ ਇੱਕ ਬੜੀ ਕਮਾਲ ਦੀ ਸਿੱਖਿਆ ਹੈ। ਬਾਬਾ ਫਰੀਦ ਜੀ ਦੀ ਮਾਤਾ ਆਪਣੇ ਪੁੱਤਰ ਨੂੰ ਕਹਿੰਦੀ ਹੈ, ਪੁੱਤਰ ਤੂੰ ਰੱਬ ਦੀ ਬੰਦਗੀ ਕਰਿਆ ਕਰ, ਰੱਬ ਤੈਨੂੰ ਸ਼ੱਕਰ ਦੇਵੇਗਾ। ਪਰ ਸ਼ੱਕਰ ਇੱਕ ਸਾਧਨ ਸੀ। ਸਾਰੀ ਜ਼ਿੰਦਗੀ ਜੇ ਸ਼ੱਕਰ ਤੇ ਖੜੇ ਰਹਿੰਦੇ ਨਾ, ਖੁਦਾ ਤੱਕ ਨਹੀਂ ਸੀ ਪਹੁੰਚ ਸਕਦੇ। ਕਹਿੰਦੇ ਨੇ ਕਿ ਮਾਂ ਕੀ ਕਰਿਆ ਕਰੇ ਕਿ ਜਦੋਂ ਸ਼ੱਕਰ ਕਿਹਾ ਨਾ, ਰੱਬ ਸ਼ੱਕਰ ਦੇਗਾ, ਖੁਦਾ ਤੈਨੂੰ ਸ਼ੱਕਰ ਦੇਗਾ, ਕਹਿੰਦੇ ਬਾਬਾ ਫਰੀਦ ਜੀ ਬਚਪਨ ਵਿੱਚ ਸੀ ਤੇ ਮਸੱਲਾ ਵਿਛਾ ਕੇ ਬੰਦਗੀ ਕਰਿਆ ਕਰਨ। ਜਦੋਂ ਬੰਦਗੀ ਕਰਨ ਲੱਗੇ ਨਾ ਪਹਿਲੇ ਦਿਨ, ਮਾਂ ਨੇ ਸੋਚਿਆ ਆਹ ਕੀ ਮੈਂ ਕਹਿ ਬੈਠੀ, ਮੈਂ ਤਾਂ ਇਹਨੂੰ ਚਾਉ ਜਗਾਉਣ ਵਾਸਤੇ ਕਿਹਾ ਵੀ ਸ਼ੱਕਰ ਦੇਵੇ, ਸ਼ੱਕਰ ਦਾ ਛੰਨਾ ਦੇਵੇਗਾ, ਹੁਣ ਕੀ ਕਰਾਂ? ਕਹਿੰਦੇ ਖੁਦਾ ਦੇ ਅੱਗੇ ਅਰਦਾਸ ਕਰਦੀ ਹੈ ਕਿ ਮੈਨੂੰ ਕੋਈ ਥਾਟ ਬਖਸ਼ੋ, ਮੈਨੂੰ ਕੋਈ ਸੋਚ ਬਖਸ਼ੋ, ਹੁਣ ਮੈਂ ਕੀ ਕਰਾਂ? ਮੈਂ ਤਾਂ ਕਹਿ ਬੈਠੀ, ਐ ਖੁਦਾ ਮੈਂ ਤਾਂ ਤੇਰੇ ਨਾਲ ਜੋੜਨ ਵਾਸਤੇ ਕਿਹਾ ਸੀ, ਮੈਨੂੰ ਕੋਈ ਸੋਚ ਬਖਸ਼ੋ। ਅੰਦਰੋਂ ਸੋਚ ਆਈ, ਤੂੰ ਇਦਾਂ ਕਰਿਆ ਕਰ, ਜੇ ਇਹ ਬੰਦਗੀ ਵਿੱਚ ਬੈਠੇ ਨਾ, ਤੂੰ ਹੌਲੀ ਕੁ ਦਿਨ ਸ਼ੱਕਰ ਦਾ ਛੰਨਾ ਰੱਖ ਦਿਆ ਕਰ ਹੇਠਾਂ। ਬੱਚਾ ਸੀ, ਸ਼ੱਕਰ ਜਦੋਂ ਮਸੱਲਾ ਚੱਕਿਆ, ਸ਼ੱਕਰ ਦਾ ਛੰਨਾ ਮਿਲਿਆ। ਇੱਕ ਦਿਨ ਕਹਿੰਦੇ ਨੇ ਮਾਂ ਪਾਣੀ ਭਰਨ ਗਈ ਹੈ ਤੇ ਲੇਟ ਹੋ ਗਈ। ਮਨ ਵਿੱਚ ਖਿਆਲ ਆਇਆ ਕਿ ਉਹ ਮੈਂ ਤਾਂ ਧਿਆਨ ਹੀ ਨਹੀਂ ਕੀਤਾ, ਪੁੱਤਰ ਫਰੀਦ ਨਿੱਤ ਬੈਠਦੇ ਹੋਣਗੇ, ਅੱਜ ਮਸੱਲਾ ਚੱਕਣਗੇ, ਛੰਨਾ ਨਹੀਂ ਮਿਲੇਗਾ, ਕਿਉਂਕਿ ਇਹ ਤਾਂ ਦਿਮਾਗ ਦੀ ਖੇਡ ਸੀ ਨਾ ਵੀ ਛੰਨਾ ਨਹੀਂ ਮਿਲੇਗਾ, ਅੱਜ ਕੀ ਬਣੇਗਾ? ਕਹਿੰਦੇ ਨੇ ਅੱਜ ਬੜੀ ਭੱਜੀ ਆਈ ਵੀ ਮੈਂ ਪਹਿਲਾਂ ਪਹਿਲਾਂ ਪਹੁੰਚ ਜਾਵਾਂ, ਪਰ ਫਿਰ ਵੀ ਲੇਟ ਹੋ ਗਈ। ਕਹਿੰਦੇ ਨੇ ਅੱਜ ਭਗਤ ਫਰੀਦ ਜੀ ਨੂੰ, ਬਾਬਾ ਫਰੀਦ ਜੀ ਨੂੰ ਇੰਨਾ ਆਨੰਦ ਆਇਆ, ਇੰਨਾ ਆਨੰਦ ਆਇਆ, ਅੱਜ ਧਿਆਨ ਹੀ ਨਹੀਂ ਰਿਹਾ, ਮਸੱਲਾ ਚੁੱਕਿਆ, ਆਪਣੇ ਕੰਮ ਲੱਗ ਗਏ, ਉਧਰ ਧਿਆਨ ਹੀ ਨਾ ਰਿਹਾ। ਇਹਦਾ ਮਤਲਬ ਮੰਗ ਤੋਂ ਉੱਪਰ ਮਨ ਉੱਠ ਖੜਾ, ਦੁਨਿਆਵੀ ਰਸ ਤੋਂ ਉੱਪਰ ਉੱਠ ਖੜਾ। ਤੇ ਮਾਂ ਕਹਿਣ ਲੱਗੀ, ਪੁੱਤ ਅੱਜ ਨਾ ਖੁਦਾ ਅੱਗੇ ਤਾਂ ਸ਼ੱਕਰ ਦਾ ਛੰਨਾ ਤੇਰੇ ਮਸੱਲੇ ਹੇਠਾਂ ਰੱਖਦਾ ਸੀ, ਤੇ ਅੱਜ ਨਾ ਖੁਦਾ ਮੈਨੂੰ ਸ਼ੱਕਰ ਦੀ ਪ੍ਰਾਂਤ ਭਰ ਕੇ ਦੇ ਗਿਆ, ਪੁੱਤ ਮੈਂ ਲੈ ਕੇ ਆਉਣੀ ਹੈ। ਭਗਤ ਫਰੀਦ ਜੀ ਕਹਿਣ ਲੱਗੇ, ਮਾਂ ਖੁਦਾ ਨੂੰ ਕਹਿ ਦੀ, ਜੇ ਮੈਨੂੰ ਅੱਜ ਵਾਲਾ ਰਸ ਦੇਣਾ ਨਾ, ਆ ਸ਼ੱਕਰ ਨਾ ਮੇਰੇ ਵਾਸਤੇ ਦਿਆ ਕਰ, ਆਖੋ ਵਾਹਿਗੁਰੂ। ਸੱਚ ਜਾਣਿਓ, ਇਸ ਭਾਵਨਾ ਦੇ ਵਿੱਚ ਆ ਕੇ ਨਾ, ਜੇ ਸਾਨੂੰ ਗੁਰੂ ਦੀ ਬਾਣੀ ਵਿੱਚੋਂ ਸਿੱਖਣ ਦਾ ਰਸ ਆ ਗਿਆ ਨਾ, ਫਿਰ ਮੰਗਾਂ ਤਾਂ ਛੋਟੀ ਜੀ ਚੀਜ਼ ਰਹਿ ਜਾਣਗੀਆਂ। ਜੇ ਮੰਗਾਂ ਦੇ ਉੱਪਰ ਵੱਜਿਆ ਰਹਿ ਗਿਆ ਨਾ, ਫਿਰ ਜਿਹੜਾ ਗੁਰੂ ਨਾਲ ਜੁੜਨ ਦਾ, ਰੱਬ ਦੇ ਨਿਯਮਾਂ ਅਨੁਸਾਰ ਜੀਵਨ ਜਿਉਣ ਦਾ ਰਸ ਹੈ ਨਾ, ਉਹਦੇ ਤੋਂ ਦੂਰ ਰਹੇਗਾ। ਰਿਚਰਡ ਨਾਮ ਦਾ ਵਿਅਕਤੀ, ਜਿਹਨੇ ਡੋਂਟ ਸਵੈਟ ਦਾ ਸਮਾਲ ਸਟਫ ਬੁੱਕ ਲਿਖੀ ਹੈ, ਉਹਦੀ ਇੱਕ ਉਦਾਹਰਨ ਮੈਂ ਤੁਹਾਡੇ ਸਾਹਮਣੇ ਰੱਖਾਂ। ਉਹ ਕਹਿੰਦਾ ਹੈ ਕਿ ਤੁਸੀਂ ਆਪਣਾ ਮੋਬਾਈਲ ਫੋਨ ਇਦਾਂ ਰੱਖੋ ਤੇ ਆਪਣੀਆਂ ਅੱਖਾਂ ਦੇ ਨੇੜੇ ਕਰ ਲਓ। ਕਹਿੰਦਾ ਇਹਦੇ ਪਿੱਛੇ ਬਹੁਤ ਵੱਡੀ ਪਿਕਚਰ ਛੁਪ ਜਾਏਗੀ, ਤੁਸੀਂ ਇਸ ਨੂੰ ਦੂਰ ਕਰੋ, ਉਹਦੇ ਪਿੱਛੇ ਵੱਡੀ ਪਿਕਚਰ ਦਿਸਣ ਲੱਗ ਪਈ। ਜਦੋਂ ਅਸੀਂ ਆਪਣੀਆਂ ਮੰਗਾਂ ਨੂੰ ਆਪਣੇ ਨੇੜੇ ਰੱਖ ਲੈਂਦੇ ਹਾਂ, ਤੇ ਹੁਕਮ ਮੰਨਣ ਦੇ ਰਸ ਸਾਡੀਆਂ ਮੰਗਾਂ ਦੇ ਪਿੱਛੇ ਛੁਪ ਜਾਂਦੇ ਨੇ। ਮਨ ਆਪਣੀਆਂ ਆਦਤਾਂ ਪੂਰੀਆਂ ਕਰਨਾ ਚਾਹੁੰਦਾ ਹੈ, ਮਨ ਆਪਣੀਆਂ ਮੰਗਾਂ ਪੂਰੀਆਂ ਕਰਨਾ ਚਾਹੁੰਦਾ ਹੈ। ਘਰਾਂ 'ਚ ਦੇਖ ਲਿਓ, ਜਿਹੜਾ ਬੱਚਾ ਆਪਣੀਆਂ ਆਦਤਾਂ, ਆਪਣੀਆਂ ਮੰਗਾਂ ਨੂੰ ਫੋਕਸ ਕਰਦਾ ਹੈ, ਉਹ ਮੰਗਾਂ ਪਿੱਛੇ ਮਾਤਾ ਪਿਤਾ ਨਾਲ ਰੁੱਸਦਾ ਹੈ। ਬੱਚੇ ਦੀ ਕਾਉਂਸਲਿੰਗ ਚਾਹੀਦੀ ਹੈ, ਪੁੱਤ ਮਾਂ ਵੱਡੀ ਕਿ ਤੇਰੀਆਂ ਮੰਗਾਂ ਵੱਡੀਆਂ? ਸੋਚੇ ਕਦੀ। ਪੁੱਤ ਤੇਰੀਆਂ ਡਿਮਾਂਡਸ ਵੱਡੀਆਂ ਨੇ, ਤੇਰੇ ਡੈਡੀ ਵੱਡੇ ਨੇ। ਤੇਰੀ ਜ਼ਿੰਦਗੀ ਦੇ ਵਿੱਚ ਮਾਂ ਦੀ ਵੈਲਿਊ ਜ਼ਿਆਦਾ ਹੈ, ਡੈਡੀ ਦੀ ਵੈਲਿਊ ਜ਼ਿਆਦਾ ਹੈ, ਜਾਂ ਤੇਰੀ ਜ਼ਿੰਦਗੀ 'ਚ ਮੰਗਾਂ ਦੀ ਵੈਲਿਊ ਜ਼ਿਆਦਾ ਹੈ? ਇੱਕ ਸ਼ਬਦ ਹੈ ਤਾਂ ਕੌੜਾ, ਪਰ ਜਦੋਂ ਬੱਚਾ 14-15 ਸਾਲ ਦਾ ਹੋ ਜਾਵੇ ਨਾ,
ਮਾਂ ਜਾਂ ਪਿਤਾ ਦੋਨਾਂ ਚੋਂ ਇੱਕ ਕਹਿ ਸਕਦਾ ਉਹਨਾਂ ਨੂੰ, ਪੁੱਤ ਜੇ ਤੂੰ ਜਿੱਦ ਕਰਨੀ ਹੈ ਨਾ ਮੰਗਾਂ ਪਿੱਛੇ, ਰੱਬ ਨੂੰ ਕਹਿ ਦੇ ਕਿ ਸਾਨੂੰ ਚੁੱਕ ਲੈ ਤੇ ਤੇਰੀਆਂ ਮੰਗਾਂ ਪੂਰੀਆਂ ਹੋ ਜਾਣ। ਉਹ ਅੰਦਰੋਂ ਕੰਬ ਜਾਏਗਾ, ਉਹਦੇ ਅੰਦਰੋਂ ਭੁੱਬ ਨਿਕਲੇਗੀ। ਉਹ ਕਹੇਗਾ ਨਹੀਂ, ਤੁਹਾਡੇ ਬਿਨਾਂ ਨਹੀਂ ਮੈਂ ਜਿਉ ਸਕਦਾ। ਜੇ ਮਾਂ ਬਿਨਾਂ ਨਹੀਂ ਜਿਉ ਸਕਦਾ, ਜੇ ਡੈਡੀ ਬਿਨਾਂ ਨਹੀਂ ਜਿਉ ਸਕਦਾ, ਫਿਰ ਮੰਗਾਂ ਤੋਂ ਬਿਨਾਂ ਜਿਉ ਕੇ ਦੇਖ, ਤੈਨੂੰ ਅਸੀਸਾਂ ਮਿਲਣਗੀਆਂ। ਇਸੇ ਤਰ੍ਹਾਂ ਤੂੰ ਗੁਰੂ ਨੂੰ ਚਾਹੁੰਦਾ ਹੈ ਜਾਂ ਤੇਰੀਆਂ ਮੰਗਾਂ ਚਾਹੁੰਦਾ ਹੈ। ਅੱਜ ਜਦੋਂ ਅਸੀਂ ਕਹਿੰਦੇ ਆ ਨਾ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋ ਜਾਂਦੇ ਨੇ, ਸੁਣਨ ਵਾਲਾ ਕੋਈ ਨਹੀਂ ਹੁੰਦਾ। ਕਾਰਨ ਪਤਾ ਕੀ ਹੈ? ਉਹਨਾਂ ਨੂੰ ਗੁਰਬਾਣੀ ਤਾਈਂ ਕੋਈ ਸਰੋਕਾਰ ਨਹੀਂ, ਉਹਨਾਂ ਨੂੰ ਤਾਂ ਮੰਗ ਸਿਖਾਈ ਗਈ। ਇੱਕ ਸ਼ਬਦ ਹਿੰਦੂਇਜ਼ਮ ਦਾ ਸੀ, ਸਾਡਾ ਨਹੀਂ ਹੈ। ਖਿਮਾ ਕਰਨੀ ਅਗਿਆਨਤਾ ਦੇ ਵਿੱਚ ਅਸੀਂ ਸਾਡਿਆਂ ਦੇ ਅੰਦਰ ਵੀ ਪਾ ਦਿੱਤਾ। ਕਹਿੰਦੇ ਜੀ ਮੈਂ ਸੁੱਖ ਸੁਖੀ ਹੋਈ ਹੈ। ਸੁੱਖ ਸੁਖੀ ਕੀ ਹੋਇਆ? ਜਾਨੀ ਬਾਰਗੇਨਿੰਗ ਕੀਤੀ ਹੋਈ ਹੈ ਰੱਬ ਦੇ ਨਾਲ ਕਿ ਤੂੰ ਮੈਨੂੰ ਆਹ ਦੇ ਦੀ, ਮੈਂ ਤੈਨੂੰ ਆਹ ਦੇਵਾਂਗਾ। ਤੇ ਫਿਰ ਉਹ ਇਹ ਵੀ ਮੰਨਦੇ ਨੇ, ਕਹਿੰਦੇ ਰੱਬ ਨੇ ਤਾਂ ਦੇਤਾ ਜੀ, ਸੁੱਖ ਡਿਊ ਸੀ ਜੀ, 15-20 ਸਾਲ ਹੋ ਗਏ ਜੀ। ਹੱਦ ਹੋ ਗਈ। ਇਹ ਗੁਰਮਤ ਦਾ ਕਨਸੈਪਟ ਹੀ ਨਹੀਂ ਹੈ। 10 ਗੁਰੂ ਸਾਹਿਬਾਨਾਂ ਦੇ ਜੀਵਨ ਵਿੱਚ ਕਿਤੇ ਨਹੀਂ ਇਹ ਚੀਜ਼ ਆਈ। ਜੇ ਕਿਤੇ ਕੋਈ ਲਿਖੀ ਗਈ ਹੈ ਤਾਂ ਮਿਲਾਵਟ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕਸਵੱਟੀ ਤੇ ਪੂਰੀ ਨਹੀਂ ਉਤਰਦੀ। ਗੁਰਬਾਣੀ ਦੀ ਕਸਵੱਟੀ ਜਪਜੀ ਸਾਹਿਬ ਦੇ ਵਿੱਚ ਸੁਣਿਆ, ਮੰਨਿਆ, ਮਨ ਕੀਤਾ ਭਾਵ, ਅੰਤਰਗਤ ਤੀਰਥ ਮਲ ਨਾ। ਇਹਦਾ ਮਤਲਬ ਅੱਜ ਸਾਡਾ ਸਵਾਲ ਸੀ ਕਿ ਜੇ ਰੱਬੀ ਨਿਯਮਾਂ ਬਾਰੇ, ਰੱਬ ਦੇ ਉਪਦੇਸ਼ਾਂ ਬਾਰੇ ਵੱਖ-ਵੱਖ ਤਰ੍ਹਾਂ ਦੀਆਂ ਵਿਆਖਿਆਵਾਂ ਹੋਈਆਂ ਤੇ ਮਨੁੱਖੀ ਸਮਾਜ ਦੇ ਵਿੱਚ ਫਿਰ ਸਾਰਥਿਕ ਨਤੀਜੇ ਕਿਉਂ ਨਹੀਂ ਆਏ? ਉਹਦਾ ਕਾਰਨ ਅਸੀਂ ਉਪਦੇਸ਼ ਨੂੰ ਸੋਚ ਸੁਭਾਅ ਤੇ ਲਾਗੂ ਹੋਵੇ ਇਸ ਗੱਲ ਦੀ ਵਿਆਖਿਆ ਘੱਟ ਕੀਤੀ। ਸੋਚ ਸੁਭਾਅ ਵਿੱਚ ਮੰਗਾਂ ਦੀ ਜਿਹੜੀ ਖੁਰਾਕ ਜ਼ਿਆਦਾ ਦਿੱਤੀ ਤੇ ਮੰਗਣ ਤੋਰਿਆ। ਜੇ ਆਪਾਂ ਇੱਕੋ ਹੀ ਸ਼ਬਦ ਵਿੱਚ ਕਹਿਣਾ ਹੋਵੇ, ਸਿੱਖ ਨੂੰ ਮੰਗਣਾ ਸਿਖਾਇਆ, ਸਿੱਖਣਾ ਨਹੀਂ ਸਿਖਾ ਸਕੇ। ਮੰਗਣ ਤੋਂ ਉੱਪਰ ਉੱਠਣਾ ਪਵੇਗਾ। ਮੰਗਣ ਵਾਲੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਆਣਾ ਕਿਹਾ ਤੇ ਸਿੱਖਣ ਵਾਲੇ ਨੂੰ ਸਿਆਣਾ ਕਿਹਾ। ਇਆਣੇ ਤੋਂ ਸਿਆਣੇ ਤੱਕ ਦਾ ਸਫ਼ਰ ਮੰਗਣ ਤੋਂ ਸਿੱਖਣ ਤੱਕ ਦੀ ਯਾਤਰਾ ਹੈ। ਇਹ ਸੀ ਸਾਡਾ ਪਹਿਲਾ ਟੌਪਿਕ। ਦੂਸਰਾ ਟੌਪਿਕ ਸੁਣਨਾ ਕੀ ਹੁੰਦਾ ਹੈ। ਇਹਦੀ ਸੌਖੀ ਜੀ ਵਿਆਖਿਆ, ਜਿਹੜਾ ਮਨ ਨੂੰ ਸੁਣ ਕੇ ਚੰਗਾ ਲੱਗਿਆ ਉਹ ਸੁਣ ਲਿਆ, ਜਿਹੜਾ ਚੰਗਾ ਨਹੀਂ ਲੱਗਿਆ ਉਹ ਸੁਣ ਕੇ ਅਣਸੁਣਿਆ ਹੋ ਗਿਆ। ਇੱਥੇ ਘਰਾਂ ਦੇ ਵਿੱਚ ਬੱਚੇ ਉੱਪਰਲੀ ਮੰਜ਼ਲ ਤੇ ਹੁੰਦੇ ਨੇ, ਮਾਂ ਹੇਠਾਂ ਹੈ, ਜਾਂ ਮਾਤਾ ਪਿਤਾ ਉੱਪਰ ਨੇ, ਬੱਚੇ ਹੇਠਾਂ ਨੇ। ਆਵਾਜ਼ ਮਾਰਦੇ, ਪੁੱਤ ਗੱਲ ਸੁਣ। ਉਹਨਾਂ ਦਾ ਧਿਆਨ ਗੇਮਾਂ ਵਿੱਚ ਹੈ, ਟੀਵੀ ਵਿੱਚ ਹੈ। ਉਹਨਾਂ ਧਿਆਨ ਹੀ ਨਹੀਂ ਦਿੱਤਾ, ਇਗਨੋਰ ਕਰਤਾ। ਦੂਜੀ ਆਵਾਜ਼ ਮਾਰੀ, ਪੁੱਤ ਗੱਲ ਸੁਣ, ਉਹ ਫਿਰ ਨਹੀਂ ਸੁਣਿਆ। ਤੀਜੀ ਆਵਾਜ਼ ਫਿਰ ਖਿੱਚ ਕੇ ਮਾਰਨੀ ਪਈ ਉੱਚੀ ਦੇਣੇ, ਪੁੱਤ ਤੂੰ ਸੁਣਦਾ ਨਹੀਂ। ਕਹਿੰਦਾ ਹੂੰ। ਪੁੱਤ ਨੀਚੇ ਆ। ਕਹਿੰਦਾ ਕਿਉਂ? ਹੁਣ ਦੇਖਿਓ ਫਾਲਟ ਕਿੱਥੇ ਹੈ। ਉਹਨੂੰ ਚੰਗਾ ਨਹੀਂ ਲੱਗਿਆ। ਮੈਂ ਇਹ ਜ਼ਿੰਦਗੀ 'ਚ ਤਜਰਬੇ ਕਰਕੇ ਦੇਖੇ। ਅਗਰ ਮਾਂ ਪਿਤਾ ਕਹਿੰਦੇ ਨੇ ਪੁੱਤ ਗੱਲ ਸੁਣ, ਉਹ ਕਹਿੰਦਾ ਕਿਉਂ? ਉਹਨੂੰ ਕਹਿੰਦੇ ਪੁੱਤ ਤੇਰੇ ਵਾਸਤੇ ਪੀਜ਼ਾ ਲਿਆਂਦਾ ਹੋਇਆ, ਦੇਖਿਓ ਭੱਜਿਆ ਆਏਗਾ। ਪੁੱਤ ਤੇਰੇ ਵਾਸਤੇ ਕਾਰ ਲਿਆਂਦੀ ਹੈ, ਸਰਪ੍ਰਾਈਜ਼ ਦਿੱਤਾ, ਲਾ ਚਾਬੀ, ਭੱਜਿਆ ਆਏਗਾ। ਤੇ ਉਹਨੂੰ ਆ ਕੇ ਕਹਿ ਦਿਓ ਇਹ ਚਾਬੀ ਮੇਰੀ ਕਾਰ ਦੀ ਹੈ, ਤੈਨੂੰ ਡੈਡੀ ਚਾਹੀਦਾ, ਮੰਮੀ ਚਾਹੀਦੀ ਹੈ ਕਿ ਕਾਰ ਚਾਹੀਦੀ ਹੈ? ਬੋਲ, ਅੱਜ ਇੱਕ ਫੈਸਲਾ ਲੈ। ਦੋਨਾਂ ਚੋਂ ਇੱਕ ਪਿਕ ਕਰ, ਕਿਹੜੀ ਪਿਕ ਕਰਨੀ ਹੈ? ਜੇ ਤਾਂ ਤੂੰ ਡੈਡੀ ਮੰਮੀ ਡੈਡੀ ਨੂੰ ਪਿਕ ਕਰੇਗਾ ਤਾਂ ਹੋ ਸਕਦਾ ਕਾਰ ਵੀ ਮਿਲ ਜਾਵੇ। ਜੇ ਕਾਰ ਨੂੰ ਪਿਕ ਕਰੇਗਾ ਮੰਮੀ ਡੈਡੀ ਤੋਂ ਬਿਨਾ, ਹੋ ਸਕਦਾ ਕਾਰ ਵੀ ਬੇਕਾਰ ਹੋ ਜਾਵੇ। ਇਸ ਲਈ ਸੁਣਨ ਦੀ ਸੌਖੀ ਵਿਆਖਿਆ, ਮਨ ਨੂੰ ਚੰਗਾ ਲੱਗਿਆ। ਤੇ ਅੱਗੋਂ ਜਿਹੜਾ ਨਿਯਮ ਹੈ ਰੱਬ ਦਾ ਉਹ ਇਹ ਹੈ, ਜਿਹੜੀ ਚੀਜ਼ ਮਨ ਨੂੰ ਚੰਗੀ ਲੱਗੀ ਨਾ, ਉਹ ਮੰਨਣ ਲਈ ਤਿਆਰ ਹੋ ਜਾਏਗਾ। ਇੱਕ ਉਦਾਹਰਨ ਦੇਵਾਂ, ਘਰਾਂ ਦੇ ਵਿੱਚ ਪੁੱਤ ਗੁਰਦੁਆਰੇ ਚੱਲੀਏ, ਮੰਮੀ ਮੇਰੇ ਅਸਾਈਨਮੈਂਟ ਰਹਿੰਦੇ ਨੇ, ਮੇਰਾ ਉਹ ਰਹਿੰਦਾ, ਮੇਰਾ ਰਹਿੰਦਾ, ਅਗਲੇ ਵਾਰ ਚਲੇ ਜਾਵਾਂਗੇ, ਐਤਵਾਰ ਚਲੇ ਜਾਵਾਂਗੇ। ਓਕੇ, ਉਹਨੂੰ 15-20 ਮਿੰਟ ਬਾਅਦ, ਅੱਧੇ ਘੰਟੇ ਬਾਅਦ ਜਦੋਂ ਗੱਲ ਜੀ ਭੁੱਲ ਗਿਆ, ਉਹਨੂੰ ਕਹਿ ਕੇ ਦੇਖੋ ਮੂਵੀ ਦੇਖਣ ਚੱਲੀਏ, ਉਹਦੀ ਤਿਆਰ ਹੋ ਜਾਏਗਾ। ਇਹਦਾ ਮਤਲਬ ਉਹਨੂੰ ਕੀ ਚੰਗਾ ਲੱਗ ਰਿਹਾ? ਮੂਵੀ ਦੇਖਣੀ, ਉਹਦੀ ਗੱਲ ਸੁਣ ਰਿਹਾ। ਸਭ ਤੋਂ ਜ਼ਰੂਰੀ ਹੈ ਜਦੋਂ ਅਸੀਂ ਕਥਾ ਕੀਰਤਨ ਸੁਣਦੇ ਹਾਂ, ਸੱਚ ਜਾਣਿਓ
ਸਾਨੂੰ ਸੁਣਨ ਦੀ ਵਿਆਖਿਆ ਕੀਤੀ ਹੋਈ ਨਹੀਂ ਗਈ। ਸਾਨੂੰ ਤਾਂ ਇਹ ਕਿਹਾ ਗਿਆ ਕਿ ਤੂੰ ਸੁਣ ਰਿਹਾ, ਤੂੰ ਵੱਡੇ ਭਾਗਾਂ ਵਾਲਾ ਹੈ। ਔਰ ਕਦੀ ਵੀ ਪਰਖ ਕੇ ਦੇਖ ਲਿਓ, ਤਕਰੀਬਨ 1 ਘੰਟੇ ਦੇ ਵਿੱਚ ਜਿਹੜੇ ਰਾਗੀ ਸਿੰਘ ਨੇ ਉਹ ਜਾਂ ਤਾਂ 4 ਸ਼ਬਦ ਪੜ੍ਹਦੇ ਨੇ, ਜਿਨ੍ਹਾਂ ਦੇ ਕੋਲ ਸ਼ਬਦਾਂ ਦੇ ਨਾਲ ਅਲੰਕਾਰ ਜ਼ਿਆਦਾ ਹੁੰਦੇ ਨੇ ਉਹ 3 ਸ਼ਬਦ ਵੀ ਪੜ੍ਹਦੇ ਨੇ। ਕੁਝ ਐਸੇ ਨੇ ਜਿਨ੍ਹਾਂ ਦੇ ਅਲੰਕਾਰ ਬਹੁਤ ਹੁੰਦੇ ਨੇ, ਉਹ ਅਲੰਕਾਰਾਂ ਦੇ ਨਾਲ 2 ਸ਼ਬਦ ਵੀ ਪੜ੍ਹਦੇ ਨੇ। ਪ੍ਰੋਫੈਸਰ ਦਰਸ਼ਨ ਸਿੰਘ ਜੀ ਇੱਕੋ ਹੀ ਸ਼ਬਦ ਪੜ੍ਹਿਆ ਕਰਦੇ ਸੀ ਘੰਟੇ ਵਿੱਚ ਤੇ 20 ਕੁ ਮਿੰਟ ਵਿਆਖਿਆ ਕਰਦੇ ਸੀ, ਵਿਆਖਿਆ 'ਚ ਕਮਾਲ ਕਰ ਦਿੰਦੇ ਸੀ। ਇਹ ਹਰ ਇੱਕ ਦੇ ਅੰਦਰ ਵੱਖਰੀ ਵੱਖਰੀ ਕਲਾ ਹੈ। ਜੇ 6 ਸ਼ਬਦ ਸੁਣ ਲਏ ਜਾਂ 4 ਸ਼ਬਦ ਸੁਣ ਲਏ, ਕੀਰਤਨ ਸਮਾਪਤ ਹੋ ਗਿਆ। ਤੇ ਆਪਣੇ ਆਪ ਨੂੰ ਪੁੱਛ ਕੇ ਦੇਖੇ ਸ਼ਬਦ ਕਿਹੜੇ ਚੱਲ ਰਹੇ ਸੀ, ਕਿਸ ਗੁਰੂ ਦੇ ਸ਼ਬਦ ਸੁਣ ਰਹੇ ਸੀ, ਗੁਰੂ ਸਾਹਿਬ ਕਹਿ ਕੀ ਰਹੇ ਸੀ। ਇਹਦਾ ਮਤਲਬ ਸਾਨੂੰ ਸੁਣਨਾ ਕੀ ਸਿਖਾਇਆ, ਅਸੀਂ ਤਾਂ ਆਪਣੇ ਵਿਚਾਰ ਸੁਣੀ ਜਾ ਰਹੇ। ਇੱਕ ਗੱਲ ਹੋਰ ਯਾਦ ਰੱਖਿਓ, ਮਨ ਕਦੀ ਚੁੱਪ ਨਹੀਂ ਕਰਦਾ ਹੁੰਦਾ। ਤੁਸੀਂ ਆ ਵਿਆਖਿਆ ਹੋ ਰਹੀ ਹੈ ਨਾ, ਮੇਰਾ ਖਿਆਲ ਹੈ ਤੁਹਾਡੇ ਚੋਂ ਕਿਸੇ ਦੇ ਮਨ ਚ ਆਉਂਦਾ ਹੋਏਗਾ, ਭੈਣ ਜੀ ਬੈਠੇ ਨੇ, ਗੁਰਵਿੰਦਰ ਭੈਣ ਜੀ ਵੀ ਨਹੀਂ ਪੈਗ ਵਾਲੇ, ਜਦੋਂ ਬੱਚਿਆਂ ਦੀ ਗੱਲ ਚੱਲਦੀ ਹੈ ਨਾ, ਜ਼ਰੂਰ ਮਨ ਕਰਦਾ ਹੋਏਗਾ ਕਿ ਰਮਨੀਕ ਨੂੰ ਕੂਹਣੀ ਮਾਰ ਕੇ ਕਹੀਏ, ਪੁੱਤ ਸੁਣ ਗੱਲ। ਕਿਉਂਕਿ ਜਿੱਥੇ ਪੇਰੈਂਟਸ ਦੇ ਹੱਕ ਦੀ ਗੱਲ ਆਉਂਦੀ ਹੈ, ਉੱਥੇ ਬੱਚਿਆਂ ਨੂੰ ਕਵਾਂਗੇ ਤੂੰ ਗੱਲ ਸੁਣ, ਤੇ ਜਿੱਥੇ ਬੱਚਿਆਂ ਦੇ ਹੱਕ ਦੀ ਹੋਏਗੀ, ਉਹ ਮੰਮੀ ਨੂੰ ਕਹੇਗਾ, ਡੈਡੀ ਨੂੰ ਕਹੇਗਾ, ਤੁਸੀਂ ਗੱਲ ਸੁਣੋ ਅੰਕਲ ਦੀ। ਮੇਰੇ ਯਾਦ ਹੈ ਇੱਕ ਵਾਰੀ ਆਨੰਦ ਕਾਰਜ ਹੋਣੇ ਸੀਗੇ, ਤੇ ਆਨੰਦ ਕਾਰਜ ਆਪਾਂ ਨੂੰ ਸਾਰਿਆਂ ਨੂੰ ਪਤਾ, ਹਰ ਕੋਈ ਉੱਡਿਆ ਫਿਰਦਾ ਹੁੰਦਾ। ਉਸ ਵੇਲੇ ਤਾਂ ਹਰ ਇੱਕ ਨੂੰ ਲੱਗਦਾ ਹੁੰਦਾ ਵਿਆਹ ਕਿਸੇ ਦਾ ਬਾਦਸ਼ਾਹ ਕੋਈ ਬਣਿਆ ਫਿਰਦਾ ਹੁੰਦਾ, ਤੇ ਹਰ ਇੱਕ ਨੂੰ ਨਾ ਉਸ ਵੇਲੇ ਸੱਚੀ ਉੱਡੇ ਹੀ ਫਿਰ ਰਹੇ ਹੁੰਦੇ ਨੇ। ਤੇ ਉਹ ਕੁਦਰਤੀ ਮੇਰੇ ਮਨ ਚ ਆਇਆ ਵੀ ਚੱਲ ਜਿੰਨੇ ਚਿਰ ਚ ਸੁਭਾਗ ਜੋੜੀ ਮੱਥਾ ਟੇਕਣ ਪਹੁੰਚ ਰਹੀ ਹੈ, ਕਥਾ ਦੀ ਸਮਾਪਤੀ ਹੋਣ ਵਾਲੀ ਸੀ, ਤੇ ਮੈਨੂੰ ਕਿਹਾ ਗਿਆ ਸੀ ਕਿ ਜਿੰਨਾ ਚਿਰ ਉਹ ਮੱਥਾ ਟੇਕ ਕੇ ਬੈਠਣਗੇ ਬਸ ਉਹਦੀ ਸਮਾਪਤੀ ਕਰ ਦਿਓ, ਉਸ ਤੋਂ ਬਾਅਦ ਜਥਾ ਸ਼ੁਰੂ ਕਰਿਆ। ਮੈਂ ਸੋਚਿਆ 2 ਮਿੰਟ ਉਹਨਾਂ ਦੇ ਆਉਂਦੇ ਆਉਂਦੇ ਕੋਈ ਗੱਲ ਕਹਿ ਦਿਆਂ, ਤੇ ਮੈਂ ਇੱਕ ਗੱਲ ਸ਼ੁਰੂ ਕੀਤੀ। ਉਹਦੇ ਨਾਲ ਇੱਕ ਬੀਬੀ, ਮੇਰਾ ਅਨੁਮਾਨ ਹੈ, ਮੈਨੂੰ ਪੱਕਾ ਨਹੀਂ ਪਤਾ, ਸ਼ਾਇਦ ਉਹ ਲੜਕੇ ਦੀ ਜਿਹਦਾ ਵਿਆਹ ਸੀ ਉਹਦੀ ਭੈਣ ਹੋਏਗੀ, ਤੇ ਉਹ ਨਾ ਉਹਨੂੰ ਇਸ਼ਾਰੇ ਕਰੇ ਤੂੰ ਗੱਲ ਸੁਣ, ਯਾਨੀ ਉਹਨੂੰ ਲੱਗੇ, ਕਿਉਂਕਿ ਉੱਥੇ ਮੈਂ ਇੱਕ ਸਬਜੈਕਟ ਜਿਹਾ ਦੇ ਰਿਹਾ ਸੀ ਕਿ ਅੱਜ ਇਹਨਾਂ ਦੀ ਜ਼ਿੰਦਗੀ ਦਾ ਇੱਕ ਬੜਾ ਕੀਮਤੀ ਦਿਨ ਹੈ, ਜਦੋਂ ਮਨ ਖਿਜਿਆ ਹੋਵੇ ਉਦੋਂ ਚੁੱਪ ਕਰ ਜਾਓ, ਘਰ ਸਵਰਗ ਬਣ ਜਾਏਗਾ। ਤੇ ਉਹਨੂੰ ਕਹਿ ਰਹੀ ਸੀ ਵੀ ਤੂੰ ਗੱਲ ਸੁਣ, ਗੱਲ ਸੁਣ, ਕਿਉਂਕਿ ਉਹਨੂੰ ਲੱਗ ਰਿਹਾ ਸੀ ਕਿ ਮੇਰੇ ਵੀਰ ਦਾ ਘਰ ਵਧੀਆ ਬਣ ਜਾਏਗਾ। ਜਿਹੜੀ ਗੱਲ ਮਨ ਨੂੰ ਚੰਗੀ ਲੱਗੀ ਉਹ ਸੁਣ ਲੈਣੀ। ਹੁਣ ਦੂਸਰਾ ਤਰੀਕਾ, ਇੱਕ ਹੁੰਦਾ ਏ ਕਿ ਗੱਲ ਤਾਂ ਚੰਗੀ ਹੈ ਪਰ ਮਨ ਨੂੰ ਚੰਗੀ ਨਹੀਂ ਲੱਗਦੀ। ਕਿਉਂ ਨਹੀਂ ਲੱਗਦੀ? ਕਿਉਂਕਿ ਮਨ ਆਦਤਾਂ ਦੇ ਪਿੱਛੇ ਲੱਗਿਆ। ਇਹਦਾ ਮਤਲਬ ਆਪਣੀਆਂ ਆਦਤਾਂ ਤੋਂ ਉੱਪਰ ਉੱਠਣਾ ਪਵੇਗਾ। ਮੇਰੇ ਸੁਭਾਅ ਨੂੰ ਚੰਗੀ ਲੱਗਦੀ ਨਾ ਲੱਗਦੀ, ਮੇਰੀਆਂ ਆਦਤਾਂ ਨੂੰ ਚੰਗੀ ਨਾ ਲੱਗਦੀ, ਲੱਗੇ ਨਾ ਲੱਗੇ। ਇੱਕ ਉਦਾਹਰਨ ਦੇਵਾਂ, ਆ ਜਿਹੜੀ ਮੈਡੀਸਨ ਹੁੰਦੀ ਹੈ, ਦਵਾਈ ਮਿੱਠੀ ਹੁੰਦੀ ਹੈ, ਮੈਡੀਸਨ ਮਿੱਠੀ ਹੁੰਦੀ ਹੈ, ਸਿਰ ਹਿਲਾ ਕੇ ਹਾਂ ਜਾਂ ਨਾ ਦਾ ਇਸ਼ਾਰਾ ਦਿਓ। ਕੌੜੀ ਹੁੰਦੀ ਹੈ ਨਾ, ਖਾਣੀ ਪੈਂਦੀ ਹੈ ਨਾ। ਓਕੇ, ਬਹੁਤ ਐਸੇ ਨੇ ਜਿਹੜੇ ਇੰਜੈਕਸ਼ਨ ਲਵਾਉਣ ਤੋਂ ਡਰਦੇ ਹੁੰਦੇ ਨੇ, ਹੈਨਾ। ਇੱਥੇ ਤਾਂ ਸਿਰਿੰਜ ਬੜੀ ਪਤਲੀ ਵਰਤਦੇ ਨੇ, ਹੈਨਾ, ਇੱਥੇ ਤਾਂ ਪਤਾ ਹੀ ਨਾ ਦਿੰਦੇ। ਮੈਂ ਵੀ ਅੱਜ ਵੈਕਸੀਨ ਲਵਾ ਕੇ ਆਇਆ। ਆਪਣੇ ਇੰਡੀਆ ਦੇ ਵਿੱਚ ਪਤਾ ਨਹੀਂ ਸਿਰਿੰਜ ਮੋਟੀ ਹੁੰਦੀ ਹੈ ਤੇ ਪਤਾ ਨਹੀਂ ਕਿਹਨਾਂ ਕਿਹਨਾਂ ਦਾ ਚੀਕ ਜੀ ਕਢਾ ਦਿੰਦੇ ਨੇ, ਤੇ ਇੰਜੈਕਸ਼ਨ ਲਵਾਉਣਾ ਚੰਗਾ ਨਹੀਂ ਲੱਗ ਰਿਹਾ ਹੁੰਦਾ। ਪਰ ਜਿਹਨੂੰ ਪਤਾ ਹੈ ਨਾ ਵੀ ਇੰਜੈਕਸ਼ਨ ਨੇ, ਹੁਣ ਦੇਖੋ ਤੁਸੀਂ ਕਰੋਨਾ ਤੋਂ ਡਰਦੇ ਹੋਏ ਜਿਹੜੇ ਜਮਾ ਨਹੀਂ ਨਾ ਲਵਾਉਂਦੇ, ਸਾਡੀ ਬਿਟੀਆ ਵੀ ਇੰਜੈਕਸ਼ਨ ਤੋਂ ਬਹੁਤ ਡਰਦੀ ਹੁੰਦੀ ਸੀ। ਪਰ ਜਦੋਂ ਕਿਤੇ ਜ਼ਿੰਦਗੀ ਜ਼ਰੂਰਤ ਪੈਂਦੀ ਹੈ, ਜਦੋਂ ਸਾਨੂੰ ਬੈਨੀਫਿਟ ਪਤਾ ਲੱਗ ਗਿਆ ਨਾ, ਉਦੋਂ ਅਸੀਂ ਕੌੜੀ ਚੀਜ਼ ਵੀ ਵਰਤ ਲੈਂਦੇ ਹਾਂ। ਇਹਦਾ ਮਤਲਬ 2 ਚੀਜ਼ਾਂ, ਇਹ ਵਰਤਣਾ ਪਰਖਣਾ ਅਸੀਂ, ਜਿਹੜੀ ਮਨ ਨੂੰ ਚੰਗੀ ਲੱਗੀ ਉਹ ਸੁਣਿਆ, ਤੇ ਦੂਸਰਾ ਸਾਨੂੰ ਸੱਚ ਸੁਣਨ ਦੀ ਆਦਤ ਪਾ ਲੈਣੀ ਚਾਹੀਦੀ ਹੈ, ਤੇ ਸੱਚ ਕੌੜਾ ਹੁੰਦਾ ਹੈ, ਤੇ ਕੌੜਾ ਸੱਚ ਦਵਾਈ ਹੁੰਦੀ ਹੈ। ਜਿਹੜੀਆਂ ਗੱਲਾਂ ਸਾਡੇ ਗੁਰੂ ਪਾਤਸ਼ਾਹ ਦੇ ਉਪਦੇਸ਼ ਹੋਣ ਤੇ ਸਾਡੇ ਸੁਭਾਅ ਨੂੰ ਚੋਟਾਂ ਮਾਰਦੇ ਹੋਣ, ਸਾਡੀ ਸੋਚ ਨੂੰ ਚੋਟਾਂ ਮਾਰਦੇ ਹੋਣ, ਉਹ ਸਾਨੂੰ ਸੁਣਨ ਦੀਆਂ ਆਦਤਾਂ ਬਣਾ ਲੈਣੀਆਂ ਚਾਹੀਦੀਆਂ ਨੇ। ਇਹ ਹੈ ਜੀ ਸੁਣਨ ਦਾ ਕਨਸੈਪਟ। ਹੁਣ ਜਿਹੜਾ ਆਪਣਾ ਤੀਸਰਾ ਟੌਪਿਕ ਸੀ ਕਿ ਗੁਰਬਾਣੀ ਦੇ ਅੰਦਰ ਜਿਹੜੇ ਨਾਉਨ ਹੈ, ਨਾਮ, ਪ੍ਰਨਾਮ ਤੇ ਵਿਸ਼ੇਸ਼ਣ, ਉਹਦੇ ਅਖੀਰ ਤੇ ਜੇ ਉਹ ਸਿੰਗੂਲਰ ਹੈ ਤਾਂ ਅਖੀਰ ਤੇ ਔਂਕੜ ਆ ਜਾਂਦਾ ਹੈ। ਤੇ ਆਪਣਾ ਟੌਪਿਕ ਸੀ 4 ਕਾਰਨ ਨੇ, ਉਹ ਲਿਖ ਕੇ ਰੱਖ ਲਿਓ ਕਿ ਉਹ ਸਿੰਗੂਲਰ ਹੋਣ ਦੇ ਬਾਵਜੂਦ ਵੀ ਉਹਦੇ ਅਖੀਰ ਤੇ ਔਂਕੜ ਨਹੀਂ ਰਹਿੰਦਾ। ਪਹਿਲਾ ਕਾਰਨ ਹੈ ਕਿ ਜਦੋਂ ਉਹ ਤਾਂ ਅੰਡਰਸਟੂਡ ਹੀ ਹੈ, ਜੇ ਇੱਕ ਬਚਨ ਦੇ ਹੈ, ਜੇ ਉਹ ਬਹੁ ਬਚਨ ਹੋ ਗਿਆ ਤਾਂ ਉਹਦੇ ਅਖੀਰ ਤੋਂ ਔਂਕੜ ਹਟ ਜਾਏਗਾ ਬਹੁ ਬਚਨ ਦੇ। ਉਹਦੀ ਇੱਕ ਐਗਜ਼ਾਮਪਲ ਹੈ, ਪੰਕਤੀ ਹੈ, ਆਖਾਂ ਹੈ ਸੁਰ ਨਰ
ਮਨ ਜਨ ਸੇਵ। ਹੁਣ ਜਨ ਬੋਲਣ ਦੇ ਵਿੱਚ ਤਾਂ ਇੱਕ ਬਚਨ ਵੀ ਲੱਗਦਾ ਹੈ। ਹੁਣ ਜੇ ਕੋਈ ਕਿਸੇ ਗੁਰਬਾਣੀ ਦੇ ਗਿਆਤਾ ਨੂੰ ਪੁੱਛਦਾ ਹੈ, ਜੀ ਇਹ ਜਨ ਇੱਕ ਬਚਨ ਹੈ ਕਿ ਬਹੁ ਬਚਨ ਹੈ, ਕਿਉਂਕਿ ਜਨ ਸੇਵਕ ਵੀ ਹੋ ਸਕਦਾ ਹੈ। ਪੰਜਾਬੀ ਵਿੱਚ ਵੀ ਬਹੁਤੇ ਸ਼ਬਦ ਐਸੇ ਨੇ, ਅਗਰ ਉਹਨਾਂ ਨੂੰ ਬਹੁ ਬਚਨ ਕਹਿਣਾ ਹੋਵੇ ਤਾਂ ਉਹਦੇ ਅੱਗੇ ਕੋਈ ਲਾਉਣਾ ਪਏਗਾ। ਜਿਵੇਂ ਸੇਵਕ ਸ਼ਬਦ ਹੈ, ਉਹਨੂੰ ਜੇ ਅਸੀਂ ਬਹੁ ਬਚਨ ਬਣਾਉਣਾ ਹੈ ਨਾ, ਇਹਨੂੰ ਮੈਂ ਹੋਰ ਥੋੜਾ ਜਿਹਾ ਸੌਖਾ ਕਰ ਦਿਆਂ। ਕੁਝ ਸ਼ਬਦ ਨੇ ਜਿਹੜੇ ਬਹੁ ਬਚਨ ਹੋਣ ਤੇ ਉਹਨਾਂ ਦਾ ਰੂਪ ਬਦਲ ਜਾਂਦਾ ਹੈ। ਠੀਕ ਹੈ ਜੀ, ਜਿਵੇਂ ਡੰਡਾ। ਡੰਡਾ ਜਿਹੜਾ ਹੈ, ਸੋਟੀ, ਸੋਟੀ ਦਾ ਪੁਲਿੰਗ ਸ਼ਬਦ ਡੰਡਾ ਇੱਕ ਬਚਨ ਹੈ। ਜੇ ਬਹੁ ਬਚਨ ਹੋਇਆ ਤਾਂ ਰੂਪ ਬਦਲ ਜਾਏਗਾ। ਡੰਡੇ ਨੂੰ ਜੇ ਬਹੁਤੇ ਕਹਿਣਾ ਕੀ ਕਵਾਂਗੇ? ਡੰਡੇ। ਡੰਡੇ ਇਦਾਂ ਬਦਲ ਗਿਆ ਨਾ ਜੀ। ਇਦਾਂ ਕੁਝ ਸ਼ਬਦ ਐਸੇ ਹੁੰਦੇ ਨੇ ਜਿਹੜੇ ਬਦਲਦੇ ਨਹੀਂ ਹੁੰਦੇ। ਜਿਵੇਂ ਮੇਜ਼, ਮੇਜ਼ ਬਹੁ ਬਚਨ ਹੋਇਆ ਤਾਂ ਵੀ ਇਹੀ ਰਹੇਗਾ। ਠੀਕ ਹੈ ਜੀ। ਇੱਥੇ ਜਨ ਹੈ ਸੇਵਕ, ਸੇਵਕ ਬਹੁ ਬਚਨ ਹੋਇਆ ਤਾਂ ਉਹੀ ਰਹੇਗਾ। ਇਹਦਾ ਮਤਲਬ ਉੱਥੇ ਪੰਜਾਬੀ 'ਚ ਸਾਨੂੰ ਕੀ ਕਰਨਾ ਪਏਗਾ? ਬਹੁਤੇ ਸੇਵਕ, ਚਾਰ ਸੇਵਕ, ਦੋ ਸੇਵਕ, ਉਹਦੀ ਕੁਆਂਟੀਟੀ ਦੱਸਣੀ ਪਵੇਗੀ ਕਿ ਇਹ ਸਿੰਗੂਲਰ ਹੈ ਜਾਂ ਬਹੁ ਬਚਨ ਹੈ। ਪਰ ਗੁਰਬਾਣੀ ਅੰਦਰ ਇਹ ਇੱਕ ਨੁਕਤਾ ਹੈ ਕਿ ਗੁਰਬਾਣੀ ਅੰਦਰ ਜੇ ਬਹੁਤੇ ਨੇ ਤਾਂ ਉਹਦੇ ਅਖੀਰ ਤੋਂ ਔਂਕੜ ਚੱਕ ਦਿੱਤਾ ਜਾਂਦਾ ਹੈ। ਸੁਰ ਨਰ ਮੁਨ ਜਨ ਆਖਾਂ ਹੈ, ਸੁਰ ਨਰ ਮੁਨ ਜਨ ਸੇਵ। ਜਨ ਬਹੁਤੇ ਨੇ, ਇੱਥੇ ਜਨ ਦਾ ਔਂਕੜ ਚੱਕਿਆ ਗਿਆ। ਇਹ ਜ਼ਰੂਰ ਧਿਆਨ ਰੱਖਿਆ ਕਰਿਓ, ਨਹੀਂ ਤਾਂ ਬਹੁਤੇ ਵਾਰੀ ਸਾਨੂੰ ਅਰਥ ਜਿਹੜੇ ਨੇ ਉਹ ਸਮਝ ਨਹੀਂ ਪੈਂਦੇ ਹੁੰਦੇ। ਇੱਕ ਸੰਤ ਸ਼ਬਦ, ਇਹ ਦੋ ਤਰ੍ਹਾਂ ਨਾਲ ਗੁਰਬਾਣੀ ਜਾਂਦਾ। ਸੰਤ ਵੀ ਉਸੇ ਤਰ੍ਹਾਂ ਹੀ ਹੈ। ਜੇ ਬਹੁ ਬਚਨ ਹੋਏਗਾ ਤਾਂ ਰੂਪ ਨਹੀਂ ਬਦਲਦਾ, ਰੂਪ ਉਹੀ ਰਹੇਗਾ। ਤਾਂ ਉਹਦਾ ਰੂਪ ਦੱਸਣ ਵਾਸਤੇ ਉਹਦੀ ਕੁਆਂਟੀਟੀ ਨਾਲ ਲਿਖਣੀ ਪਏਗੀ। ਦੋ ਸੰਤ, ਤਿੰਨ ਸੰਤ। ਓਕੇ, ਜਿਹੜਾ ਸੰਤ ਸ਼ਬਦ ਅੱਜ ਚੱਲ ਰਿਹਾ ਹੈ, ਭਾਵੇਂ ਸੰਤ ਸਮਾਜ ਕਿਹਾ ਜਾਂਦਾ ਹੈ, ਪਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਬਹੁਤੇ ਸੰਤ ਇੱਕ ਥਾਂ ਤੇ ਮਿਲ ਕੇ ਨਹੀਂ ਬੈਠ ਸਕਦੇ। ਜੇ ਬੈਠ ਗਏ ਤਾਂ ਲੜਾਈ ਝਗੜੇ ਹੋ ਜਾਣਗੇ। ਜੇ ਕਿਤੇ ਦੋ ਸੰਤ ਬੈਠੇ ਨੇ ਤੇ ਉਸ ਡੇਰੇ ਪਿੱਛੇ ਵੀ ਰੌਲਾ ਪੈ ਸਕਦਾ, ਔਰ ਪੈ ਰਿਹਾ, ਗੋਲੀਆਂ ਤੱਕ ਵੀ ਚੱਲ ਜਾਂਦੀਆਂ ਨੇ। ਠੀਕ ਹੈ ਜੀ। ਸਭ ਤੋਂ ਵੱਧ ਜੇ ਕੋਈ ਸੰਤ ਬੈਠ ਸਕਦੇ ਨੇ, ਉਹ ਵੀ ਉੱਚ ਚੋਟੀ ਦੀ ਅਵਸਥਾ ਦੇ, ਤਾਂ ਉਹ 36 ਮਹਾਂਪੁਰਸ਼ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬੈਠੇ ਨੇ। ਗੁਰੂ ਸਾਹਿਬਾਨ ਨੇ, ਭਗਤ ਨੇ, ਭੱਟ ਨੇ, ਉੱਚੀ ਅਵਸਥਾ ਦੇ ਨੇ। ਤਾਂ ਖੈਰ ਆਪਣਾ ਟੌਪਿਕ ਸੀ, ਜਦੋਂ ਬਹੁਤੇ ਸੰਤ ਨੇ ਤਾਂ ਕੁਆਂਟੀਟੀ ਦੱਸਣੀ ਪਵੇਗੀ। ਬਹੁਤੇ ਕਹਿਣਾ ਪਏਗਾ, ਦੋ ਕਹਿਣਾ ਪਏਗਾ, ਚਾਰ ਕਹਿਣਾ ਪਏਗਾ, ਕਈ ਸੰਤ ਕਹਿਣਾ ਪਵੇਗਾ। ਠੀਕ ਹੈ ਜੀ। ਗੁਰਬਾਣੀ ਅੰਦਰ ਜਿੱਥੇ ਸੰਤ ਇੱਕ ਬਚਨ ਹੋਏਗਾ, ਉੱਥੇ ਤੱਤੇ ਨੂੰ ਔਂਕੜ ਆ ਜਾਂਦਾ ਹੈ। ਜਿੱਥੇ ਬਹੁ ਬਚਨ ਹੈ, ਉੱਥੇ ਤੱਤੇ ਨੂੰ ਔਂਕੜ ਉੱਡ ਜਾਂਦਾ ਹੈ। ਪਹਿਲਾ ਕਾਰਨ ਬਹੁ ਬਚਨ। ਇੱਕ ਹੋਰ ਨੁਕਤਾ ਇੱਥੇ ਯਾਦ ਕਰ ਲਿਓ, ਤੁਹਾਨੂੰ ਕੰਮ ਦੇਗਾ। ਜਿੱਥੇ ਬਹੁ ਬਚਨ ਸੰਤ ਹੈ, ਉੱਥੇ ਹਰ ਗੁਰਸਿੱਖ ਵਾਸਤੇ ਕਿਹਾ ਹੋਇਆ। ਹਰ ਗੁਰਸਿੱਖ ਨੇ ਅੰਦਰੋਂ ਸੰਤ ਬਣਨਾ ਹੈ, ਬਾਹਰੋਂ ਸਿਪਾਹੀ ਬਣਨਾ। ਜੋ ਅੰਦਰ ਹੈ ਉਹਦਾ ਵਿਖਾਵਾ ਕਰਨ ਦੀ ਲੋੜ ਨਹੀਂ ਹੈ। ਜੋ ਬਾਹਰ ਹੈ ਉਹਨੂੰ ਰੱਬ ਨੂੰ ਸਮਰਪਿਤ ਹੋ ਕੇ ਆਪਾ ਵਾਰਨਾ ਹੈ। ਬਾਹਰੋਂ ਸਿਪਾਹੀ, ਅੰਦਰੋਂ ਸੰਤ। ਜਿੱਥੇ ਬਹੁ ਬਚਨ ਹੈ, ਉੱਥੇ ਗੁਰਸਿੱਖਾਂ ਵਾਸਤੇ ਹੈ। ਜਿੱਥੇ ਇੱਕ ਬਚਨ ਹੈ, ਉੱਥੇ ਜਾਂ ਤਾਂ ਰੱਬ ਨੂੰ ਸੰਤ ਕਿਹਾ ਜਾਂ ਗੁਰੂ ਨੂੰ ਸੰਤ ਕਿਹਾ। ਇਹ ਤੁਸੀਂ ਆਪ ਪਰਖਦੇ ਰਹੋ। ਕਈ ਵਾਰੀ ਸਾਡੀ ਵਿਆਖਿਆ ਦੇ ਵਿੱਚ ਉੱਥੇ ਇੱਕ ਬਚਨ ਹੁੰਦਾ ਹੈ, ਉਹ ਗੁਰੂ ਪ੍ਰਤੀ ਵਰਤਿਆ ਗਿਆ, ਉਹ ਰੱਬ ਪ੍ਰਤੀ ਵਰਤਿਆ ਗਿਆ। ਅਸੀਂ ਉਸ ਨੂੰ ਬੰਦੇ ਪ੍ਰਤੀ ਵਰਤ ਕੇ ਵਿਆਖਿਆ ਕਰ ਦਿੰਦੇ ਹਾਂ, ਕਿਉਂਕਿ ਜਿਹਨੂੰ ਗੁਰਬਾਣੀ ਗ੍ਰਾਮਰ ਦਾ ਗਿਆਨ ਨਹੀਂ, ਉਹ ਗੁਰਬਾਣੀ ਗ੍ਰਾਮਰ ਦਾ ਗਿਆਨ ਨਾ ਹੋਣ ਕਰਕੇ ਉਹ ਜਿਹੜੀਆਂ ਗ੍ਰਾਮੈਟੀਕਲ ਫਾਰਮਸ ਨੇ ਉਹਨੂੰ ਨਹੀਂ ਪਤਾ ਹੁੰਦਾ, ਤੇ ਇਸ ਕਰਕੇ ਉਹ ਉਸ ਨੂੰ ਬਹੁਤੇ ਬੰਦਿਆਂ ਨਾਲ ਜੋੜ ਲੈਂਦਾ ਹੈ। ਤੇ ਇਹ ਯਾਦ ਰੱਖਿਓ ਨੁਕਤਾ, ਇੱਕ ਬਚਨ ਸੰਤ ਜਾਂ ਗੁਰੂ ਨੂੰ ਕਿਹਾ ਜਾਂ ਰੱਬ ਨੂੰ ਕਿਹਾ। ਬਹੁ ਬਚਨ ਸਾਰੇ ਗੁਰਸਿੱਖਾਂ ਨੂੰ ਕਿਹਾ। ਆ ਕਲਾਸ ਦੇ ਵਿੱਚ ਛੋਟੇ ਛੋਟੇ ਬੱਚੇ ਵੀ ਬੈਠੇ ਨੇ। ਇੰਦਰਪਾਲ ਸਿੰਘ ਵੀਰ ਜੀ ਹੋਰਾਂ ਦੀ ਗੋਦੀ 'ਚ ਬੱਚਾ ਹੈ, ਉਹ ਵੀ ਸੰਤ ਹੈ। ਅੰਕਲ ਜੀ ਹੋਰੀ ਬੈਠੇ ਨੇ, ਬਜ਼ੁਰਗ ਬੈਠੇ ਨੇ, ਉਹ ਵੀ ਸੰਤ ਹੈ। ਮਾਤਾ ਜੀ ਹੋਰੀ ਬੈਠੇ ਨੇ ਵੈਨਕੂਵਰ ਵਾਲੇ, ਉਹ ਵੀ ਸੰਤ ਹੈ। ਇੱਥੇ ਨੌਜਵਾਨ ਵੀ ਸੰਤ ਹੈ। ਹਰ ਗੁਰਸਿੱਖ ਨੇ ਅੰਦਰੋਂ ਸੰਤ ਬਣਨਾ ਹੈ। ਗੁਰੂ ਸਾਹਿਬ ਜਦੋਂ ਸੰਤ ਕਹਿ ਕੇ ਪੁਕਾਰਦੇ ਨੇ, ਉਹ ਇਦਾਂ ਨਹੀਂ ਪੁਕਾਰਦੇ ਕਿ ਇਹਨਾਂ ਦੀ ਜਿਹੜੀ ਹੈ ਉਹ ਇਹਨਾਂ ਦੀ ਅਵਸਥਾ ਦੇਖੀਏ ਕੀ ਹੈ। ਉਹ ਅਵਸਥਾ ਦੇਖ ਕੇ ਨਹੀਂ। ਆਨੰਦ ਸਾਹਿਬ ਦੀ ਤੀਜੀ ਪੌੜੀ 'ਚ ਇਹ ਥੋੜੀ ਦੇਖਦੇ ਨੇ ਬੰਦਗੀ ਕੌਣ ਕਿੰਨੀ ਕਰਦਾ ਹੈ, ਸੇਵਾ ਕੌਣ ਕਿੰਨੀ ਕਰਦਾ ਹੈ। ਉੱਥੇ ਤਾਂ ਕਹਿ ਨਾਨਕ ਸੁਣੋ ਸੰਤੋ, ਸਾਰਿਆਂ ਨੂੰ ਹੀ ਕਿਹਾ ਗਿਆ, ਸਾਰੇ ਗੁਰਸਿੱਖਾਂ ਨੂੰ। ਤਾਂ ਪਹਿਲਾ ਨੁਕਤਾ ਯਾਦ ਰੱਖਿਓ ਜੀ, ਜਿੱਥੇ ਸ਼ਬਦ ਬਹੁ ਬਚਨ ਹੋ ਜਾਏਗਾ, ਉਹਦੇ ਅਖੀਰ ਦਾ ਔਂਕੜ ਉੱਡ ਜਾਏਗਾ। ਠੀਕ ਹੈ ਜੀ। ਦੂਸਰਾ ਨੁਕਤਾ,
ਜਿੱਥੇ ਉਹ ਜਿਹੜਾ ਇੱਕ ਬਚਨ ਹੈ ਉਹ ਇਸਤਰੀ ਲਿੰਗ ਬਣ ਗਿਆ, ਫੈਮਿਨਨ ਵਰਡ ਹੋਇਆ, ਪੁਰਸ਼ਵਾਚਕ ਨਹੀਂ ਹੈ, ਇਸਤਰੀਵਾਚਕ ਹੈ, ਤਾਂ ਉਹਦੇ ਅਖੀਰ ਤੇ ਔਂਕੜ ਉੱਡ ਜਾਏਗਾ। ਪੰਕਤੀ ਹੈ ਭਰੀਐ ਹੱਥ ਪੈਰ, ਹੱਥ ਦੇ ਥੱਥੇ ਨੂੰ ਔਂਕੜ ਹੈ, ਜਪਜੀ ਸਾਹਿਬ ਦੀ ਪੰਕਤੀ। ਭਰੀਐ ਹੱਥ ਪੈਰ, ਰਾਰੇ ਨੂੰ ਔਂਕੜ ਹੈ, ਤਨ ਨੰਨੇ ਨੂੰ ਔਂਕੜ ਹੈ, ਦੇਹ ਦੇ ਹਾਹੇ ਨੂੰ ਔਂਕੜ ਨਹੀਂ ਹੈ, ਪਰ ਦੇ ਵੀ ਇੱਕ ਵਚਨ ਹੈ ਇੱਥੇ। ਉਹ ਇੱਕ ਵਚਨ ਦੇ ਔਂਕੜ ਕਿਉਂ ਨਹੀਂ ਹੈ? ਕਿਉਂਕਿ ਇਸਤਰੀ ਲਿੰਗ ਹੈ। ਭੁੱਖਿਆਂ ਭੁੱਖ ਨਾ ਉਤਰੀ, ਭੁੱਖ ਇੱਕ ਵਚਨ ਹੈ ਪਰ ਉਹ ਇਸਤਰੀਵਾਚਕ ਹੈ। ਪੰਜਾਬੀ ਦੇ ਵਿੱਚ ਇਹੀ ਫਰਕ ਹੈ ਜੀ, ਜਿਹਨੂੰ ਆਪਾਂ ਕਹਿੰਦੇ ਨਾ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਗੁਰਮੁਖੀ ਹੈ, ਪੰਜਾਬੀ ਨੂੰ ਸ਼ਿੰਗਾਰ ਦਿੱਤਾ ਗੁਰਬਾਣੀ ਗ੍ਰਾਮਰ ਨਾਲ। ਪੰਜਾਬੀ ਦੇ ਵਿੱਚ ਜਦੋਂ ਕੋਈ ਇਸਤਰੀਵਾਚਕ ਸ਼ਬਦ ਹੁੰਦਾ ਹੈ ਨਾ, ਤੇ ਉਹ ਬਹੁ ਵਚਨ ਹੋ ਜਾਵੇ, ਉਹਦਾ ਰੂਪ ਬਦਲ ਜਾਂਦਾ ਹੈ। ਜੇ ਇੱਕ ਹੈ ਤਾਂ ਕੁਰਸੀ, ਜੇ ਬਹੁਤੀਆਂ ਤਾਂ ਫਿਰ ਪਿੱਛੇ ਆ ਜਾਏਗਾ, ਦੇਖ ਲਿਓ ਤੁਸੀਂ, ਆ ਸ਼ਬਦ ਆ ਜਾਏਗਾ ਬਹੁ ਵਚਨ ਇਸਤਰੀ ਲਿੰਗ ਦੇ, ਕੁਰਸੀਆਂ। ਠੀਕ ਹੈ, ਇੱਕ ਹੈ ਤਾਂ ਸੋਟੀ, ਬਹੁਤੇ ਹੈ ਤਾਂ ਸੋਟੀਆਂ। ਇੱਕ ਸ਼ਬਦ ਹੈ ਬੀਬੀ, ਇੱਕ ਵਚਨ ਹੈ ਤਾਂ ਬੀਬੀ, ਜੇ ਬਹੁ ਵਚਨ ਹੈ ਬੀਬੀਆਂ, ਆ ਸ਼ਬਦ ਆਉਂਦਾ ਪਿੱਛੇ। ਪਰ ਇੱਥੇ ਗੁਰਬਾਣੀ ਅੰਦਰ ਇਸਤਰੀ ਲਿੰਗ ਨੂੰ ਬਹੁ ਵਚਨ ਕਰਨਾ ਹੁੰਦਾ ਹੈ ਤਾਂ ਉਹਦਾ ਔਂਕੜ ਚੱਕਿਆ ਜਾਂਦਾ ਹੈ। ਤੀਸਰਾ ਨੁਕਤਾ ਜੀ, ਜਦੋਂ ਕੋਈ ਸ਼ਬਦ ਕਿਸੇ ਨੂੰ ਸੰਬੋਧਨ ਕੀਤਾ ਜਾਂਦਾ ਹੈ, ਸੰਬੋਧਨ ਵੋਕੇਟਿਵ ਕੇਸ, ਜਾਂ ਤਾਂ ਆਵਾਜ਼ ਮਾਰੀ ਗਈ ਹੈ, ਜਾਂ ਉਹਨੂੰ ਕੋਈ ਕੰਮ ਕਰਨ ਵਾਸਤੇ ਕਿਹਾ ਗਿਆ, ਜਾਂ ਉਹਨੂੰ ਬੁਲਾਇਆ ਗਿਆ, ਉੱਥੇ ਅਖੀਰ ਤੇ ਔਂਕੜ ਚੱਕਿਆ ਜਾਂਦਾ ਹੈ। ਤੇ ਖਾਸ ਤੌਰ ਤੇ ਜਿਹੜਾ ਨਾਨਕ ਸ਼ਬਦ ਹੈ, ਜਿੱਥੇ ਜਿੱਥੇ ਆਵਾਜ਼ ਮਾਰੀ ਗਈ, ਤੁਸੀਂ ਪੜ੍ਹਦੇ ਹੋ ਨਾ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ। ਅਸੀਂ ਇੱਥੇ ਨਾਨਕ ਨਾਮ ਸ਼ਬਦ ਪੜ੍ਹਦੇ ਹਾਂ, ਨਾਨਕ ਨਾਮ ਮਿਲੇ ਤਾਂ ਜੀਵਾਂ। ਉੱਥੇ ਆਪਣੇ ਆਪ ਨੂੰ ਕਹਿੰਦੇ ਨੇ ਨਾਨਕ। ਕੌਣ ਕਹਿ ਰਿਹਾ? ਗੁਰੂ ਅਰਜਨ ਦੇਵ ਸਾਹਿਬ ਜੀ। ਜਿੰਨੇ ਗੁਰੂ ਸਾਹਿਬਾਨ ਨੇ ਉਹ ਆਪਣੇ ਆਪ ਨੂੰ ਸ਼ਬਦ ਦੇ ਅਖੀਰ ਤੇ ਨਾਨਕ ਕਹਿ ਕੇ ਪੁਕਾਰਦੇ ਨੇ। ਇਹ ਯਾਦ ਰੱਖਿਓ, ਜਿੱਥੇ ਅਖੀਰ ਜਿਹੜੇ ਸ਼ਬਦ ਨੂੰ ਵੋਕੇਟਿਵ ਕੇਸ ਹੈ, ਬੁਲਾਇਆ ਗਿਆ ਹੈ, ਤਾਂ ਉੱਥੇ ਜਿਹੜਾ ਹੈ ਉਹ ਔਂਕੜ ਚੱਕਿਆ ਜਾਂਦਾ ਹੈ। ਉਸ ਤੋਂ ਬਾਅਦ ਜੀ ਚੌਥਾ, ਜਿਸ ਇੱਕ ਵਚਨ ਸ਼ਬਦ ਦੇ ਨਾਲ ਕੋਈ ਸੰਬੰਧਕੀ ਪਦ ਆਉਂਦਾ ਹੈ। ਸੰਬੰਧ ਕੀ ਹੁੰਦਾ? ਪ੍ਰੈਪੋਜੀਸ਼ਨ। ਪੰਜਾਬੀ ਦੇ ਵਿੱਚ ਦਾ, ਦੀ, ਨੂੰ, ਤੋਂ ਜਿਹੜੇ ਸ਼ਬਦ ਹੁੰਦੇ ਨਾ, ਨਾਨਕ ਦਾ, ਨਾਨਕ ਕੀ, ਨਾਨਕ ਨੂੰ, ਨਾਨਕ ਤੋਂ, ਹੈ ਨਾ, ਓਕੇ। ਜਾਂ ਤਾਂ ਉਹ ਲਿਖਿਆ ਹੋਏਗਾ ਜੀ, ਜਾਂ ਲਿਖਿਆ ਨਹੀਂ ਹੈ, ਅਰਥਾਂ ਵਿੱਚ ਹੈ, ਫਿਰ ਵੀ ਔਂਕੜ ਨਹੀਂ ਆਏਗਾ। ਇਹ ਯਾਦ ਰੱਖਿਓ। ਹੋ ਸਕਦਾ ਇਹ ਲਿਖਿਆ ਹੋਵੇ ਨਾਨਕ ਕੀ ਅਰਦਾਸ। ਹੁਣ ਜਦੋਂ ਤੁਹਾਨੂੰ ਇਹ ਨੁਕਤਾ ਯਾਦ ਆ ਗਿਆ ਨਾ, ਤੁਸੀਂ ਸੁਣ ਰਹੇ ਹੋ ਕਿਸੇ ਤੋਂ ਨਾਨਕ ਕੀ ਅਰਦਾਸ, ਤਾਂ ਤੁਹਾਨੂੰ ਤੁਰੰਤ ਪਤਾ ਲੱਗ ਜਾਏਗਾ ਕਿ ਇੱਥੇ ਔਂਕੜ ਹੋ ਹੀ ਨਹੀਂ ਸਕਦਾ, ਕਿਉਂਕਿ ਕੀ ਆ ਗਿਆ। ਠੀਕ ਹੈ ਜੀ। ਹੋ ਸਕਦਾ ਉੱਥੇ ਲਿਖਿਆ ਨਾਨਕ ਅਰਦਾਸ, ਤੇ ਉਹ ਦੋ ਤਰ੍ਹਾਂ ਨਾਲ ਆ ਸਕਦਾ ਹੈ। ਜਾਂ ਤਾਂ ਕੱਕੇ ਨੂੰ ਸਿਹਾਰੀ ਆ ਜਾਏਗੀ, ਸਿਹਾਰੀ ਨਾਲ ਪ੍ਰਪੋਜੀਸ਼ਨ ਪ੍ਰਗਟ ਹੁੰਦੀ ਹੈ, ਜਾਂ ਕੱਕਾ ਮੁਕਤਾ ਆ ਜਾਏਗਾ। ਮੁਕਤਾ ਆ ਗਿਆ ਤਾਂ ਉੱਥੋਂ ਪਤਾ ਲੱਗ ਗਿਆ ਸੰਬੰਧ ਕੀ ਪਦ ਹੈ। ਚਾਰੇ ਚੀਜ਼ਾਂ ਮੈਂ ਤੁਹਾਡੇ ਫਿਰ ਦੁਹਰਾ ਦਿਆਂ, ਜਦੋਂ ਇੱਕ ਵਚਨ ਬਹੁ ਵਚਨ ਬਣ ਜਾਂਦਾ ਹੈ, ਉਹਦੇ ਅਖੀਰਲੇ ਅੱਖਰ ਨੂੰ ਔਂਕੜ ਚੱਕਿਆ ਜਾਂਦਾ ਹੈ। ਜਦੋਂ ਇਸਤਰੀ ਲਿੰਗ ਹੁੰਦਾ ਹੈ, ਉਹਦੇ ਅਖੀਰਲੇ ਅੱਖਰ ਨੂੰ ਔਂਕੜ ਚੱਕਿਆ ਜਾਂਦਾ ਹੈ। ਜਦੋਂ ਸੰਬੋਧਨ ਕੀਤਾ ਜਾਂਦਾ ਹੈ ਤਾਂ ਉੱਥੇ ਔਂਕੜ ਨਹੀਂ ਹੁੰਦਾ। ਜਦੋਂ ਕੋਈ ਸੰਬੰਧਕੀ ਪਦ ਲਿਖਿਆ ਹੋਇਆ ਹੈ ਜਾਂ ਅਰਥਾਂ ਵਿੱਚ ਹੈ ਤਾਂ ਉਹਦੇ ਔਂਕੜ ਨਹੀਂ ਹੁੰਦਾ। ਤੁਸੀਂ ਆਹ ਥੋੜਾ ਥੋੜਾ ਧਿਆਨ ਦੇਣਾ ਸ਼ੁਰੂ ਕਰੋਗੇ ਨਾ, ਤੇ ਜਿਹੜਾ ਅਸੀਂ ਕਹਿੰਦੇ ਨਾ ਗੁਰਬਾਣੀ 'ਚ ਮਨ ਨਹੀਂ ਲੱਗਦਾ, ਇੱਕ ਨੋਟ ਰੱਖਿਓ, ਜਦੋਂ ਕਿਤੇ ਡਰਾਈਵਰ ਨੂੰ ਨੀਂਦ ਆਉਂਦੀ ਹੈ ਨਾ, ਆਉਂਦੀ ਲੌਂਗ ਰੂਟ ਤੇ ਹੈ, ਜਦੋਂ ਉਹਨੂੰ ਪਤਾ ਕੋਈ ਸਟਾਪ ਸਾਈਨ ਨਹੀਂ ਆਉਣਾ, ਕੋਈ ਰੈੱਡ ਲਾਈਟ ਨਹੀਂ ਆਉਣੀ, ਕੁਝ ਨਹੀਂ ਆਉਣਾ, ਤੇ ਅੱਗੇ ਪਿੱਛੇ ਕੋਈ ਗੱਡੀ ਨਹੀਂ ਆ ਰਹੀ, ਉਹਨੂੰ ਨੀਂਦ ਨਹੀਂ ਆਏਗੀ, ਨੀਂਦ ਆਉਣ ਲੱਗ ਜਾਏਗੀ। ਤੇ ਜੇ ਉਹਨੇ ਕਿਤੇ ਐਸੀ ਸੜਕ ਤੇ ਤੁਰਨਾ ਜਿੱਥੇ ਅੱਧੇ ਕਿਲੋਮੀਟਰ ਤੇ ਜਿਹੜੀਆਂ ਰੈੱਡ ਲਾਈਟਸ ਆ ਰਹੀਆਂ ਨੇ, ਥੋੜੇ ਥੋੜੇ ਚਿਰ ਬਾਅਦ ਰੈੱਡ ਲਾਈਟ ਆ ਰਹੀਆਂ, ਨੀਂਦ ਹੀ ਨਹੀਂ ਆਏਗੀ। ਗੁਰਬਾਣੀ ਅੰਦਰ ਗ੍ਰਾਮੈਟੀਕਲ ਫਾਰਮਸ, ਜਦੋਂ ਤੁਸੀਂ ਨੁਕਤਿਆਂ ਨੂੰ ਦੇਖੋਗੇ, ਤੁਹਾਡੇ ਅੰਦਰ ਥਾਟ ਪ੍ਰੋਸੈਸ ਚੱਲ ਜਾਏਗਾ, ਤੇ ਤੁਹਾਨੂੰ ਇਹ ਗੱਲਾਂ ਜਦੋਂ ਸਮਝ ਆਉਣ ਲੱਗ ਜਾਣਗੀਆਂ, ਫਿਰ ਤੁਹਾਨੂੰ ਸ਼ਬਦ ਦਾ ਕਨਸੈਪਟ ਲੱਭਣਾ ਬੜਾ ਸੌਖਾ ਹੋ ਜਾਏਗਾ। ਇਹ ਸੀ ਆਪਣੇ ਅੱਜ ਦੇ ਤਿੰਨੋਂ ਟੌਪਿਕ।
मैं चाहांगा अज थोड़े थोड़े सवाल जवाब कर लईए। साडे कोले तकरीबन 17-18 मिनट पए ने। तुसीं कोई भी सवाल किसी दे मन विच है तां तुसीं पुछ सकदे हो। रजिंदर जी, तुसीं पुछना चाहोगे? जिहड़ा सवाल तुसीं पुछ रहे सी सारां दे सामणे पुछना चाहोगे? फतेह बुला के शुरू कर दो रजिंदर जी। तुहाडा माइक नहीं ऑन होया। ऑन हैगा? ओके, हो गया, हो गया। हाँ जी, खालसा वाहिगुरू जी की फतेह। हाँ जी, खालसा वाहिगुरू जी की फतेह। मैं पिछले हफ्ते सवाल ਪੁੱਛਿਆ ਸੀਗਾ ਕਿ ਵਾਹਿਗੁਰੂ ਸ਼ਬਦ ਦੀ ਰਚਨਾ ਜਿਹੜੀ ਕਿੱਦਾਂ ਹੋਈ ਸੀ। ਜਿੱਦਾਂ ਅਸੀਂ ਕਹਿੰਦੇ ਆ ਕਿ ਪਰਮਾਤਮਾ ਦਾ ਨਾਮ ਲਾਈਕ ਜਿੱਦਾਂ ਅਸੀਂ ਕਹਿੰਦੇ ਆ ਕਿ ਜਪੋ ਵਾਹਿਗੁਰੂ ਸਤਨਾਮ ਵਾਹਿਗੁਰੂ, ਇਹਦੀ ਰਚਨਾ ਕਿੱਦਾਂ ਹੋਈ ਸੀ, ਕਿੱਦਾਂ ਸ਼ੁਰੂ ਹੋਇਆ ਸੀ। ਓਕੇ ਜੀ, ਬਹੁਤ ਸੋਹਣਾ ਸਵਾਲ ਹੈ ਜੀ। ਦੋ ਤਰ੍ਹਾਂ ਦੇ ਨਾਲ ਵਾਹਿਗੁਰੂ ਸ਼ਬਦ ਹੈ ਜੀ, ਜੇ ਆਪਾਂ ਜਿਹੜੇ ਸਰੋਤ ਤੇ ਸੋਰਸ ਜਿਹੜੇ ਆ ਉਹਨਾਂ ਵਿੱਚੋਂ ਦੇਖਾਂਗੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ 16 ਵਾਰੀ 16 ਟਾਈਮਸ ਇਹ ਵਾਹਿਗੁਰੂ ਸ਼ਬਦ ਆਇਆ ਤੇ 16 ਦੇ 16 ਵਾਰੀ ਇੱਕੋ ਹੀ ਗਯੰਦ ਭੱਟ ਜੀ ਨੇ ਵਰਤਿਆ। ਭੱਟਾਂ ਦੀ ਬਾਣੀ ਵਿੱਚ ਹੈ। ਭੱਟਾਂ ਦੀ ਬਾਣੀ ਤੋਂ ਬਿਨਾ ਹੋਰ ਕਿਤੇ ਵੀ ਵਾਹਿਗੁਰੂ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ। ਦੂਸਰੀ ਗੱਲ, ਭੱਟਾਂ ਦੇ ਵਿੱਚੋਂ 11 ਭੱਟਾਂ ਦੀ ਬਾਣੀ ਹੈ, ਸਿਰਫ ਗਯੰਦ ਭੱਟ ਜੀ ਨੇ ਵਾਹਿਗੁਰੂ ਸ਼ਬਦ ਵਰਤਿਆ ਔਰ 16 ਵਾਰੀ ਹੈ। ਉਹ 16 ਵਾਰੀ ਜਿਹੜਾ ਵਾਹਿਗੁਰੂ ਸ਼ਬਦ ਆਇਆ ਹੈ, ਹਾਹੇ ਨੂੰ ਸਿਹਾਰੀ ਨਾਲ ਵੀ ਆਇਆ ਹੈ ਤੇ ਹਾਹਾ ਮੁਕਤੇ ਨਾਲ ਵੀ ਆਇਆ। ਜੇ ਸਿਹਾਰੀ ਨਾਲ ਹੈ ਤਾਂ ਇਹਨੂੰ ਪਦ ਛੇਦ ਕਰਕੇ ਵਾਹ ਹੇ ਗੁਰੂ, ਠੀਕ ਹੈ। ਜੇ ਮੁਕਤੇ ਨਾਲ ਆਇਆ ਤੇ ਵਾਹ ਗੁਰੂ। 16 ਦੇ 16 ਵਾਰੀ ਗਿਆਨੰਦ ਭੱਟ ਜੀ ਨੇ ਇਹ ਸ਼ਬਦ ਗੁਰੂ ਬਾਰੇ ਵਰਤਿਆ। ਗੁਰੂ ਸਾਹਿਬ ਦੀ ਵਡਿਆਈ ਕਰਦੇ ਆ, ਗੁਰੂ ਸਾਹਿਬ ਜੀ ਤੁਸੀਂ ਵਾਹ, ਤੁਸੀਂ ਕਮਾਲ ਹੋ, ਠੀਕ ਹੈ ਜੀ। ਉਸ ਤੋਂ ਬਾਅਦ ਭਾਈ ਸਾਹਿਬ ਭਾਈ ਗੁਰਦਾਸ ਜੀ ਹੋਰਾਂ ਨੇ ਇਹ ਸ਼ਬਦ ਜਿਹੜਾ ਹੈ ਇਸ ਨੂੰ ਗੁਰੂ ਪ੍ਰਤੀ ਵੀ ਵਰਤਿਆ ਤੇ ਪੰਥ ਨੇ ਇਸ ਸ਼ਬਦ ਨੂੰ ਜਿਹੜਾ ਸੀ ਉਹ ਰੱਬ ਦੇ ਜਿੱਥੇ ਅਣਗਿਣਤ ਨਾਮ ਨੇ ਉੱਥੇ ਅਚਰਜਤਾ ਦੇ ਵਿੱਚ ਉਸ ਨੂੰ ਵਾਹ ਕਹਿਣਾ। ਤੇ ਗੁਰੂ ਨਾਨਕ ਪਾਤਸ਼ਾਹ ਜੀ ਰੱਬ ਨੂੰ ਗੁਰੂ ਕਹਿੰਦੇ ਸਨ, ਰੱਬੀ ਉਪਦੇਸ਼ ਨੂੰ ਗੁਰੂ ਕਹਿੰਦੇ ਸਨ। ਭਗਤ ਕਬੀਰ ਜੀ ਸੱਚੇ ਗਿਆਨ ਨੂੰ ਗੁਰੂ ਕਹਿੰਦੇ ਸਨ ਤੇ ਇਸ ਲਈ ਰੱਬ ਨੂੰ ਵੀ ਗੁਰੂ ਸਮਝ ਕੇ ਤੇ ਵਾਹ ਸ਼ਬਦ ਦੋਨੋਂ ਜੋੜ ਕੇ ਇਹ ਸ਼ਬਦ ਜਿਹੜਾ ਪੰਥ ਨੇ ਇਹਨੂੰ ਜਿਹੜਾ ਉਹ ਰੱਬ ਦੇ ਨਾਮ ਦੇ ਨਾਲ ਵੀ ਐਕਸੈਪਟ ਕੀਤਾ। ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਕੇਵਲ ਤੇ ਕੇਵਲ ਗੁਰੂ ਪ੍ਰਤੀ ਹੀ ਆਇਆ ਹੈ। ਹਾਂ, ਇੱਕ ਇਹਦੇ ਨਾਲ ਮੈਂ ਜ਼ਰੂਰ ਕਹਿਣਾ ਚਾਹਾਂਗਾ, ਜਿਹੜਾ ਸ਼ਬਦ ਹੁੰਦਾ ਹੈ ਨਾ, ਜਦੋਂ ਅਸੀਂ ਜ਼ੁਬਾਨ ਨਾਲ ਬੋਲਦੇ ਹਾਂ ਤੇ ਉਹ ਸ਼ਬਦ ਦੀ ਕੋਈ ਨਾ ਕੋਈ ਭਾਵਨਾ ਫੀਲਿੰਗ ਹੁੰਦੀ ਹੈ। ਅਗਰ ਉਹ ਹਿਰਦੇ 'ਚ ਭਾਵਨਾ ਨਹੀਂ, ਬਣਾਇਆ ਹੋਇਆ ਸ਼ਬਦ ਹੈ ਤਾਂ ਫਿਰ ਉਹ ਸ਼ਬਦ ਦੀ ਅਸਲੀ ਰਮਜ ਨਹੀਂ ਰਹਿੰਦੀ। ਜਿਵੇਂ ਇੱਕ ਉਦਾਹਰਨ ਦੇਵਾਂ, ਘਰਾਂ ਦੇ ਵਿੱਚ ਆਮ ਤੌਰ ਤੇ ਕਈ ਵਾਰੀ ਸ਼ਰੀਕਾ ਸ਼ਰੀਕੇ ਤੋਂ ਜੈਲਸ ਹੁੰਦਾ ਹੈ। ਇਹ ਆਪਾਂ ਸਾਰੇ ਜਾਣਦੇ ਹਾਂ, ਇਹ ਕੌੜਾ ਸੱਚ ਹੈ। ਇੱਕ ਬੰਦਾ ਘਰ ਬਣਾ ਲਵੇ, ਵਧੀਆ ਘਰ ਬਣਾ ਲਵੇ, ਮਹਿੰਗਾ ਘਰ ਬਣਾ ਲਵੇ, ਉਹਦੇ ਗੁਆਂਢੀ ਤੇ ਉਹਦਾ ਕੋਈ ਨਾ ਕੋਈ ਆਪਣਾ ਸ਼ਰੀਕੇ ਵਾਲਾ ਕਿਤੇ ਨਾ ਕਿਤੇ ਜੈਲਸ ਹੋ ਜਾਂਦਾ ਹੈ। ਉਹਦੀ ਇੱਕ ਨਿਸ਼ਾਨੀ ਹੁੰਦੀ ਹੈ, ਤੁਸੀਂ ਪਰਖ ਕੇ ਦੇਖਿਓ। ਜਦੋਂ ਜੈਲਸ ਹੁੰਦਾ ਨਾ, ਉਹ ਉੱਪਰੋਂ ਤੇ ਤੁਹਾਡੇ ਮੂੰਹ ਤੇ ਤਾਂ ਕਵੇਗਾ ਵਾਹ ਬਹੁਤ ਸੋਹਣਾ ਬਣਿਆ ਜੀ, ਘਰ ਬੜਾ ਕਮਾਲ ਦਾ ਬਣਿਆ। ਤੇ ਜਦੋਂ ਘਰ ਜਾਏਗਾ ਜਾਂ ਆਪਣੇ ਮਿੱਤਰਾਂ ਕੋਲੇ ਬੈਠੇਗਾ ਫਿਰ ਕਹੇਗਾ ਇਹਨਾਂ ਕੋਲੇ ਪੈਸਾ ਪਤਾ ਨਹੀਂ ਕਿੱਥੋਂ ਆਉਂਦਾ ਹੈ। ਲੈ ਇਹਨਾਂ ਦਾ ਕੀ ਹੈ ਜੀ, ਇਹ ਤਾਂ ਚਾਹੇ ਜੇ ਮਰਜ਼ੀ ਪਾ ਲੈਣ, ਇਹਨਾਂ ਨੂੰ ਤਾਂ ਕਮਾਈ ਬਹੁਤ ਹੈ ਜੀ, ਉਹ ਤਾਂ ਆਪਣੇ ਵਰਗਿਆਂ ਲਈ ਔਖਾ ਹੈ। ਇਹਦਾ ਮਤਲਬ ਅੰਦਰੋਂ ਜੈਲਸ ਹੋਇਆ, ਠੀਕ ਹੈ ਨਾ। ਅੰਦਰੋਂ ਜੈਲਸ ਹੋਇਆ ਤਾਂ ਉੱਪਰੋਂ ਜਿਹੜੀਆਂ ਵਧਾਈਆਂ ਦੇ ਰਿਹਾ ਨਾ, ਕਹਿ ਰਿਹਾ ਬਹੁਤ ਸੋਹਣਾ ਹੈ, ਉਹ ਸ਼ਬਦ ਜ਼ਬਾਨ ਤੋਂ ਬੋਲ ਰਿਹਾ, ਉਹਦੇ ਅੰਦਰ ਫੀਲਿੰਗ ਨਹੀਂ ਹੈ। ਇਹ ਜਿਹੜੇ ਸ਼ਬਦ ਹੁੰਦੇ ਨੇ ਨਾ, ਦੋ ਸ਼ਬਦ ਐਸੇ ਨੇ ਜੀ ਜਿਹੜੇ ਜ਼ੁਬਾਨ ਤੋਂ ਨਹੀਂ ਬੋਲੇ ਜਾਂਦੇ, ਉਹ ਅੰਦਰੋਂ ਨਿਕਲਦੇ ਨੇ। ਇੱਕ ਹਾਏ, ਇੱਕ ਵਾਹ। ਹਾਏ ਸ਼ਬਦ ਨਿਕਲਦਾ ਜਦੋਂ ਹਿਰਦਾ ਬਹੁਤ ਦੁਖੀ ਹੋਵੇ, ਆਪਣੇ ਆਪ ਨਿਕਲਦਾ ਔਰ ਉਹ ਚੀਕ ਹੁੰਦੀ ਹੈ ਔਰ ਤੜਫ ਹੁੰਦੀ ਆ। ਤੇ ਵਾਹ ਸ਼ਬਦ ਉਦੋਂ ਨਿਕਲਦਾ ਜਦੋਂ ਹਿਰਦਾ ਬਹੁਤ ਖੁਸ਼ ਹੋਵੇ, ਜਦੋਂ ਬਹੁਤ ਆਨੰਦ ਵਿੱਚ ਹੋਵੇ ਤੇ ਸਾਡੀ ਸੋਚ ਤੋਂ ਪਰੇ ਕੁਝ ਵਾਪਰ ਗਿਆ ਹੋਵੇ। ਜਿਵੇਂ ਕ੍ਰਿਕਟ ਦਾ ਮੈਚ ਹੋ ਰਿਹਾ ਹੈ, ਕਿਸੇ ਨੇ ਹਿੱਟ ਲਾਈ ਹੈ, ਬਾਲ ਉੱਡਦੀ ਜਾ ਰਹੀ ਹੈ,
ਹਰ ਬੰਦਾ ਤੁਸੀਂ ਦੇਖੋਗੇ ਜਿਹੜੇ ਦਰਸ਼ਕ ਹੈ ਨਾ, ਉਹ ਇੰਨਾ ਆਨੰਦ ਲੈ ਰਹੇ ਹੁੰਦੇ, ਏਦਾਂ ਟੇਢੇ ਹੋ ਰਹੇ ਹੁੰਦੇ, ਇਹ ਗਈ ਗਈ ਗਈ, ਤੇ ਉਹ ਸਾਰੇ ਅੰਦਾਜ਼ਾ ਲਾ ਲੈਂਦੇ ਹੁਣ ਨਹੀਂ ਕੈਚ ਹੁੰਦੀ, ਪਰ ਕੋਈ ਉਸ ਵੇਲੇ ਕੈਚ ਕਰ ਗਿਆ, ਕਹਿੰਦੇ ਵਾਹ, ਇਹਦਾ ਮਤਲਬ ਸਾਡੀ ਸੋਚ ਤੋਂ ਪਰੇ ਹੋ ਗਿਆ। ਜੋ ਰੱਬੀ ਵਰਤਾਰੇ ਨੇ, ਕੁਦਰਤ ਵਿੱਚੋਂ ਜਦੋਂ ਰੱਬ ਦੇ ਵਰਤਾਰਿਆਂ ਨੂੰ ਦੇਖਾਂਗੇ, ਸੱਚ ਜਾਣਿਓ ਹਰ ਵਰਤਾਰਾ ਸਾਡੀ ਸੋਚ ਤੋਂ ਪਰੇ ਦਾ ਹੋ ਰਿਹਾ, ਤੇ ਉਹਦੇ ਵਿੱਚੋਂ ਸ਼ਬਦ ਨਿਕਲਦਾ ਵਾਹ ਗੁਰੂ। ਹੁਣ ਇਹ ਭਾਵਨਾ ਗੁਰੂ ਰੱਬ ਨੂੰ ਵੀ ਤੇ ਗੁਰੂ ਸਾਹਿਬ ਨੂੰ ਵੀ ਜੇ ਮਰਜ਼ੀ ਵਰਤਿਆ ਜਾ ਸਕਦਾ ਹੈ, ਪਰ ਵਾਹ ਸ਼ਬਦ ਦੀ ਫੀਲਿੰਗ ਵਾਹ ਹੋਣੀ ਚਾਹੀਦੀ ਹੈ, ਹਾਏ ਵਾਂਗੂ ਨਹੀਂ ਹੋਣਾ ਚਾਹੀਦਾ। ਇਹਨੂੰ ਸਟ੍ਰੈਸ ਦੇ ਕੇ ਨਹੀਂ, ਇਹਨੂੰ ਜ਼ੋਰ ਦੇ ਕੇ ਨਹੀਂ, ਇਹ ਸ਼ਬਦ ਤਾਂ ਅੰਦਰੋਂ ਨਿਕਲਦਾ ਹੁੰਦਾ ਹੈ। ਜਿਹੜਾ ਜ਼ੋਰ ਦੇ ਕੇ ਹੁੰਦਾ ਨਾ, ਇੱਕ ਸ਼ਬਦ ਹੈ, ਸ਼ਾਇਦ ਬਜ਼ੁਰਗ ਸਮਝਣ, ਬੱਚਿਆਂ ਨੂੰ ਨਾ ਪਤਾ ਲੱਗੇ। ਪਿੰਡਾਂ ਦੇ ਵਿੱਚ ਜਦੋਂ ਕੋਈ ਮਰ ਜਾਂਦਾ ਨਾ, ਹੁਣ ਤਾਂ ਨਹੀਂ ਹੈ, ਪੁਰਾਤਨ ਸਮੇਂ 'ਚ ਕੋਈ ਨਾ ਕੋਈ ਇੱਕ ਮਾਈ ਜ਼ਰੂਰ ਹੁੰਦੀ ਸੀ ਜਿਹਨੂੰ ਪਿੱਟਣਾ ਆਉਂਦਾ ਸੀ। ਐਮ ਆਈ ਰਾਈਟ? ਯਾਦ ਹੈ ਨਾ, ਜਿਹਨੂੰ ਪਿੱਟਣਾ ਆਉਂਦਾ ਸੀ, ਉਹਨੂੰ ਦੁੱਖ ਦੱਖ ਕੁਛ ਨਹੀਂ ਸੀ ਹੁੰਦਾ, ਬਸ ਉਹਨੂੰ ਪਿੱਟਣਾ ਆਉਂਦਾ, ਏਦਾਂ ਏਦਾਂ ਮਾਰਦੀ, ਹਾਏ ਤੂੰ ਚਲਿਆ ਗਿਆ ਵੇ, ਉਹਨੂੰ ਰਵਾਉਣਾ ਆਉਂਦਾ ਸੀ, ਉਹਨੂੰ ਆਪ ਨਹੀਂ ਸੀ ਰੋਣਾ ਆਉਂਦਾ। ਉਹ ਐਵੇਂ, ਕਈ ਤਾਂ ਐਸੀਆਂ ਵੀ ਸੀ ਪਿੰਡਾਂ 'ਚ ਗੱਲਾਂ ਕਰਦੇ, ਇਹ ਐਵੇਂ ਕਰਵਾਉਣ ਤੋਂ ਪਹਿਲਾਂ ਨਾ ਅੱਖਾਂ ਨੂੰ ਥੁੱਕ ਲਾ ਲੈਂਦੀ ਹੈ ਤਾਂ ਕਿ ਇਦਾਂ ਲੱਗੇ ਵੀ ਰੋਂਦੀ ਹੈ। ਇਹਦਾ ਮਤਲਬ ਉਹ ਕੀ ਹੈ? ਪਖੰਡ ਹੈ, ਉਹ ਪਖੰਡ ਹੈ। ਮੇਰੇ ਯਾਦ ਹੈ, ਸਾਡੇ ਇੱਕ ਮਾਈ ਹੁੰਦੀ ਸੀ, ਸੋਧਾਂ ਉਹਨੂੰ ਨਾ ਚਾਉ ਹੀ ਚੜਿਆ ਰਹਿੰਦਾ, ਜਦੋਂ ਕੋਈ ਚੜ੍ਹਾਈ ਕਰਦਾ ਨਾ, ਉਹ ਖੇਸ ਘਰੋਂ ਲੈ ਕੇ ਜਾਂਦੀ। ਤੇ ਇੱਕ ਬਜ਼ੁਰਗ ਬਾਰੇ ਨਾ ਕਿਸੇ ਨੇ, ਉਹ ਕਹਿੰਦੇ ਜੀ ਕਿਵੇਂ ਆ ਉਹ ਪਿੰਡ 'ਚ, ਉਹ ਕਹਿੰਦਾ ਜੀ ਬਸ ਉਹ ਤਾਂ ਜੀ ਬਸ ਪੁੱਛੋ ਨਾ ਜੀ, ਆਖਰੀ ਸਾਹ ਜੇ ਲੈ ਰਿਹਾ, ਮੈਨੂੰ ਨਹੀਂ ਲੱਗਦਾ ਕਿ ਉਹ ਅੱਧਾ ਘੰਟਾ ਕੱਟੇਗਾ। ਉਹ ਕਿਤੇ ਅੱਧੇ ਘੰਟੇ ਬਾਅਦ ਉਹਨੂੰ ਦੂਜੇ ਨੂੰ ਪੁੱਛ ਲਿਆ ਜਿਹਨੂੰ ਉਹਨੇ ਦੱਸਿਆ ਸੀ, ਉਹ ਕਹਿੰਦਾ ਕਿਵੇਂ ਹੈ? ਕਹਿੰਦਾ ਜੀ ਮੈਨੂੰ ਉਹ ਮਿਲਿਆ ਸੀ, ਉਹ ਕਹਿੰਦਾ ਸੀ ਵੀ ਕੱਟਦਾ ਨਹੀਂ, ਮੈਨੂੰ ਲੱਗਦੀ ਹੈ ਵੀ ਉਹ ਤਾਂ ਚੜ੍ਹਾਈ ਕਰ ਗਿਆ ਹੋਏਗਾ, ਕਿਉਂਕਿ ਹੁਣ ਤਾਂ ਘੰਟਾ ਹੋ ਗਿਆ। ਹੁਣ ਉਹਨੂੰ ਤੀਜੇ ਬੰਦੇ ਨੂੰ ਕੋਈ ਪੁੱਛਦਾ, ਉਹ ਤੀਜੇ ਨੇ ਕਹਿੰਦਾ ਜੀ ਉਹ ਤਾਂ ਚੜ੍ਹਾਈ ਕਰ ਗਿਆ ਜੀ। ਉਹ ਗੱਲ ਚੱਲਦੇ ਚੱਲਦੇ ਕਿਤੇ ਸੋਧਾਂ ਕੋਲੇ ਪਹੁੰਚ ਗਈ। ਉਹ ਮਾਈ ਨੇ ਚੱਕਿਆ ਖੇਸ, ਉੱਥੇ ਗਈ, ਤੇ ਉਧਰੋਂ ਕਿਤੇ ਬਾਪੂ ਠੀਕ ਹੋ ਗਿਆ, ਤੇ ਬਾਪੂ ਬੈਠਾ, ਉਹਨੂੰ ਪਤਾ ਸੀ ਵੀ ਹਰ ਇੱਕ ਦੇ ਖੇਸ ਚੱਕ, ਉਹ ਵਿਚਾਰੀ ਜਦੋਂ ਦੇਖ ਕੇ ਨਾ ਬਾਪੂ ਜਿਉਂਦਾ ਤੇ ਖੇਸ ਪਿੱਛੇ ਲੁਕੋਵੇ, ਕਹਿੰਦਾ ਆ ਜਾ ਹੁਣ, ਕਹਿੰਦਾ ਤੂੰ ਮੈਨੂੰ ਮਰੇ ਹੀ ਲੋਚਦੀ ਆ, ਹੁਣ ਖੇਸ ਜਾ ਲੁਕਾਉਂਦੀ ਕਿਉਂ ਹੈ? ਇਹਦਾ ਮਤਲਬ ਉਹਦੇ ਅੰਦਰ ਕੋਈ ਤੜਫ ਨਹੀਂ, ਕੋਈ ਦਰਦ ਨਹੀਂ। ਜਿਹਦੇ ਅੰਦਰ ਦਰਦ ਨਹੀਂ, ਉੱਪਰੋਂ ਹੈ। ਇਸੇ ਲਈ ਗੁਰਮਤਿ ਦੇ ਵਿੱਚ ਜਿਹੜੀ ਅਰਦਾਸ ਹੈ ਨਾ, ਆਪ ਕਰਨੀ ਚਾਹੀਦੀ ਹੈ। ਸੱਚ ਜਾਣਿਓ, ਦੂਸਰੇ ਦੇ ਦੁੱਖਾਂ ਦੀ ਅਰਦਾਸ ਕਰਨ ਵਾਲਾ 4-5 ਮਿੰਟਾਂ ਬਾਅਦ ਚੰਚਲਤਾਈ ਦੇ ਵਿੱਚ, ਹਾਸੇ ਖੇਡੇ ਵਿੱਚ ਹੁੰਦਾ ਹੈ, ਉਹਨੂੰ ਕੋਈ ਦਰਦ ਪੀੜਾ ਨਹੀਂ ਹੁੰਦੀ। ਤੁਸੀਂ ਕਿੰਨਾ ਕੁ ਦੇਖਿਆ ਹੋਵੇਗਾ ਕਿ ਕਿਸੇ ਦੇ ਲਈ ਕਿਸੇ ਨੇ ਦੁੱਖ ਦੀ ਅਰਦਾਸ ਕੀਤੀ ਤੇ ਉਹ 15-20 ਦਿਨ ਉਹ ਮਨ ਉਦਾਸ ਰਿਹਾ ਹੋਵੇ, ਉਹਦਾ ਕਦੀ ਦੇਖਿਆ ਤੁਸੀਂ? ਸੱਚ ਇਹ ਹੈ, ਭੇਟਾ ਆਉਣ ਤੋਂ ਬਾਅਦ ਉਹਦਾ ਮਨ ਤਾਂ ਖਿੜ ਜਾਂਦਾ ਹੈ, ਉਦਾਸ ਵਾਲੇ ਦਾ, ਦੁੱਖ ਵਾਲੇ ਦਾ, ਵਿਚਾਰੇ ਦਾ ਦੇਖੀ ਜਾਊਗੀ ਜਦੋਂ ਦੁੱਖ ਦੂਰ ਹੋਏਗਾ। ਇਸ ਲਈ ਰੱਬ ਦੇ ਅੱਗੇ ਆਪ ਅਰਦਾਸ ਕਰਨੀ ਚਾਹੀਦੀ ਹੈ। ਸਾਡੇ ਦੁੱਖ ਨੂੰ ਦੂਸਰਾ ਨਹੀਂ ਸਮਝ ਸਕਦਾ, ਦੂਸਰਾ ਉਸ ਵੇਲੇ ਤਾਂ ਅਰਦਾਸ ਕਰ ਦੇਗਾ, ਥੋੜੇ ਚਿਰ ਬਾਅਦ ਹਾ ਹੂ ਪਤਾ ਨਹੀਂ ਚੰਚਲਤਾਈ ਵਿੱਚ ਕੀ ਕੁਝ ਕਰਦਾ ਪਿਆ ਹੋਏਗਾ, ਕਿਉਂਕਿ ਦੁੱਖ ਦੂਸਰੇ ਨੂੰ ਨਹੀਂ ਹੁੰਦਾ, ਜਿਸ ਤਨ ਲਾਗੀ ਸੋਈ ਜਾਣਾ। ਇਸ ਲਈ ਇਹ ਸ਼ਬਦ ਅੰਦਰੋਂ ਨਿਕਲਣ ਵਾਲਾ। ਹਾਂਜੀ, ਹੋਰ ਕਿਸੇ ਦਾ ਕੋਈ ਕੁਝ ਵੀ ਸਵਾਲ ਜੀ? ਹਾਂਜੀ ਹਾਂਜੀ, ਸਰਦਾਰ ਜੋਗਿੰਦਰ ਸਿੰਘ ਢਿੱਲੋਂ ਅੰਕਲ ਜੀ। ਹਾਂਜੀ ਭਾਈ ਸਾਹਿਬ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਸਵਾਲ ਇਹ ਆ, ਆਪਾਂ ਜਦੋਂ ਗੁਰਬਾਣੀ ਦੇ ਬਹੁਤ ਕਥਾ ਕਰਦੇ ਸੁਣੇ ਨੇ ਬੜੇ ਵਿਦਵਾਨ, ਤੇ ਉਹਨਾਂ ਦਾ ਇੱਕ ਸ਼ਬਦ ਆਉਂਦਾ ਜਿਹੜਾ ਸਭ ਤੇ ਵੱਡਾ ਸਤਿਗੁਰ ਨਾਨਕ। ਹਾਂਜੀ ਹਾਂਜੀ। ਹੁਣ ਸਭ ਤੇ ਵੱਡਾ ਸਤਿਗੁਰ, ਇੱਥੇ ਵਿਸ਼ਰਾਮ ਚਾਹੀਦਾ ਜਾਂ, ਕਿਉਂਕਿ ਗੁਰੂ ਨਾਨਕ ਨੂੰ ਸਭ ਤੋਂ ਵੱਡਾ, ਉਹਨਾਂ ਨੇ ਕਦੀ ਵੀ ਕਿਤੇ ਵੀ ਗੁਰਬਾਣੀ ਦੇ ਵਿੱਚ ਕਿਤੇ ਵੀ ਆਪਾਂ ਨੂੰ ਏਦਾਂ ਦਾ ਕੋਈ ਸੰਕੇਤ ਨਹੀਂ ਮਿਲਦਾ ਜਿੱਥੇ ਕਿ ਉਹਨਾਂ ਨੇ ਆਪਣੇ ਆਪ ਨੂੰ ਉਤੇ ਨੀਚਾ ਅੰਦਰ ਨੀਚੇ ਬਹੁਤ ਕੁਛ ਉਹਨਾਂ ਨੇ ਏਦਾਂ ਸਾਂਝਾ ਹੀ ਨਹੀਂ ਹੁੰਦਾ। ਉਹ ਤਾਂ ਹੈ ਹੀ ਨਹੀਂ ਸੀ ਏਦਾਂ। ਪਰ ਇਹ ਕੀ ਇੱਥੇ ਇਹਦੇ ਲਈ ਤੁਸੀਂ ਤੁਹਾਡਾ ਕੀ ਵਿਚਾਰ ਹੈ? ਹਾਂਜੀ, ਧੰਨਵਾਦ ਅੰਕਲ ਜੀ, ਤੁਹਾਡਾ ਬਹੁਤ ਧੰਨਵਾਦ। ਕਿਉਂਕਿ ਜਦੋਂ ਸਵਾਲ ਪੈਦਾ ਹੁੰਦੇ ਨੇ ਉਹਦੇ ਵਿੱਚ ਬੜਾ ਆਨੰਦ ਆਉਂਦਾ ਹੈ। ਮੇਰੇ ਸਾਹਮਣੇ ਵੀ ਇਹ ਸਵਾਲ ਕਈ ਸਾਲ ਪਹਿਲਾਂ ਆਇਆ ਸੀ ਜੀ। ਇਹ ਸ਼ਬਦ ਜਿਹੜਾ ਜੀ, ਇਹ ਹੈਗਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸੂਹੀ ਰਾਗ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 750 ਦੇ ਉੱਪਰ ਅੰਕਿਤ ਹੈ ਜੀ। ਇਹਦੇ ਚ ਸਤਿਗੁਰ ਦੇ ਰਾਰੇ ਨੂੰ ਵੀ ਔਂਕੜ ਹੈ ਜੀ, ਤੇ ਨਾਨਕ ਦੇ ਕੱਕੇ ਨੂੰ ਵੀ ਔਂਕੜ ਹੈ। ਠੀਕ ਹੈ ਜੀ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਜਿਨ ਕਲ ਰਾਖੀ ਮੇਰੀ,
जिसने मेरी कला मेरी समर्था अंदरली बख्शिश रखी ਉਹ ਹੈ ਸਤਿਗੁਰ। ਤੇ ਹੁਣ ਸਾਨੂੰ ਇੱਕ ਗੁਰੂ ਗੁਰ ਤੇ ਸਤਿਗੁਰ ਆਪਾਂ ਪਹਿਲੇ ਸੈਸ਼ਨ ਵਿੱਚ ਵਿਚਾਰਿਆ ਸੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਜਿਹੜੇ ਉਪਦੇਸ਼ ਨੇ ਗੁਰ ਸਰੂਪ ਹੈ ਜੀ, ਜਿਹੜੀ ਆਵਾਜ਼ ਹੈ ਮੇਰੇ ਗੁਰੂ ਦੀ ਕਹਿ ਕੀ ਰਹੇ ਨੇ ਨਿਰੰਕਾਰ ਦੀ ਬਾਣੀ, ਉਹ ਸਤਿਗੁਰ ਸਰੂਪ ਹੈ ਜਿਹਨੂੰ ਸੱਚਾ ਗਿਆਨ ਕਹਿੰਦੇ ਆ। ਠੀਕ ਹੈ ਜੀ। ਹੁਣ ਇੱਥੇ ਸਭ ਤੋਂ ਵੱਡਾ ਕਿਸ ਨੂੰ ਕਿਹਾ? ਸਤਿਗੁਰ ਸਰੂਪ ਨੂੰ। ਇਹਨੂੰ ਜੇ ਆਪਾਂ ਸਮਝੀਏ, ਇੱਕ ਬੰਦਾ ਗੁਰਬਾਣੀ ਸੁਣ ਰਿਹਾ ਪਰ ਮੰਨ ਨਹੀਂ ਰਿਹਾ, ਉਹਦੇ ਤੇ ਅਸਰ ਨਹੀਂ ਪੈ ਰਿਹਾ। ਜੇ ਉਹਨੂੰ ਉਪਦੇਸ਼ ਸਮਝ ਆ ਜਾਵੇ ਗੁਰ ਸਰੂਪ, ਤੇ ਮੰਨਣ ਦੀ ਸੰਭਾਵਨਾ ਹੋਰ ਵੱਧ ਜਾਏਗੀ। ਤੇ ਜਦੋਂ ਉਸ ਨੂੰ ਜਿਸ ਤਰ੍ਹਾਂ ਦੀ ਸਿਚੁਏਸ਼ਨ ਹੈ ਉਸ ਵੇਲੇ ਯਾਦ ਆ ਗਿਆ, ਕਿਸੇ ਬੰਦੇ ਨੇ ਮਿਸਬਿਹੇਵ ਕੀਤਾ, ਆਪਾਂ ਨਾ ਉਹਦਾ ਕੁਝ ਚੱਕਿਆ, ਨਾ ਕਦੀ ਉਹਦਾ ਬੁਰਾ ਸੋਚਿਆ, ਪਰ ਉਹਨੇ ਆਪਣੇ ਨਾਲ ਮਿਸਬਿਹੇਵ ਕੀਤਾ, ਇੱਕ ਵਾਰੀ ਤਾਂ ਅੰਦਰੋਂ ਅੱਗ ਲੱਗ ਜਾਂਦੀ ਹੈ ਵੀ ਮੈਂ ਇਹਦਾ ਕੀ ਵਿਗਾੜਿਆ। ਫਿਰ ਬਾਅਦ ਵਿੱਚ ਅੰਦਰੋਂ ਇੱਕ ਪੰਕਤੀ ਯਾਦ ਆਉਂਦੀ ਹੈ, ਕੋਈ ਗੱਲ ਨਹੀਂ, ਜੋ ਪਾਵੈ ਭਾਂਡੇ ਵਿੱਚ ਵਸਤ ਸਾਹ ਨਿਕਲੈ, ਕਿਆ ਕੋਈ ਕਰੇ ਵਿਚਾਰਾ, ਕੋਈ ਗੱਲ ਨਹੀਂ, ਉਹਦਾ ਕਲਚਰ ਹੀ ਇਸ ਤਰ੍ਹਾਂ ਦਾ ਹੋਏਗਾ, ਉਹਦੀ ਮਾਤੀ ਇਸ ਤਰ੍ਹਾਂ ਦੀ ਹੋਏਗੀ। ਤਾਂ ਉਹ ਜਿਹੜੀ ਪੰਕਤੀ ਯਾਦ ਆਈ, ਉਹ ਪੰਕਤੀ ਕੀ ਹੈ? ਸਤਿਗੁਰ ਸਰੂਪ ਹੈ। ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੇ ਕਿਥੇ ਮੈਨੂੰ ਲੈ ਛਡਾਏ। ਇੱਥੇ ਸਤਿਗੁਰ ਸਰੂਪ ਨੂੰ ਸਭ ਤੋਂ ਵੱਡਾ ਕਹਿ ਰਹੇ ਨੇ ਜੀ। ਤੇ ਹੁਣ ਜਦੋਂ ਅਸੀਂ ਇਹ ਸ਼ਬਦ ਦੇਖੀਏ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ, ਕਿ ਗੁਰੂ ਅੰਗਦ ਦੇਵ ਸਾਹਿਬ ਜੀ ਵੀ ਆਪਣੇ ਆਪ ਨੂੰ ਨਾਨਕ ਕਹਿੰਦੇ ਨੇ, ਗੁਰੂ ਅਮਰਦਾਸ ਸਾਹਿਬ ਜੀ ਆਪਣੇ ਆਪ ਨੂੰ ਨਾਨਕ ਕਹਿੰਦੇ ਨੇ, ਫਿਰ ਚੌਥੇ ਪਾਤਸ਼ਾਹ, ਪੰਜਵੇਂ ਪਾਤਸ਼ਾਹ, ਨੌਵੇਂ ਪਾਤਸ਼ਾਹ ਜਿੱਥੇ ਜਿੱਥੇ ਆਪਣੇ ਆਪ ਨੂੰ ਸ਼ਬਦ ਵਰਤਦੇ ਨੇ, ਮੈਂ ਨਾਨਕ ਕੀ ਅਰਦਾਸ, ਨਾਨਕ ਨੂੰ ਆ ਦੇ ਦਿਓ, ਉੱਥੇ ਨਾਨਕ ਸ਼ਬਦ ਵਰਤਦੇ ਨੇ। ਉਹ ਜਿਹੜਾ ਨਾਨਕ ਸ਼ਬਦ ਹੈ ਜੀ, ਉਹ ਗਿਆਨ ਦੀ ਜੋਤ ਹੈ, ਉਹ ਸਤਿਗੁਰ ਸਰੂਪ ਦੀ ਜੋਤ ਹੀ ਜਦੋਂ ਭਾਈ ਲਹਿਣਾ ਜੀ ਦੇ ਅੰਦਰ ਪ੍ਰਵੇਸ਼ ਕਰ ਗਈ ਸੀ। ਇੱਥੇ ਜਿਹੜਾ ਨਾਨਕ ਸ਼ਬਦ ਹੈ, ਉਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਰੀਰ ਨਹੀਂ ਹੈ ਜੀ ਗੁਰਬਾਣੀ ਅੰਦਰ। ਇਸ ਨੂੰ ਧਿਆਨ ਚ ਰੱਖਿਓ ਜੀ, ਕਿਉਂਕਿ ਸਰੀਰ ਨੂੰ ਗੁਰੂ ਸਾਹਿਬਾਨਾਂ ਨੇ ਗੁਰੂ ਮੰਨਿਆ ਹੀ ਨਹੀਂ। ਜਦੋਂ ਜੋਗੀ ਪੁੱਛਦੇ ਨੇ ਤੁਹਾਡਾ ਗੁਰੂ ਕੌਣ, ਕਹਿੰਦੇ ਜੀ ਸ਼ਬਦ ਗੁਰੂ, ਸੁਰਤ ਧੁਨ ਚੇਲਾ। ਤੇ ਚਲੋ ਗੁਰੂ ਨਾਨਕ ਪਾਤਸ਼ਾਹ ਵੇਲੇ ਤਾਂ ਇਹ ਸਮਝ ਆਉਂਦੀ ਹੈ ਕਿ ਉਹ ਤੇ ਪਹਿਲਾਂ, ਉਹਨਾਂ ਤੋਂ ਪਹਿਲਾਂ ਤਾਂ ਕੋਈ ਗੁਰੂ ਹੈ ਨਹੀਂ ਸੀ। ਪਰ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਨੂੰ ਪੁੱਛਿਆ ਗੁਰੂ ਕੌਣ ਹੈ, ਕਹਿੰਦੇ ਜੀ ਬਾਣੀ ਗੁਰੂ, ਗੁਰੂ ਹੈ ਬਾਣੀ। ਠੀਕ ਹੈ ਜੀ। ਗਿਆਨ ਗੁਰੂ ਕਿਹਾ। ਇੱਥੇ ਜਿਹੜਾ ਨਾਨਕ ਸ਼ਬਦ ਹਰ ਸ਼ਬਦ ਦੇ ਅਖੀਰ ਤੇ ਆਉਂਦਾ ਹੈ ਜੀ, ਉਹ ਸੱਚੇ ਗਿਆਨ ਦੀ ਜੋਤ ਪ੍ਰਤੀ ਹੀ ਆਉਂਦਾ ਹੈ। ਇਸ ਲਈ ਜਿਹੜੇ ਜਿਹੜੇ ਵੀ ਗੁਰੂ ਸਾਹਿਬ ਨੇ ਵਰਤਿਆ, ਉਹ ਉਸ ਨਾਨਕ ਜੋਤ ਦਾ ਹੀ ਜ਼ਿਕਰ ਕੀਤਾ ਹੈ। ਤੇ ਉਹ ਜਿਹੜੀ ਨਾਨਕ ਜੋਤ ਹੈ, ਉਹ ਇੱਕ ਤਾਂ ਜੋਤ, ਇੱਕ ਸਰੂਪ, ਦੋ ਚੀਜ਼ਾਂ ਨੇ ਜੀ। ਹਰ ਬੰਦੇ ਦੇ ਵੀ ਹੈ, ਇੱਕ ਬੰਦੇ ਦਾ ਸਰੀਰ ਹੈ, ਇੱਕ ਉਹਦੀ ਆਤਮਾ ਹੈ। ਠੀਕ ਹੈ ਜੀ। ਆਤਮਾ ਜੋਤ ਹੈ, ਸਰੀਰ ਸਰੂਪ ਹੈ। ਸਰੂਪ ਤੇ ਜੋਤ ਦੇ ਵਿੱਚੋਂ ਜਿਹੜੀ ਮਹੱਤਤਾ ਹੈ, ਉਹ ਹਮੇਸ਼ਾ ਹੀ ਜੋਤ ਦੀ ਹੁੰਦੀ ਹੈ। ਬੰਦੇ ਵਿੱਚ ਵੀ ਸਰੀਰ ਦੀ ਕੋਈ ਮਹੱਤਤਾ ਨਹੀਂ, ਜੋਤ ਦੀ ਮਹੱਤਤਾ ਹੈ। ਇਸ ਲਈ ਜਿਹੜੀ ਜੋਤ ਸੀ, ਜੋਤ ਓਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ। ਇਹਦਾ ਫਰਕ ਕੀ, ਇਹਦਾ ਕਨਫਿਊਜ਼ਨ ਕਿੱਥੇ ਹੋ ਰਿਹਾ ਜੀ? ਜਿੱਥੇ ਅਸੀਂ ਸਤਿਗੁਰ ਨੂੰ ਗੁਰੂ ਸਰੂਪ ਸਮਝਦੇ ਹਾਂ, ਗੁਰ ਨੂੰ ਅਸੀਂ ਗੁਰੂ ਸਰੂਪ ਸਮਝਦੇ ਹਾਂ। ਗੁਰੂ ਸਰੂਪ ਸਰੀਰ ਹੈ ਜੀ, ਸਰੂਪ ਹੈ, ਆਕਾਰ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਾਂ ਦੇਖਦੇ ਹਾਂ, ਜਿਹੜੇ ਅੱਜ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨੇ, ਤੁਹਾਨੂੰ 4 ਅਲੱਗ-ਅਲੱਗ ਸਰੂਪ ਦਿਸਣਗੇ। ਇੱਕ ਸਰੂਪ ਤਾਂ ਹੈ ਲੜੀਵਾਰ ਜੀ, ਇੱਕ ਹੈ ਪਦਛੇਦ, 2 ਇਹ ਹੋ ਗਏ ਜੀ ਪਦਛੇਦ ਦੇ ਵਿੱਚੋਂ। ਫਿਰ ਇੱਕ ਹੈ ਵੱਡ ਆਕਾਰੀ ਸਰੂਪ, ਇੱਕ ਹੈ ਮੀਡੀਅਮ ਸਰੂਪ, ਇੱਕ ਹੈ ਸਫਰੀ ਸਰੂਪ। ਹੁਣ ਜਦੋਂ ਆਪਾਂ ਕਹਾਂਗੇ ਸਫਰੀ ਸਰੂਪ ਕੀ ਹੁੰਦਾ ਜੀ, ਤੇ ਅਸੀਂ ਬੱਚਿਆਂ ਨੂੰ ਕਿਵੇਂ ਦੱਸਾਂਗੇ? ਬੇਟੇ ਸਫਰੀ ਸਰੂਪ ਥੋੜਾ ਜਿਹਾ ਛੋਟਾ ਹੁੰਦਾ, ਐਡਾ ਕੁ ਹੁੰਦਾ। ਕਿਹਦੀ ਗੱਲ ਹੋ ਰਹੀ ਹੈ? ਸਰੀਰ ਦੀ, ਆਕਾਰ ਦੀ, ਸਰੂਪ ਦੀ। ਆਪਣੇ ਬਹੁਤਾ ਵਿਆਖਿਆ ਜਿਹੜੀ ਕੀਤੀ ਗਈ ਨਾ ਜੀ, ਉਹ ਗੁਰ ਸ਼ਬਦ ਨੂੰ ਵੀ ਸਰੀਰ ਰੂਪ ਵਿੱਚ ਵਿਆਖਿਆ ਕੀਤੀ ਗਈ। ਯਾਨੀ ਗੁਰ ਨੂੰ ਵੀ ਗੁਰੂ ਗ੍ਰੰਥ ਸਾਹਿਬ ਮੰਨਿਆ ਗਿਆ, ਸਤਿਗੁਰ ਨੂੰ ਵੀ ਗੁਰੂ ਗ੍ਰੰਥ ਸਾਹਿਬ ਮੰਨਿਆ ਗਿਆ, ਜਦ ਕਿ ਸਤਿਗੁਰ ਸਰੂਪ ਗੁਰਬਾਣੀ ਦੇ ਅੰਦਰ ਹੈ। ਮੈਂ ਇੱਕ ਉਦਾਹਰਨ ਦੇਵਾਂ, ਇੱਕ ਬੰਦੇ ਨੇ ਹੁਕਮਨਾਮਾ ਲਿਆ ਜਾਂ ਹੁਕਮਨਾਮਾ ਸੁਣਿਆ, ਯਕ ਅਰਜ ਗੁਫਤਮ ਪੇਸ਼ ਤੋਦਰ ਗੋਸ਼ ਕੁਨ ਕਰਤਾਰ। ਠੀਕ ਹੈ। ਪਰ ਉਹਨੂੰ ਕੁਝ ਨਹੀਂ ਪਤਾ ਲੱਗਿਆ ਗੋਸ਼ ਕੀ ਹੁੰਦਾ ਹੈ, ਕੁਨ ਕੀ ਹੁੰਦਾ ਹੈ, ਯਕ ਕੀ ਹੁੰਦਾ ਹੈ, ਅਰਜ਼ ਕੀ ਹੁੰਦਾ ਹੈ, ਗੁਫਤਮ ਕੀ ਹੁੰਦਾ ਹੈ, ਉਹਨੂੰ ਕੁਝ ਨਹੀਂ ਪਤਾ ਲੱਗਿਆ। ਇਹਦਾ ਮਤਲਬ ਉਹ ਕਿਸ ਨੂੰ ਮਿਲਿਆ? ਗੁਰੂ ਨੂੰ ਮਿਲਿਆ, ਪਰ ਗੁਰ ਸਰੂਪ ਦਾ ਮਿਲਾਪ ਨਹੀਂ ਹੋ ਸਕਿਆ, ਉਹਨੂੰ ਪਤਾ ਹੀ ਨਹੀਂ ਲੱਗਿਆ, ਉਪਦੇਸ਼ ਨਹੀਂ ਪਤਾ ਲੱਗੇ। ਤਾਂ ਉਹਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਕੀਤੇ, ਗੁਰਬਾਣੀ ਦੇ ਦੀਦਾਰ ਕੀਤੇ, ਗੁਰਬਾਣੀ ਦੇ ਅੱਖਰਾਂ ਦੇ ਦੀਦਾਰ ਕੀਤੇ, ਪਰ ਉਸਨੂੰ
ਸ਼ਬਦ ਸਰੂਪ ਦੇ ਦੀਦਾਰ ਨਹੀਂ ਹੋਏ, ਉਹਨੂੰ ਨਹੀਂ ਪਤਾ ਗੁਪਤਮ ਕੀ ਹੈ, ਉਹਨੂੰ ਨਹੀਂ ਪਤਾ ਗੋਸ਼ ਕੁਨ ਕੀ ਹੁੰਦਾ ਹੈ, ਉਹਨੂੰ ਨਹੀਂ ਪਤਾ ਯਕ ਅਰਜ਼ ਕੀ ਹੁੰਦਾ ਹੈ। ਠੀਕ ਹੈ, ਇਸ ਤਰ੍ਹਾਂ ਉਹਦੇ ਸ਼ਬਦ ਸਰੂਪ ਦੇ ਦੀਦਾਰ ਨਹੀਂ ਹੋਏ। ਇੱਕ ਬੰਦਾ ਹੁਕਮਨਾਮਾ ਸੁਣ ਰਿਹਾ ਹੈ, ਉਹਨੇ ਜਦੋਂ ਉਹੀ ਹੁਕਮਨਾਮਾ ਸੁਣਿਆ ਜਾਂ ਪੜ੍ਹਿਆ, ਉਹਨੂੰ ਪਤਾ ਲੱਗਿਆ ਯਕ ਦੇ ਅਰਥ ਇੱਕ ਹੁੰਦਾ ਹੈ, ਅਰਜ਼ ਦੇ ਅਰਥ ਬੇਨਤੀ ਹੁੰਦਾ ਹੈ, ਗੁਪਤਮ ਦੇ ਅਰਥ ਵਿਚਾਰ ਹੁੰਦੇ ਨੇ, ਤੇ ਘੋਸ਼ ਕੁਨ ਹੁੰਦਾ ਹੈ ਕੰਨ ਕਰਕੇ ਸੁਣ, ਮੇਰੇ ਧਿਆਨ ਨਾਲ ਸੁਣ, ਹੇ ਕਰਤਾਰ, ਤਾਂ ਉਹਨੂੰ ਸ਼ਬਦ ਸਮਝ ਲੱਗ ਗਏ। ਠੀਕ ਹੈ ਜੀ, ਤਾਂ ਹੁਣ ਉਹਦਾ ਮਿਲਾਪ ਕਿਹਦੇ ਨਾਲ ਹੋ ਗਿਆ? ਗੁਰ ਸਰੂਪ ਨਾਲ ਹੋ ਗਿਆ। ਤੇ ਆਮ ਤੌਰ ਤੇ ਵਿਆਖਿਆ ਗੁਰ ਤੇ ਗੁਰੂ ਦੀ ਇੱਕੋ ਹੀ ਕਰ ਦਿੱਤੀ ਗਈ, ਤੇ ਸਾਡੇ ਸਾਹਮਣੇ ਇੱਕ ਸਰੀਰ ਆ ਗਿਆ, ਇੱਕ ਆਕਾਰ ਆ ਗਿਆ। ਠੀਕ ਹੈ ਜੀ, ਫਿਰ ਆਕਾਰ ਇਹ ਵੀ ਆ ਗਿਆ ਕਿ ਮੇਰੇ ਘਰ ਸਫਰੀ ਸਰੂਪ ਹੈ, ਉਹ ਗੁਰੂ ਗ੍ਰੰਥ ਸਾਹਿਬ ਜੀ ਨੇ। ਉੱਥੇ ਦਰਬਾਰ ਸਾਹਿਬ ਦੇ ਅੰਦਰ ਹੱਥ ਲਿਖਤਾ, ਬਹੁਤ ਵੱਡਾ ਸਰੂਪ ਹੈ, ਬੈੱਡ ਜਿਹੜਾ ਸਰੂਪ ਹੈ, ਉੱਥੇ ਉਹ ਸਾਹਮਣੇ ਆ ਗਿਆ। ਪਰ ਗੁਰ ਜਿਹੜਾ ਹੈ ਉਹ ਸ਼ਬਦ ਸਰੂਪ ਹੈ, ਉਪਦੇਸ਼ ਸਰੂਪ। ਓਕੇ, ਇਹ ਤਾਂ ਹੋ ਗਿਆ ਕਿ ਰੱਬ ਨੂੰ ਕਿਹਾ, ਵਿਸ਼ਵਾਸ ਵਿੱਚ ਕਿਹਾ ਕਿ ਮੈਂ ਤੇਰੇ ਅੱਗੇ ਬੇਨਤੀ ਕਰਦਾ, ਵਾਹਿਗੁਰੂ ਪਿਤਾ ਜੀ ਪੂਰੇ ਧਿਆਨ ਨਾਲ ਸੁਣੀ। ਠੀਕ ਹੈ ਜੀ, ਹੁਣ ਉਹ ਜ਼ਿੰਦਗੀ ਜਿਉਂ ਰਿਹਾ, ਹੁਕਮਨਾਮਾ ਸੁਣ ਕੇ ਜ਼ਿੰਦਗੀ ਜਿਉਂਦਿਆਂ ਕੋਈ ਵਿਘਨ ਆ ਗਿਆ, ਕੋਈ ਮੁਸ਼ਕਲ ਆ ਗਈ, ਕੰਮ ਨਹੀਂ ਬਣਿਆ, ਕੰਮ ਫੇਲ ਹੋ ਗਿਆ, ਹੁਣ ਉੱਥੇ ਕਲਪਦਾ ਪਿਆ, ਫਲਾਣੇ ਨੂੰ ਕਹਾਂ, ਤਿਮਕੇ ਨੂੰ ਕਹਾਂ, ਇਹਦਾ ਕਿਵੇਂ ਬਣੇ, ਇਹਦੇ ਲਈ ਪੈਸਾ ਖਰਚ ਕਰਦੇ ਆ, ਫਲਾਣੇ ਤੋਂ ਇਹ ਕੰਮ ਕਰਾ ਲਾਂ, ਤੇ ਉਹਦਾ ਧਿਆਨ ਉਸ ਗੱਲ ਵੱਲ ਨਹੀਂ। ਉੱਥੇ ਸੁਣ ਕੇ ਕੀ ਆਇਆ ਸੀ ਕਿ ਹੇ ਵਾਹਿਗੁਰੂ ਜੀ ਧਿਆਨ ਨਾਲ ਮੇਰੀ ਗੱਲ ਸੁਣੋ। ਇਹਦਾ ਮਤਲਬ ਹੁਣ ਇਹਨੂੰ ਇਹ ਰੱਬ ਦੀ ਆਵਾਜ਼ ਅੰਦਰੋਂ ਨਹੀਂ ਗੂੰਜ ਰਹੀ, ਮੈਂ ਕੀ ਕਰਨਾ ਹੈ, ਇਹਦੇ ਅੰਦਰੋਂ ਆਵਾਜ਼ ਨਹੀਂ ਸੁਣ ਰਹੀ, ਤਾਂ ਹੁਣ ਸਤਿਗੁਰ ਸਰੂਪ ਦੇ ਦੀਦਾਰ ਨਹੀਂ ਹੋਏ। ਜਦੋਂ ਅਸੀਂ ਗੁਰ ਸਰੂਪ, ਅੰਕਲ ਜੀ, ਜਦੋਂ ਅਸੀਂ ਗੁਰ ਸਰੂਪ, ਗੁਰੂ ਸਰੂਪ ਤੇ ਸਤਿਗੁਰ ਸਰੂਪ ਨੂੰ ਸਮਝਾਂਗੇ, ਤਾਂ ਸਤਿਗੁਰ ਸਰੂਪ ਨਾਨਕ ਜੀ ਦੀ ਜੋਤ ਵੀ ਸੀ, ਤੇ ਨਾਨਕ ਜੀ ਗੁਰੂ ਸਰੂਪ ਵੀ ਸਨ। ਠੀਕ ਹੈ ਨਾ ਜੀ, ਨਾਨਕ ਜੀ ਗੁਰੂ ਸਰੂਪ ਵੀ ਸਨ, ਨਾਨਕ ਜੀ ਸਤਿਗੁਰ ਸਰੂਪ ਵੀ ਸਨ, ਯਾਨੀ ਜੋਤ ਵੀ ਨਾਨਕ ਜੀ ਸਨ ਤੇ ਸਰੀਰ ਵੀ ਨਾਨਕ ਜੀ ਸੀ। ਤੇ ਜਦੋਂ ਉਹ ਸਰੀਰ ਜੋਤ ਜਿਹੜੀ ਹੈ ਭਾਈ ਲਹਿਣਾ ਜੀ ਦੇ ਅੰਦਰ ਚਲੀ ਗਈ, ਤਾਂ ਹੁਣ ਜਿਹੜਾ ਸਰੀਰ ਸੀ, ਸਰੀਰ ਨਾਨਕ ਨਹੀਂ, ਸਰੀਰ ਕਿਹੜਾ ਹੈ? ਗੁਰੂ ਅੰਗਦ ਦੇਵ ਜੀ। ਤੇ ਜੋਤ ਕਿਹੜੀ ਹੈ? ਜੋਤ ਨਾਨਕ ਹੈ। ਤੇ ਜਦੋਂ ਗੁਰਗੱਦੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਮਿਲੀ, ਤਾਂ ਸਰੀਰ ਹੁਣ ਬਦਲ ਗਿਆ। ਸਰੀਰ ਕੌਣ ਹੈ? ਗੁਰੂ ਅਮਰਦਾਸ ਜੀ। ਠੀਕ ਹੈ ਜੀ, ਤੇ ਫਿਰ ਜੋਤ ਕਿਹੜੀ ਹੈ? ਜੋਤ ਨਾਨਕ ਹੀ ਚੱਲੀ ਆਉਂਦੀ ਹੈ। ਇੱਕ ਕਈ ਵਾਰੀ ਸਾਨੂੰ ਇਹ ਕਿਹਾ ਜਾਂਦਾ ਹੈ ਕਿ ਜੀ ਇਹ ਆਪਣੇ ਆਪਣੀ ਵਿਚਾਰਧਾਰਾ ਹੈ ਜੀ, ਉਹਨਾਂ ਗੁਰੂ ਗ੍ਰੰਥ ਸਾਹਿਬ ਤੇ ਹੱਥ ਰੱਖਿਆ, ਉਹਨਾਂ ਨੂੰ ਦਿਲ ਧੜਕਦਾ ਦਿਸਿਆ। ਮੈਂ ਬੇਨਤੀ ਕਰਾਂ, ਸਾਨੂੰ ਇੱਕ ਚੀਜ਼ ਸਮਝਣੀ ਪਵੇਗੀ, ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਚਿੱਟਾ ਦਾੜਾ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਹਾਲੇ ਕਾਲਾ ਦਾੜਾ ਸੀ ਜਦੋਂ ਜੋਤੀ ਜੋਤ ਸਮਾ ਗਏ ਨੇ। ਠੀਕ ਹੈ ਜੀ, ਤੇ ਗੁਰੂ 8ਵੇਂ ਪਾਤਸ਼ਾਹ ਦਾ ਦਾੜਾ ਹੈ ਹੀ ਨਹੀਂ ਸੀ, ਕਿਉਂਕਿ 7.25 ਸਾਲ ਦੀ, ਪੌਣੇ 8 ਸਾਲ ਦੀ ਉਮਰ ਸੀ ਸਾਰੀ, ਉਦੋਂ ਜੋਤੀ ਜੋਤ ਸਮਾ ਗਏ ਨੇ। ਤੇ ਜੇ ਕੋਈ ਗੁਰੂ ਅਮਰਦਾਸ ਪਾਤਸ਼ਾਹ ਜੀ ਵੇਲੇ ਕਹਿੰਦਾ ਸੀ ਕਿ ਜੇ ਮੈਨੂੰ ਮੌਕਾ ਮਿਲ ਜਾਵੇ ਮੇਰੇ ਗੁਰੂ ਪਾਤਸ਼ਾਹ ਦੇ ਇਸ਼ਨਾਨ ਕਰਾਉਣ ਦਾ, ਤੇ ਮੈਂ ਗੁਰੂ ਪਾਤਸ਼ਾਹ ਦੇ ਚਿੱਟੇ ਚਿੱਟੇ ਦਾੜੇ ਦੇ, ਪਵਿੱਤਰ ਦਾੜੇ ਦੇ, ਜਿਹੜੇ ਮੈਂ ਉਹਨਾਂ ਦਾ ਇਸ਼ਨਾਨ ਕਰਾਵਾਂ ਦਾੜੇ ਦਾ, ਤੇ ਮੈਂ ਕਿੰਨਾ ਭਾਗਾਂ ਵਾਲਾ ਹੋਵਾਂ। ਤੇ ਜੇ ਇਹ ਭਾਵਨਾ ਉਹਦੀ 8ਵੇਂ ਪਾਤਸ਼ਾਹ ਵੇਲੇ ਹੋਵੇ ਕਿ ਮੈਂ 8ਵੇਂ ਪਾਤਸ਼ਾਹ ਦੇ ਦਾੜੇ ਦੇ ਇਸ਼ਨਾਨ ਕਰਾਵਾਂ, ਹੋ ਜਾਏਗਾ? ਨਹੀਂ। ਇਹਦਾ ਮਤਲਬ ਸਰੂਪ ਬਦਲਦੇ ਨੇ, ਸਰੂਪ ਦਾ ਸਤਕਾਰ ਬਦਲਦਾ ਹੈ, ਤੇ ਸਰੂਪ ਦੇ ਸਤਕਾਰ 'ਚ ਸਰੂਪ ਦੀ ਸੰਭਾਲ ਬਦਲਦੀ ਹੈ, ਸਤਕਾਰ ਸੰਭਾਲ। ਠੀਕ ਹੈ ਜੀ, ਜਿਹੜੇ ਸਰੂਪ ਸਨ, ਸਰੂਪ ਦੇ ਨਾਮ ਸਾਡੇ ਕੋਲੇ 11 ਨੇ ਜੀ। ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ 10 ਨਾਮ ਉਹ ਨੇ, ਤੇ ਉਸੇ ਸਰੂਪ ਦਾ ਹੁਣ ਨਾਮ ਹੈ ਗੁਰੂ ਗ੍ਰੰਥ ਸਾਹਿਬ ਜੀ। ਇਸ ਕਰਕੇ ਸਾਡਾ ਵਿਸ਼ਵਾਸ ਹੈ ਕਿ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜਿਹੜਾ ਹੈ ਉਹ ਗੁਰੂ ਸਰੂਪ ਹੈ ਜੀ। ਠੀਕ ਹੈ ਜੀ, ਤੇ ਜਿਹੜੀ ਸਤਿਗੁਰ ਸਰੂਪ ਹੈ ਉਹ ਜੋਤ ਹੈ ਜੀ। ਇੱਥੇ ਮੇਰਾ ਆਪਣਾ ਅਨੁਮਾਨ ਹੈ ਕਿ ਇੱਥੇ ਨਾਨਕ ਜੋਤ ਦਾ ਜ਼ਿਕਰ ਹੈ ਜੀ, ਨਾਨਕ ਸਰੀਰ ਦਾ ਜ਼ਿਕਰ ਨਹੀਂ ਹੈ। ਨਾਨਕ ਜੋਤ ਤੇ ਸਤਿਗੁਰ ਦੋ ਅਲੱਗ-ਅਲੱਗ ਚੀਜ਼ਾਂ ਨਹੀਂ ਹੈ। ਇਦਾਂ ਕਹਿ ਲਓ, ਜੇ ਨਾਨਕ ਜੋਤ ਹੈ ਤੇ ਸਤਿਗੁਰ ਉਹਦਾ ਐਡਜੈਕਟਿਵ ਹੈ, ਜੇ ਸਤਿਗੁਰ ਜੋਤ ਹੈ ਤੇ ਨਾਨਕ ਉਹਦਾ ਐਡਜੈਕਟਿਵ ਹੈ। ਇਸ ਲਈ ਨਾਉਨ ਤੇ ਐਡਜੈਕਟਿਵ ਦੋਨਾਂ ਦੇ ਅਖੀਰ ਤੇ ਇੱਕ ਬਚਨ ਦੇ ਅਖੀਰ ਤੇ ਔਂਕੜ ਹੈ। ਇਸ ਲਈ ਸਭ ਤੋਂ ਵੱਡਾ ਸਤਿਗੁਰ ਨਾਨਕ, ਉਹ ਜੋ ਸਤਿਗੁਰ ਸਰੂਪ ਹੈ, ਜੋ ਨਾਨਕ ਜੀ ਦੀ ਜੋਤ ਹੈ, ਉਹ ਸਭ ਤੋਂ ਵੱਡੀ ਹੈ, ਤੇ ਉਸਨੇ ਮੇਰੀ ਕੱਲ ਰੱਖੀ ਹੋਈ ਹੈ ਜੀ। ਹਾਂਜੀ, ਹੋਰ ਕਿਸੇ ਦਾ ਕੋਈ ਵੀ ਸਵਾਲ ਹੋਵੇ ਜੀ, ਆਪਾਂ ਸਮਾਪਤੀ ਕਰੀ। ਹਾਂਜੀ ਠੀਕ ਹੈ ਜੀ, ਜੋਗਿੰਦਰ ਸਿੰਘ ਅੰਕਲ ਜੀ।
ਹਾਂਜੀ, ਪਹਿਲੀ ਤਾਂ ਗੱਲ ਜੀ, ਤੁਹਾਡੀ ਇਸ ਪਿਆਰੀ ਮਿਹਨਤ ਦਾ ਬਹੁਤ ਬਹੁਤ ਧੰਨਵਾਦ ਜੀ। ਦੂਸਰਾ ਸਵਾਲ ਤੁਸੀਂ ਆਲਰੇਡੀ ਪਹਿਲਾਂ ਦੱਸ ਦਿੱਤਾ ਵੀ ਮੇਰੇ ਮਨ ਚ ਬਹੁਤ ਚਿਰਾਂ ਦੀ ਇਹ ਤਾਂਘ ਰਹਿੰਦੀ ਆ। ਅੰਕਲ ਜੀ ਰਿਪੀਟ ਕਰਿਓ, ਤੁਹਾਡੀ ਆਵਾਜ਼ ਕੱਟ ਗਈ ਮਾੜੀ ਜੀ, ਮੈਨੂੰ ਦੁਬਾਰੇ ਰਿਪੀਟ ਕਰ ਦਿਓ। ਹਾਂਜੀ, ਹਾਂਜੀ ਵੀ ਮੇਰੇ ਮਨ ਚ ਬਹੁਤ ਵਾਰੀ ਇਹ ਵਿਚਾਰ ਆਇਆ, ਚੰਗਾ ਤੁਸੀਂ ਆਪ ਹੀ ਉਹ ਸਵਾਲ ਅੱਜ ਕਰ ਦਿੱਤਾ ਹਾਂਜੀ ਵੀ ਜਿਹੜਾ ਕੀਰਤਨ ਵੀ ਹੁੰਦਾ, ਕਥਾ ਵੀ ਹੁੰਦੀ, ਵਿਚਾਰ ਵੀ ਹੁੰਦੇ, ਹੂੰ ਪਰ ਜਿਹੜਾ ਸੁਣਨੇ ਵਾਲਾ ਜਿੱਦਾਂ ਮੈਂ, ਅਸੀਂ ਉਸ ਸਟੇਜ ਤੇ ਖੜੇ ਅੱਗੇ ਵੱਧਦੇ ਨਹੀਂ। ਹਾਂਜੀ ਪਰ ਤੁਸੀਂ ਇਹਨੂੰ ਇਹ ਦੱਸਿਆ ਵੀ ਅਸੀਂ ਮੰਗਣ ਦੀ ਰੁਚੀ ਨੂੰ ਅੱਗੇ ਰੱਖਦੇ ਹਾਂ, ਮੰਨਣ ਦੀ ਰੁਚੀ ਨੂੰ ਨਹੀਂ ਰੱਖਦੇ। ਹਾਂਜੀ ਇਹਦੇ ਤੇ ਥੋੜੀ ਜਿਹੀ ਰੋਸ਼ਨੀ ਪਾਓ ਵੀ ਅਸੀਂ ਉਸ ਮੰਨਣ ਦੇ ਲਈ ਕਿਸ ਚੀਜ਼ ਨੂੰ ਅਪਣਾਈਏ, ਹਾਂਜੀ ਤਾਂ ਜੋ ਅਸੀਂ ਇਹ ਨਾ ਹੋਵੇ ਵੀ ਅੱਜ ਕਿਰਨ ਗਾਰਡਨ ਚੋਂ 10 ਸਾਲਾਂ ਚ ਫੇਰ ਵੀ ਕਿਰਨ ਗਾਰਡਨ ਚ ਰਹੀਏ, ਹਾਂਜੀ ਕੋਈ ਗ੍ਰੇਡ ਸਾਡਾ ਵੱਧ ਸਕੇ ਕਿਸ ਤਰੀਕੇ ਨਾਲ, ਉਹ ਆਪ ਕਿਰਪਾ ਕਰੋ ਜੀ। ਹਾਂਜੀ ਅੰਕਲ ਜੀ, ਬਹੁਤ ਧੰਨਵਾਦ ਤੁਹਾਡਾ। ਦੇਖੋ ਜੀ, ਇੱਕ ਤਾਂ ਆਪਾਂ ਇਹਦੇ 'ਚ ਇਹ ਵਿਚਾਰਿਆ ਸੀ ਕਿ ਜੇ ਮਨ ਨੂੰ ਚੰਗਾ ਲੱਗੇ ਤਾਂ ਇਹ ਮੰਨਦਾ ਹੈ, ਠੀਕ ਹੈ ਜੀ। ਤੇ ਦੂਸਰਾ ਹੁਣ ਅਗਲਾ ਇਹਦੇ 'ਚ ਹੋਰ ਤੰਦ ਬੜੀ ਕਮਾਲ ਦੀ ਨਿਕਲ ਆਈ ਕਿ ਮਨ ਨੂੰ ਕਿਹੜੀ ਚੀਜ਼ ਚੰਗੀ ਲੱਗਦੀ ਹੈ, ਜਿਹਦੇ 'ਚ ਮਨ ਨੂੰ ਕੋਈ ਨਾ ਕੋਈ ਬੈਨੀਫਿਟ ਦਿਸਦਾ ਹੈ, ਠੀਕ ਹੈ ਜੀ। ਇੱਕ ਕਮਜ਼ੋਰੀ ਇਹ ਵੀ ਰਹੀ ਕਿ ਧਰਮ ਦੀ ਦੁਨੀਆ ਵਿੱਚ ਜਿਹੜੇ ਬੈਨੀਫਿਟ ਸਨ ਉਹ ਤਕਰੀਬਨ ਮੌਤ ਤੋਂ ਬਾਅਦ 'ਚ ਜੋੜ ਦਿੱਤੇ, ਜਿਹਦੇ ਕਰਕੇ ਮਨ ਅਵੇਸਲਾ ਹੋ ਗਿਆ। ਹੁਣ ਕੋਈ ਇੱਕ ਗਰੀਬ ਹੈ ਵਿਚਾਰਾ, ਗਰੀਬ ਦੀ ਧੀ ਕੋਠੇ ਜਿੱਡੀ ਹੋਈ ਪਈ ਹੈ, ਵਿਆਹੁਣ ਵਾਲੀ ਧੀ ਹੋਈ ਪਈ ਹੈ, ਰਿਸ਼ਤਾ ਲੱਭ ਗਿਆ, ਪੈਸਾ ਹੀ ਨਹੀਂ, ਠੀਕ ਹੈ ਜੀ। ਹੁਣ ਉਹ ਬੰਦਾ ਕਹਿੰਦਾ ਵੀ ਮੈਨੂੰ ਜਿਹੜਾ ਹੈ ਉਹ ਪੈਸਾ ਚਾਹੀਦਾ, ਉਹਨੂੰ ਪੈਸਾ ਦੇਣ ਵਾਲਾ ਕਹਿੰਦਾ ਮਿੱਤਰਾ ਪੈਸਾ ਲੈ ਲੈ, ਪਰ ਇੰਨੇ ਚਿਰ ਦੇ ਅੰਦਰ ਅੰਦਰ ਤੈਨੂੰ ਮੋੜਨਾ ਪਵੇਗਾ। ਉਹ ਵਿਚਾਰਾ ਗਰੀਬ ਪਛਤਾਉਂਦਾ ਹੈ, ਮੈਂ ਇੰਨੇ ਚਿਰ 'ਚ ਕਿਵੇਂ ਮੋੜਾਂਗਾ। ਜੇ ਉਹਨੂੰ ਇਹ ਧਰਮ ਦੀ ਦੁਨੀਆ ਵਾਲਾ ਉਹਨੂੰ ਕਹਿ ਦਿਓ ਵੀ ਲੈ ਮੈਂ ਤੈਨੂੰ ਆਹ 5 ਲੱਖ ਦਿੰਨਾ ਭਰਾਵਾ, ਅਗਲੇ ਜਨਮ 'ਚ ਤੈਨੂੰ 70 ਗੁਣਾ ਦੇਣਾ ਪਏਗਾ, ਉਹ ਕਹਿੰਦਾ ਲਿਆ ਦੇ। ਕਿਉਂ? ਕਿਉਂਕਿ ਜਿਹੜੀ ਚੀਜ਼ ਮਰਨ ਤੋਂ ਬਾਅਦ ਵਾਲੀ ਹੈ ਨਾ, ਉਹ ਕਹੀ ਜੋ ਮਰਜੀ ਜਾਂਦਾ ਹੈ ਜੀ, ਉਹਦੇ ਅੰਦਰ ਉਹ ਤੜਫ ਨਹੀਂ ਹੈ। ਗੁਰਬਾਣੀ ਨੇ ਸਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਜਨਮ ਮਰਨ ਦਿਖਾਇਆ ਨਾ ਜੀ, ਉਹਦੇ ਬੈਨੀਫਿਟ ਵੀ ਇਸੇ ਜਨਮ ਵਿੱਚ ਐਡਵਾਂਟੇਜ ਡਿਸਐਡਵਾਂਟੇਜ ਦੋਨੋਂ ਦਿਖਾਏ ਨੇ। ਜਦੋਂ ਅਸੀਂ ਵਿਆਖਿਆ ਜਿਹੜੀ ਹੈ ਉਹ ਦੋ ਚੀਜ਼ਾਂ ਤੇ ਨਿਰਭਰ ਹੋਵੇ ਕਿ ਜਿਹੜੀ ਚੀਜ਼ ਸਿੱਖਿਆ ਅਸੀਂ ਮਨ ਤੱਕ ਪਹੁੰਚਾਉਣੀ ਚਾਹੁੰਦੇ ਹਾਂ, ਉਸ ਮਨ ਨੂੰ ਇਹ ਸਮਝ ਲੱਗ ਜਾਵੇ ਮੇਰੇ ਘਰ ਵਿੱਚ, ਮੇਰੇ ਬੱਚਿਆਂ ਵਿੱਚ ਤੇ ਮੇਰੇ ਜੀਵਨ ਵਿੱਚ ਜੇ ਮੈਂ ਆਹ ਨਾ ਮੰਨੀ ਤੇ ਆਹ ਨੁਕਸਾਨ ਮੇਰਾ ਹੋ ਜਾਏਗਾ, ਜਿਹਨੂੰ ਅਸੀਂ ਕਹਿੰਦੇ ਹਾਂ ਭੈ ਪੈਦਾ ਹੋਣਾ। ਅੱਛਾ, ਫਿਰ ਜੇ ਮੈਂ ਇਸ ਨੂੰ ਮੰਨਾਂਗਾ ਤਾਂ ਆਹ ਇਹਦਾ ਬੈਨੀਫਿਟ ਤੇਰੀ ਲਾਈਫ ਵਿੱਚ, ਤੇਰੇ ਪਰਿਵਾਰ ਵਿੱਚ, ਤੇਰੇ ਬੱਚਿਆਂ 'ਚ ਹੋਏਗਾ, ਤਾਂ ਇਸ ਨੂੰ ਮੰਨ ਲਏਗਾ। ਆਪਾਂ ਦੇਖਦੇ ਹਾਂ ਜਦੋਂ ਸਾਨੂੰ ਪਤਾ ਹੁੰਦਾ ਨਾ, ਤੁਸੀਂ ਗੱਡੀ ਓਵਰ ਸਪੀਡ ਚਲਾਓ, ਤੁਹਾਨੂੰ ਪਤਾ ਸਾਹਮਣੇ ਪੁਲਿਸ ਖੜੀ ਹੈ, ਉਦੋਂ ਕਿਵੇਂ ਕੰਟਰੋਲ ਹੋ ਜਾਂਦਾ? ਕਿਉਂਕਿ ਇੱਕ ਭੈ ਪੈਦਾ ਹੋ ਗਿਆ, ਠੀਕ ਹੈ ਜੀ। ਓਕੇ, ਇੱਕ ਹੋਰ ਦੇਖੋ, ਦੋ ਤਜਰਬੇ ਕਿਤੇ ਗਵਰਨਮੈਂਟ ਕਰਦੇ, ਦੁਨੀਆ ਇੰਡੀਆ ਵਾਲੇ ਹੈਰਾਨ ਨੇ ਕਿ ਕੈਨੇਡਾ ਅਮਰੀਕਾ ਵਾਲੇ ਲੋਕ ਟ੍ਰੈਫਿਕ ਨਿਯਮਾਂ ਨੂੰ ਕਿਵੇਂ ਫੋਲੋ ਕਰਦੇ ਨੇ, ਇੰਨਾ ਪਿਆਰ ਕਿਵੇਂ ਕਰਦੇ ਨੇ। ਤੇ ਗੁਰਬਾਣੀ ਦੀ ਪੰਕਤੀ ਭੈ ਬਿਨ ਭਾਉ ਨਾ ਹੋਵੇ, ਭੈ ਤੋਂ ਬਿਨਾਂ ਨਿਯਮ ਨਾਲ ਪਿਆਰ ਨਹੀਂ ਹੁੰਦਾ, ਠੀਕ ਹੈ ਜੀ। ਤੇ ਹੁਣ ਜੇ ਕਿਤੇ ਭਲਾ ਗਵਰਨਮੈਂਟ ਕਹਿ ਦੇਵੇ ਵੀ ਆਹ 6 ਮਹੀਨੇ ਦਿੱਤੇ, 6 ਮਹੀਨੇ ਜਿੱਦਾਂ ਮਰਜ਼ੀ ਗੱਡੀ ਚਲਾ ਲਓ, ਕੋਈ ਤੁਹਾਡਾ ਚਲਾਨ ਨਹੀਂ ਕੱਟਿਆ ਜਾਏਗਾ, ਤੇ ਹਾਲ ਕੀ ਹੋਏਗਾ ਜੀ? ਸਭ ਤੋਂ ਮੇਰਾ ਖਿਆਲ ਹੈ ਵੱਧ ਕਾਨੂੰਨ ਤੋੜਨ 'ਚ ਅਸੀਂ ਅੱਗੇ ਹੋਵਾਂਗੇ ਤੇ ਆਪਣੇ ਆਪ ਨੂੰ ਮਾਹਰ ਮੰਨਾਂਗੇ, ਦੇਖਿਆ ਇਦਾਂ ਚਲਾਉਂਦੇ ਹੁੰਦੇ ਸੀ ਇੰਡੀਆ, ਠੀਕ ਹੈ ਜੀ। ਸਾਡੇ ਬੱਚੇ ਵੀ ਕਹਿਣਗੇ ਮੰਮਾ ਪਾਪਾ ਹੁਣ ਨਾ ਬੈਲਟ ਨਹੀਂ ਲਾਉਣੀ ਪੈਣੀ, ਚੰਗਾ ਹੋ ਗਿਆ, ਹੁਣ ਅਸੀਂ ਮੂਹਰੇ ਵੀ ਬੈਠ ਸਕਦੇ ਹਾਂ, ਠੀਕ ਹੈ ਜੀ। ਕਿਉਂ? ਕਿਉਂਕਿ ਭੈ ਚੱਕਿਆ ਗਿਆ। ਇੱਕ ਦੂਸਰਾ ਤਜਰਬਾ, ਦੂਸਰੀ ਉਦਾਹਰਣ, ਅੱਜ ਗਵਰਨਮੈਂਟ ਇਹ ਐਲਾਨ ਕਰ ਦੇਵੇ ਵੀ ਜਿਹੜੇ ਬੰਦੇ ਨੂੰ 5 ਸਾਲ ਕੋਈ ਟਿਕਟ ਨਹੀਂ ਮਿਲੇਗੀ, ਉਹਨੂੰ ਨਾ $5000 ਦਿੱਤਾ ਜਾਏਗਾ। ਤੁਸੀਂ ਦੇਖੋਗੇ ਹਰ ਬੰਦਾ ਇਸ ਨੂੰ ਫੋਲੋ ਕਰੇਗਾ, ਹੈਨਾ? ਕਿਉਂ? ਕਿਉਂਕਿ ਉੱਥੇ ਕੋਈ ਬੈਨੀਫਿਟ ਦਿਸ ਗਿਆ, ਉੱਥੇ ਐਡਵਾਂਟੇਜ ਦਿਸ ਗਿਆ, ਉੱਥੇ ਡਿਸਐਡਵਾਂਟੇਜ ਦਿਸ ਗਿਆ। ਗੁਰਬਾਣੀ ਦੀ ਹਰ ਸ਼ਬਦ ਦੀ ਵਿਆਖਿਆ ਸਾਡੀ ਜ਼ਿੰਦਗੀ ਵਿੱਚ, ਸਾਡੇ ਪਰਿਵਾਰ ਵਿੱਚ, ਸਾਡੇ ਬੱਚਿਆਂ ਵਿੱਚ ਹੋ ਰਹੇ ਐਡਵਾਂਟੇਜ ਤੇ ਹੋ ਰਹੇ ਡਿਸਐਡਵਾਂਟੇਜ ਸਾਡੇ ਸਾਹਮਣੇ ਰੱਖੇ ਨੇ। ਕਈ ਵਾਰੀ ਸਾਨੂੰ ਉਹ ਲੱਭੇ ਨਹੀਂ ਤੇ ਅਸੀਂ ਲੋਕਾਂ ਤੱਕ ਪਹੁੰਚਾਏ ਨਹੀਂ।
ਜਿਸ ਕਰਕੇ ਜਦੋਂ ਆਪਾਂ ਗੁਰਬਾਣੀ ਦੀ ਵਿਆਖਿਆ ਪੜ੍ਹਨੀ ਹੈ, ਆਪ ਸੁਣਨੀ ਹੈ। ਦੇਖੋ ਮੇਰਾ ਤਾਂ ਇੱਕ ਛੋਟਾ ਜਿਹਾ ਯਤਨ ਹੈ ਜੀ, ਉਸ ਤੋਂ ਬਾਅਦ ਇਹ ਯਤਨ ਤੁਸੀਂ ਜਾਰੀ ਕਰਨੇ ਨੇ। ਜਦੋਂ ਤੁਹਾਨੂੰ ਇਹ ਪਤਾ ਲੱਗਣ ਲੱਗ ਪਿਆ ਕਿ ਆਹ ਸਿੱਖਿਆ ਦੇ ਨਾਲ ਮੇਰੀ ਜ਼ਿੰਦਗੀ ਵਿੱਚ, ਮੇਰੇ ਪਰਿਵਾਰ ਵਿੱਚ ਆਹ ਐਡਵਾਂਟੇਜ ਆਏਗਾ, ਫਾਇਦਾ ਹੋਏਗਾ, ਤੇ ਇਹਦੇ ਨਾਲ ਮੇਰੀ ਜ਼ਿੰਦਗੀ 'ਚ ਆਹ ਨੁਕਸਾਨ ਹੋਏਗਾ, ਤੇ ਆਪਣੇ ਆਪ ਇਹ ਮਨ ਜਿਹੜਾ ਹੈ ਉਹ ਸੁਣਨ ਵਾਸਤੇ ਤਿਆਰ ਹੋਏਗਾ। ਤੁਹਾਡਾ ਬਹੁਤ ਧੰਨਵਾਦ ਅੰਕਲ ਜੀ। ਮੈਂ ਉਮੀਦ ਕਰਾਂ ਕਿ ਅਗਲੀ ਵਾਰ ਤੋਂ ਤੁਸੀਂ ਜਿਹੜੇ ਸਵਾਲ ਨੇ, ਜੇ ਮੈਨੂੰ ਪਹਿਲਾਂ 3-4 ਦਿਨ ਪਹਿਲਾਂ ਭੇਜ ਦਿਆ ਕਰੋ, ਤੇ ਮੈਂ ਥੋੜਾ ਜਿਹਾ ਹੋਰ ਉਹਦੇ ਤੇ ਤਿਆਰੀ ਕਰਕੇ ਮੈਂ ਕੋਸ਼ਿਸ਼ ਕਰਿਆ ਕਰਾਂਗਾ ਕਿ ਉਹਦੇ ਨਾਲ ਸੰਬੰਧਿਤ ਪ੍ਰੋਪਰ ਸ਼ਬਦ ਜਾਂ ਕੋਈ ਪੰਕਤੀ ਜਾਂ ਇਤਿਹਾਸ ਵਿੱਚੋਂ ਕੋਈ ਵਰਤਾਰਾ ਵੀ ਯਾਦ ਰੱਖ ਲਿਆ ਜਾਵੇ। ਅਗਰ ਤੁਹਾਡੇ ਸਵਾਲ ਵੱਧ ਆਉਣ ਲੱਗ ਪਏ, ਆਪਾਂ ਪਹਿਲਾ ਟਾਈਮ ਘੱਟ ਕਰਕੇ ਸਵਾਲ ਜਵਾਬ ਨੂੰ ਅੱਧੇ ਘੰਟੇ ਤੱਕ ਵੀ ਲੈ ਜਾਵਾਂਗੇ, ਕਿਉਂਕਿ ਸਵਾਲ ਜਵਾਬ ਦੇ ਵਿੱਚ ਬਹੁਤ ਕਮਾਲ ਦੀਆਂ ਚੀਜ਼ਾਂ ਮੈਨੂੰ ਵੀ ਸਿੱਖਣ ਨੂੰ ਮਿਲਦੀਆਂ। ਅੰਕਲ ਜੀ ਦੇ ਸਵਾਲ ਤੋਂ ਅੱਜ ਮੈਨੂੰ ਨਵਾਂ ਹੀ ਚੀਜ਼ ਮਿਲ ਗਈ ਹੈ ਕਿ ਮੈਂ ਬੱਚਿਆਂ ਅੰਦਰ ਜਦੋਂ ਕਰਨਾ ਹੈ, ਤੇ ਮੈਂ ਹੁਣ ਸਲਾਈਡ ਸ਼ੋਅ ਬਣਾਉਣ ਵਾਸਤੇ ਨਾ ਇੱਕ ਤਰੀਕਾ ਬਦਲ ਦੇਣਾ ਹੈ, ਉਹਨਾਂ ਦੇ ਸਾਹਮਣੇ ਐਡਵਾਂਟੇਜ ਤੇ ਡਿਸਐਡਵਾਂਟੇਜ ਰੱਖ ਦਿਆ ਕਰਨੇ ਆ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰ ਵਾਹਿਗੁਰੂ ਸੱਚੇ ਪਾਤਸ਼ਾਹ ਦਾ। ਮੈਂ ਤੇ ਕਹਾਂਗਾ ਤੁਹਾਡਾ ਇੱਕ ਇੱਕ ਕਦਮ ਸਿਰ ਮਸਤਕ ਤੇ ਪ੍ਰਵਾਨ। ਵੈਸੇ ਮੈਂ ਇਸ ਵੇਲੇ ਕੈਲਗਰੀ ਬੈਠਾ, ਸਿੰਘਣੀ ਰਜਾਈਨਾ ਬੈਠੀ ਹੈ, ਤੁਸੀਂ ਆਪਣੇ ਆਪਣੇ ਘਰਾਂ 'ਚ ਬੈਠੇ ਹੋ। ਮੈਨੂੰ ਲੱਗਦਾ ਤੁਸੀਂ ਸਾਰਿਆਂ ਨੇ ਮੇਰੇ ਕੋਲੇ ਪਹੁੰਚ ਕੇ ਇੱਕ ਇੱਕ ਕਦਮ ਮੇਰੇ ਸਿਰ ਤੇ ਮਸਤਕ ਪ੍ਰਵਾਨ ਹੈ। ਤੁਹਾਡਾ ਸਾਰਿਆਂ ਦਾ ਧੰਨਵਾਦ। ਸਾਡੇ ਬੱਚਿਆਂ ਦਾ ਬਹੁਤ ਧੰਨਵਾਦ, ਵਿਨੀਪੈਗ ਵਾਲੇ ਬੱਚਿਆਂ ਦਾ ਧੰਨਵਾਦ। ਜੈਪਨੀਤ ਹੈ ਸਾਡੇ ਕੋਲ ਕੈਲਗਰੀ ਤੋਂ, ਬਹੁਤ ਸਿਆਣਾ ਪੁੱਤ ਹੈ, ਉਹਨਾਂ ਦਾ ਧੰਨਵਾਦ। ਤੇ ਬਜ਼ੁਰਗਾਂ ਦਾ ਧੰਨਵਾਦ। ਸਾਡੇ ਕੋਲੇ ਡਾਕਟਰ ਸ਼ਿੰਦਰ ਸਿੰਘ ਜੀ ਹੋਰੀ ਨੇ, ਸੁਖਜਿੰਦਰ ਭੈਣ ਜੀ ਦੇ ਮੰਮੀ ਡੈਡੀ ਨੇ, ਉਹਨਾਂ ਦਾ ਧੰਨਵਾਦ। ਇੱਧਰੋਂ ਵਿਨੀਪੈਗ ਵਾਲੇ ਗੁਰਵਿੰਦਰ ਭੈਣ ਜੀ ਹੋਰਾਂ ਦੇ ਮੰਮੀ ਜੀ ਬੈਠੇ ਨੇ, ਸਾਡੇ ਮਾਤਾ ਜੀ ਬੈਠੇ ਨੇ ਸਵਰਨ ਕੌਰ ਵੈਨਕੂਵਰ ਤੋਂ। ਜਦੋਂ ਮੈਂ ਕੈਨੇਡਾ 'ਚ ਪਹਿਲੀ ਵਾਰ ਆਇਆ ਸੀ, ਮਾਤਾ ਜੀ ਹੋਰਾਂ ਦੀਆਂ ਅਸੀਸਾਂ ਮਿਲੀਆਂ ਸੀ, ਇਹ ਘਰ ਲੈ ਕੇ ਗਏ ਸੀ। ਅੰਕਲ ਜੀ ਹੋਰੀ ਬੈਠੇ ਨੇ। ਸਾਡੇ ਕੋਲ ਗਲੈਕਸੀ A21 ਹੈ, ਉਹਦੇ 'ਚ ਬਜ਼ੁਰਗ ਬੈਠੇ ਨੇ। ਸਾਰੇ ਬਜ਼ੁਰਗਾਂ ਦਾ ਧੰਨਵਾਦ, ਬੱਚਿਆਂ ਦਾ ਧੰਨਵਾਦ, ਸਾਡੇ ਨੌਜਵਾਨ ਵੀਰਾਂ ਭੈਣਾਂ ਦਾ ਧੰਨਵਾਦ। ਸਾਡੇ ਕੋਲ ਰਜਿੰਦਰਜੀਤ ਭੈਣ ਜੀ ਨੇ, ਇਹ ਬੱਚਿਆਂ ਦੇ ਨਾਲ ਮੇਰੇ ਨਾਲ ਐਜ ਏ ਅਸਿਸਟੈਂਟ ਟੀਚਰ ਕਲਾਸਾਂ ਲੈਂਦੇ ਨੇ। ਆਉਣ ਵਾਲੇ ਸਮੇਂ 'ਚ ਇਹਨਾਂ ਨੇ ਇੱਕ ਇੱਕ ਕਲਾਸ ਸੰਭਾਲਣੀ ਹੈ। ਹੋਰ ਵੀ ਜਿਹੜੇ ਵਾਲੰਟੀਅਰ ਕਰ ਸਕਦੇ ਨੇ, ਸਾਰਿਆਂ ਦਾ ਧੰਨਵਾਦ। ਕੈਲੀਫੋਰਨੀਆ ਤੋਂ ਸਰਦਾਰ ਸੁਖਮਿੰਦਰ ਸਿੰਘ ਜੀ, ਇਹਨਾਂ ਦਾ ਬੇਟਾ ਸਹਿਜਵੀਰ ਬਹੁਤ ਹੀ ਸਿਆਣਾ ਬੇਟਾ ਹੈ। ਤੇ ਇੱਕ ਮੈਂ ਵਿਸ਼ੇਸ਼ ਧੰਨਵਾਦ ਕਰਨਾ ਚਾਹਾਂਗਾ ਇੰਦਰਪਾਲ ਸਿੰਘ ਜੀ ਹੋਰਾਂ ਦੀ ਗੋਦੀ 'ਚ ਜਿਹੜਾ ਬੱਚਾ ਬੈਠਾ ਹੈ ਨਾ, ਸੱਚੀ ਸਭ ਤੋਂ ਵੱਡਾ ਧੰਨਵਾਦ ਉਹਦਾ। ਦੇਖੋ ਸਾਨੂੰ ਹੋਏਗਾ, ਸਾਨੂੰ ਆਹ ਗੱਲ ਸਮਝ ਲੱਗ ਰਹੀ ਹੈ, ਸਾਨੂੰ ਆਹ ਗੱਲ ਚੰਗੀ ਲੱਗ ਰਹੀ ਹੈ, ਉਹ ਤੇ ਸੱਚ ਜਾਣਿਓ ਉਹਨੂੰ ਤਾਂ ਇੱਕ ਵੇਵ ਚੰਗੀ ਲੱਗਦੀ ਹੈ। ਉਸ ਵੇਵ ਦੇ ਵਿੱਚ ਮੈਂ ਕੀ ਦੇਖਿਆ, ਜਦੋਂ ਕਲਾਸ ਚੱਲਦੀ ਸੀ ਬਿਲਕੁਲ ਚੁੱਪ ਸੀ, ਜਦੋਂ ਕਲਾਸ ਸਮਾਪਤੀ ਹੋਣ ਤੇ ਆਈ ਉਹ ਦੇਖੋ ਆਨੰਦ ਦੇ ਵਿੱਚ ਕਿੱਦਾਂ, ਕਿਉਂਕਿ ਬੱਚੇ ਨੂੰ ਵੇਵ ਬਹੁਤ ਛੇਤੀ ਪਹੁੰਚਦੀ। ਤੁਹਾਡਾ ਸਾਰਿਆਂ ਦਾ ਸਮੂਹਿਕ ਤੌਰ ਤੇ ਧੰਨਵਾਦ। ਚੈਨ ਸਿੰਘ ਭੰਡਾਲ ਜੀ ਹੋਰੀ ਨੇ, ਇਹ ਮੇਰੇ ਬੜੇ ਹੀ ਉਤਸ਼ਾਹ ਦਿੰਦੇ ਨੇ ਮੈਨੂੰ ਕਈ ਸਾਲਾਂ ਤੋਂ, ਔਰ ਇਹਨਾਂ ਦੇ ਵਚਨ ਸਦਾ ਉਤਸ਼ਾਹ ਦਿੰਦੇ ਰਹਿੰਦੇ ਨੇ। ਤੁਹਾਡਾ ਸਾਰਿਆਂ ਦਾ ਧੰਨਵਾਦ ਜੀ। ਉਧਰੋਂ ਹਰਮੀਤ ਸਿੰਘ ਹੋਰਾਂ ਦੇ ਮੰਮੀ ਡੈਡੀ ਨੇ, ਉਹਨਾਂ ਦੀਆਂ ਤਿੰਨੋਂ ਪੀੜ੍ਹੀਆਂ ਬੜੇ ਚਾਅ ਨਾਲ ਸੁਣਦੇ ਨੇ। ਸਰਬਜੀਤ ਭੈਣ ਜੀ ਨੇ, ਮੈਂ ਨਾਮ ਵੀ ਲੈ ਸਕਿਆ ਹੋਇਆ, ਨਵਦੀਨ ਇਹ ਕਰਕੇ ਆਈਡੀ ਹੈ। ਸਵਰਨ ਭੈਣ ਜੀ ਨੇ ਮੈਡੀਸਨ ਹੈਡ ਤੋਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਫਿਰ ਮਿਲਾਂਗੇ। ਹਰਮਿੰਦਰ ਆਈਡੀ ਸਾਨੂੰ ਮਾਤਾ ਜੀ, ਮੈਂ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹਾਂਗਾ। ਕਿਸੇ ਦਾ ਰਹਿ ਗਿਆ ਹੋਇਆ ਤਾਂ ਮਾਫ ਕਰ ਲੈਣਾ, ਮੇਰੇ ਵੱਲੋਂ ਆਪ ਹੀ ਬੋਲ ਦੇਣਾ ਸ਼ੀਸ਼ੇ ਦੇ ਸਾਹਮਣੇ ਖੜ ਕੇ। ਸਾਰਿਆਂ ਦਾ ਰੋਮ ਕਰਕੇ ਮੈਂ ਸੋ ਤੁਹਾਡਾ ਸਾਰਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।